वाहिगुरू जी का खालसा वाहिगुरू जी की फतेह। अस्सलाम वालेकुम अदाबज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 24 जनवरी 2022 12 माघ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਲਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ फेसबुक राਹੀਂ जुड़े तो इस ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੂੰ ਉਸ ਦੇ ਹਵਾਲੇ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਸਾਨੂੰ ਕੋਈ ਨਾ ਕੋਈ ਜਿਹੜਾ ਸਪਾਂਸਰ ਹੈ ਸਪਾਂਸਰ ਕਰਦੇ ਨੇ ਸਾਡੇ ਪ੍ਰੋਗਰਾਮ ਨੂੰ। ਸੋ ਅੱਜ ਦੀ ਸਪਾਂਸਰਸ਼ਿਪ ਕੀਤੀ ਹੋਈ ਹੈ ਸਾਨੂੰ ਟੋਰਾਂਟੋ ਤੋਂ ਬਰਜਿੰਦਰ ਸਿੰਘ ਜੀ ਹੋਰਾਂ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਇਹਨਾਂ ਟੀਵੀ 84 ਦੇ ਕੰਮ ਦੀ ਜਿਹੜੀ ਸਰਾਹਨਾ ਕਰਦੇ ਹਾਂ। ਡਾਕਟਰ ਅਮਰਜੀਤ ਸਿੰਘ ਦਾ ਤੇ ਸਮੁੱਚੀ ਟੀਮ ਦਾ ਜਿਹੜਾ ਧੰਨਵਾਦ ਕੀਤਾ ਹੈ। ਦਰਸ਼ਕਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਬਰਜਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਹਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਨੇ ਸਾਵਰਕਰ ਤੋਂ ਬਾਅਦ ਹੁਣ ਸੁਭਾਸ਼ ਚੰਦਰ ਬੋਸ ਨੂੰ ਹਿੰਦੂਤਵਾ ਦੇ ਆਈਕਨ ਵਜੋਂ ਉਭਾਰਨਾ ਸ਼ੁਰੂ ਕੀਤਾ ਹੋਇਆ ਹੈ। ਸੋ ਮੋਦੀ ਨੇ ਇੰਡੀਆ ਗੇਟ ਵਿੱਚ ਸ਼ਹੀਦ ਫੌਜੀ ਜਵਾਨਾਂ ਦੀ ਯਾਦ ਵਿੱਚ 50 ਸਾਲ ਪਹਿਲਾਂ ਸਥਾਪਿਤ ਅਮਰ ਸ਼ਹੀਦ ਜੋਤੀ ਨੂੰ ਬੁਝਾ ਕੇ ਉਸ ਦੀ ਥਾਂ ਸੁਭਾਸ਼ ਚੰਦਰ ਬੋਸ ਦਾ ਹੋਲੋਗ੍ਰਾਮ ਸਥਾਪਿਤ ਕੀਤਾ ਹੈ। ਸੋ ਹੁਣ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸੁਭਾਸ਼ ਚੰਦਰ ਬੋਸ ਨੇ ਭਾਰਤ ਤੋਂ ਨਿਕਲ ਕੇ ਜਰਮਨੀ ਜਾਣ ਦਾ ਫੈਸਲਾ ਸਾਵਰਕਰ ਨਾਲ ਮੀਟਿੰਗ ਤੋਂ ਬਾਅਦ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭਾਈ ਬਲਜਿੰਦਰ ਸਿੰਘ ਨਿਊਯਾਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਉਹਨਾਂ ਨੂੰ ਟੋਰਾਂਟੋ ਪਹੁੰਚਾ ਦਿੱਤਾ। ਨਹੀਂ ਟੋਰਾਂਟੋ ਤੋਂ ਹਾਂ ਨਹੀਂ ਇਹ ਨਿਊਯਾਰਕ ਨਾਲ ਹੀ ਉਹਨਾਂ ਦਾ ਸੰਬੰਧ ਹੈ ਔਰ ਸਾਡੇ ਬੜੇ ਹੀ ਪਿਆਰੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਨਾਲ ਵੀ ਔਰ ਖਾਲਿਸਤਾਨ ਦੇ ਸੰਘਰਸ਼ ਦੇ ਮੁੱਢਲੇ ਯੋਧਿਆਂ ਚੋਂ ਨੇ ਔਰ ਸਾਡੇ ਲਈ ਤਾਂ ਭਰਾਵਾਂ ਵਾਂਗ ਨੇ। ਹਰ ਦੁੱਖ ਸੁੱਖ ਦੀ ਘੜੀ ਆ ਕੇ ਖਲੋਂਦੇ ਨੇ ਔਰ ਟੀਵੀ 84 ਦੇ ਖੈਰ ਖੁਆਹ ਹੀ ਨੇ ਬਾਨੀਆਂ ਚੋਂ ਨੇ ਮੋਢੀਆਂ ਚੋਂ ਨੇ ਔਰ ਉਹਨਾਂ ਨੇ ਸਪੋਰਟ ਹਮੇਸ਼ਾ ਹੀ ਕੀਤੀ ਹੈ। ਉਹ ਦੂਸਰਿਆਂ ਨੂੰ ਵੀ ਪ੍ਰੇਰਦੇ ਨੇ ਕਿ ਸਪੋਰਟ ਕਰੋ ਔਰ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਖਾਲਿਸਤਾਨੀ ਭਰਾ ਨੇ ਔਰ ਭਰਾ ਵੀ ਉਸ ਲੈਵਲ ਦੇ ਜਿਸ ਨੂੰ ਤੁਸੀਂ ਜੇ ਇਹ ਕਹੋ ਕਿ ਸਾਹ ਦੇ ਨਾਲ ਸਾਹ ਰਲਣ ਵਾਲਾ ਜਿਹੜਾ ਰਿਸ਼ਤਾ ਸਾਡਾ ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। 26 जनवरी ਦੂਸਰੇ ਡਿਫਰੈਂਟ ਨੇ ਤੁਸੀਂ ਇਹ ਜੋ ਮੈਂ ਬੋਲਿਆ ਸਹੀ ਹੈ ਇਹ ਟੋਰਾਂਟੋ ਵਾਲੇ ਨੇ। ਚਲੋ ਹੁਣ ਕੋਈ ਨਹੀਂ ਹੁਣ ਅਸੀਂ ਬਰਜਿੰਦਰ ਸਿੰਘ ਨਾਲੇ ਬਲਜਿੰਦਰ ਸਿੰਘ ਬਰਜਿੰਦਰ ਸਿੰਘ ਹੁਣ ਅਸੀਂ ਇਹਨਾਂ ਦੇ ਖਾਤੇ 'ਚ ਪਾ ਦਿੱਤਾ। ਸੈਕੰਡਲੀ ਜਦੋਂ ਅਸੀਂ 26 ਜਨਵਰੀ ਦੇ ਹਵਾਲੇ ਨਾਲ ਗੱਲ ਕਰਦੇ ਸੋ ਜ਼ਾਹਰ ਹੈ ਕਿ 26 ਜਨਵਰੀ ਜਦੋਂ ਤੁਸੀਂ ਆਪਣਾ ਬਚਪਨ ਯਾਦ ਕਰੋ ਤੇ ਇੱਕ ਮੌਕਾ ਸੀ ਜਦੋਂ ਕਿ ਇਹ ਝਾਂਕੀ ਲਫ਼ਜ਼ ਉਦੋਂ ਜੇ ਬਹੁਤ ਪਪੂਲਰ ਹੋਇਆ ਤੇ 26 ਜਨਵਰੀ ਦੀਆਂ ਝਾਂਕੀਆਂ ਲਈ ਸੀ। ਵੈਸੇ ਬਾਅਦ ਦੇ ਵਿੱਚ ਤਾਂ ਰਾਮ ਨੌਮੀ ਔਰ ਦੂਸਰੇ ਰਮਾਇਣ ਨਾਲ ਸੰਬੰਧਿਤ ਬਹੁਤ ਸਾਰੀਆਂ ਹੋਰ ਝਾਕੀਆਂ ਦਾ ਇਹਨਾਂ ਨੇ ਸਿਲਸਿਲਾ ਹਰ ਸ਼ਹਿਰ ਔਰ ਹਰ ਥਾਂ ਤੇ ਸ਼ੁਰੂ ਕੀਤਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ
ਕਿ 26 ਜਨਵਰੀ ਜਿਸ ਨੂੰ ਇਹ ਰਿਪਬਲਿਕ ਡੇ ਕਹਿੰਦੇ ਨੇ, ਅੱਛਾ ਸਾਡੇ ਲਈ ਅਸੀਂ ਪਿਛਲੇ ਲਗਭਗ 38-39 ਸਾਲ ਤੋਂ ਇਸ ਨੂੰ ਜ਼ਾਹਰਾ ਤੌਰ ਤੇ ਧੋਖਾ ਦਿਵਸ ਕਹਿੰਦੇ। ਵੈਸੇ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 26 ਜਨਵਰੀ 1950 ਨੂੰ ਭਾਰਤ ਦਾ ਕਨਸਟੀਟਿਊਸ਼ਨ ਲਾਗੂ ਕੀਤਾ ਗਿਆ ਸੀ ਤੇ ਉਸ ਦਿਨ ਸਿੱਖ ਕੌਮ ਨੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਸੀ। ਸਿੱਖਾਂ ਦੇ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾ ਰਹੇ ਸੀ, ਦਸਤਾਰਾਂ ਔਰ ਚੁੰਨੀਆਂ ਕਾਲੇ ਰੰਗ ਦੀਆਂ ਸੀ, ਕਿਉਂਕਿ ਇਹ ਸੰਵਿਧਾਨ ਸਭ ਤੋਂ ਵੱਡਾ ਧੋਖਾ ਸੀ ਸਿੱਖ ਕੌਮ ਦੇ ਨਾਲ। ਔਰ ਇਸ ਗੱਲ ਦੀ ਵੀ ਅਸੀਂ ਯਾਦ ਦਹਾਨੀ ਕਰਵਾ ਦਈਏ, ਆਉਣ ਵਾਲੇ ਦਿਨਾਂ 'ਚ ਵੀ ਅਸੀਂ ਗੱਲ ਕਰਾਂਗੇ 26 ਜਨਵਰੀ ਦੇ ਹਵਾਲੇ ਨਾਲ, ਕਿ ਦੋ ਸਿੱਖ ਨੁਮਾਇੰਦੇ ਸਰਦਾਰ ਹੁਕਮ ਸਿੰਘ ਔਰ ਸਰਦਾਰ ਭੁਪਿੰਦਰ ਸਿੰਘ ਮਾਨ, ਜਿਹੜੇ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਕਾਨੂੰਨ ਘੜੂ ਅਸੈਂਬਲੀ, ਆਇਨਸਾਜ਼ ਅਸੈਂਬਲੀ ਦੇ ਵਿੱਚ ਸਨ, ਉਹਨਾਂ ਨੇ ਇਸ ਸੰਵਿਧਾਨ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ, ਇਹ ਕਹਿ ਕੇ ਕਿ ਇਹ ਸਾਡੇ ਨਾਲ ਕੀਤਾ ਗਿਆ ਧੋਖਾ ਹੈ, ਸਾਡੇ ਨਾਲ ਕੀਤੀ ਗਈ ਵਾਅਦਾ ਖਿਲਾਫੀ ਹੈ ਸਿੱਖ ਕੌਮ ਦੇ ਨਾਲ, ਔਰ ਅਸੀਂ ਇਸ ਸੰਵਿਧਾਨ ਨੂੰ ਰੱਦ ਕਰਦੇ। ਸੋ ਇਹ ਵੀ ਇੱਕ ਹਕੀਕਤ ਹੈ ਕਿ ਭਾਵੇਂ ਇਸ ਵਾਰ 75ਵਾਂ ਸਾਲ ਇਸ ਨੂੰ ਆਜ਼ਾਦੀ ਦਿਵਸ ਦੇ ਨਾਲ ਜੋੜ ਕੇ ਇਸ ਨੂੰ ਭਾਰਤ ਦਾ ਆਜ਼ਾਦੀ ਮਹਾ ਅੰਮ੍ਰਿਤ ਉਤਸਵ ਕੇ ਕੀ ਨਾਂ ਰੱਖਿਆ ਹੋਇਆ ਹੈ, ਸੰਸਕ੍ਰਿਟਾਈਜ਼ਡ, ਪਰ ਸਾਡੇ ਲਈ ਇਹ 26 ਜਨਵਰੀ 1950 ਤੋਂ ਸ਼ੁਰੂ ਹੋ ਕੇ ਲਗਾਤਾਰਤਾ ਦੇ ਨਾਲ ਕਾਲਾ ਦਿਵਸ ਹੈ। ਲੇਕਿਨ ਭਾਰਤੀ ਹਾਕਮ ਜਿਵੇਂ ਖਾਸ ਤੌਰ ਤੇ ਜਦੋਂ ਤੋਂ 2014 ਤੋਂ ਮੋਦੀ ਐਂਡ ਕੰਪਨੀ ਪਾਵਰ ਦੇ ਵਿੱਚ ਆਏ ਨੇ, ਇਹਨਾਂ ਨੇ ਕੀਤਾ ਕਰਤਾ ਤਾਂ ਕੁਛ ਨਹੀਂ ਹੈ ਲੋਕਾਂ ਦੇ ਭਲੇ ਲਈ। ਕੋਈ ਵੀ ਇਹਨਾਂ ਦਾ ਜੋ ਪ੍ਰਚਾਰ ਸੀ, ਜੋ ਇਹਨਾਂ ਦਾ ਪੋਲੀਟੀਕਲ ਏਜੰਡਾ ਸੀ, ਉਸ ਦੀਆਂ ਖਾਸ ਤੌਰ ਤੇ ਅਨਐਮਪਲੋਇਮੈਂਟ ਦੇ ਹਵਾਲੇ ਨਾਲ ਔਰ ਦੂਸਰੀ ਨਫ਼ਰਤ ਜੋ ਮਜ਼ਹਬੀ ਨਫ਼ਰਤ ਇਹਨਾਂ ਨੇ ਫੈਲਾਈ ਹੈ, ਉਹ ਤਾਂ ਪੂਰੀ ਸਿਖਰਾਂ ਦੇ ਉੱਤੇ ਹੈ। ਲੇਕਿਨ ਇਵੈਂਟ ਮੈਨੇਜਰ ਬਹੁਤ ਵਧੀਆ ਨੇ, ਇਹ ਪਹਿਲਾਂ ਹੀ ਕੋਈ ਨਾ ਕੋਈ ਕਲਾਸੀ ਜਿਹਾ ਨਾਂ ਰੱਖ ਕੇ ਉਸ ਦੇ ਉੱਤੇ ਪ੍ਰੋਪੇਗੈਂਡਾ ਕਰਦੇ ਨੇ। ਇਹਨਾਂ ਦਾ ਗੋਦੀ ਮੀਡੀਆ ਔਰ ਸੋਸ਼ਲ ਮੀਡੀਆ ਉਸ ਦੇ ਲਈ ਇੱਕ ਪੂਰੀ ਜਿਹੜੀ ਹੈ ਉਹ ਇੱਕ ਸਿਚੁਏਸ਼ਨ ਕ੍ਰੀਏਟ ਕਰਦਾ। ਫਿਰ ਮੋਦੀ ਆ ਕੇ ਉਸ ਦੇ ਉੱਤੇ, ਇਹ ਵੱਖਰੀ ਗੱਲ ਹੈ ਕਿ ਇਸ ਦਾ ਪਾਜ਼ ਉਦੋਂ ਖੁੱਲ੍ਹਿਆ ਜਦੋਂ ਕਿ ਪਿਛਲੇ ਦਿਨਾਂ 'ਚ ਟੈਲੀਪ੍ਰੋਂਪਟਰ ਖੜ ਗਿਆ ਤੇ ਮੋਦੀ ਵੀ ਨਾਲ ਹੀ ਖੜ ਗਿਆ। ਅਦਰਵਾਈਜ਼ ਇਹਨਾਂ ਨੇ ਇਸ ਸਾਰੀ ਲੇਟੈਸਟ ਟੈਕਨੋਲੋਜੀ ਨੂੰ ਇਸਤੇਮਾਲ ਕਰਕੇ ਮੋਦੀ ਨੂੰ ਐਕਸਟੈਂਪੋਰ ਸਪੀਕਰ, ਘੰਟਿਆਂ ਬੱਧੀ ਬੋਲਣ ਵਾਲਾ ਔਰ ਇੱਕ ਇੰਟਰਨੈਸ਼ਨਲ ਫਿਗਰ ਦੇ ਤੌਰ ਦੇ ਉੱਤੇ ਜਿਵੇਂ ਉਸ ਦਾ ਡੰਕਾ ਦੁਨੀਆ ਭਰ 'ਚ ਵੱਜ ਰਿਹਾ, ਇਸ ਕਿਸਮ ਦੀਆਂ ਉਹ ਇਵੈਂਟਸ ਕਰਦੇ ਨੇ, ਉਹਨਾਂ ਨੂੰ ਪ੍ਰੋਪੇਗੇਟ ਕਰਦੇ ਨੇ। ਸੋ ਇਸ ਲਈ 15 ਅਗਸਤ 26 ਜਨਵਰੀ ਤੇ ਇਹ ਦੋ ਐਸੇ ਮੌਕੇ ਨੇ ਜਿਨ੍ਹਾਂ ਦੇ ਵਿੱਚ ਫੋਕਸ ਹੁੰਦਾ ਇਹਨਾਂ ਤੇ। ਔਰ ਇਹ ਜਿਹੜਾ ਭਾਰਤ ਇਸ ਪਿਛਲੇ ਕੋਵਿਡ-19 2020 ਤੋਂ ਚੱਲਦੇ ਆ, ਜੂਨ 2020 ਤੋਂ ਅਸੀਂ ਦੇਖਦੇ ਹਾਂ ਕਿ ਚੀਨ ਤੋਂ ਕੁੱਟ ਖਾਧੀ ਹੈ ਔਰ ਹਜ਼ਾਰਾਂ ਸਕੁਅਰ ਕਿਲੋਮੀਟਰ ਆਪਣੀ ਜਿਹੜੀ ਜ਼ਮੀਨ ਹੈ ਉਹ ਚੀਨ ਦੇ ਹਵਾਲੇ ਕੀਤੀ ਹੈ। ਫੋਰਨ ਪਾਲਿਸੀ ਉਸ ਦੀ ਵੀ ਪੂਰੀ ਤਰ੍ਹਾਂ ਜਿਹੜੀ ਹੈ ਉਹ ਐਕਸਪੋਜ਼ ਹੋਈ ਹੈ, ਰਾਦਰ ਕਲੈਪਸ ਹੋਇਆ, ਗਵਾਂਢੀਆਂ ਦੇ ਨਾਲ ਵੀ, ਇੰਟਰਨੈਸ਼ਨਲੀ ਵੀ ਟੋਟਲੀ ਮਾਰਜਨਲਾਈਜ਼ਡ ਹੈ। ਔਰ ਕੋਵਿਡ-19 ਨੂੰ ਜਿਸ ਬਦਤਰ ਤਰੀਕੇ ਦੇ ਨਾਲ ਹੈਂਡਲ ਕੀਤਾ ਹੈ, 35 ਤੋਂ 40 ਲੱਖ ਲੋਕ ਬੇਕਫਨ ਔਰ ਕਿਵੇਂ ਗੰਗਾ ਦੇ ਘਾਟ ਦੇ ਉੱਤੇ ਰੁਲਦੀਆਂ ਜਿਹੜੀਆਂ ਲਾਸ਼ਾਂ ਨੇ, ਸਾਰੀ ਗੰਗਾ ਦਰਿਆ ਦੇ ਵਿੱਚ ਹੀ, ਘਾਟਾਂ ਦੇ ਉੱਤੇ ਤਾਂ ਬਦਤਰ ਸੀ, ਸ਼ਮਸ਼ਾਨ ਘਾਟਾਂ ਦੇ ਵਿੱਚ ਕੀ ਹਾਲ ਚੱਲ ਰਿਹਾ ਸੀ। ਸੋ ਇਹ ਸਾਰੀਆਂ ਫੇਲਿਅਰਸ ਦੇ ਬਾਵਜੂਦ, ਕਿਉਂਕਿ ਲੋਕਾਂ ਨੂੰ ਜਿਵੇਂ ਜਦੋਂ ਰੋਮ ਐਮਪਾਇਰ ਦਾ ਡਿਕਲਾਈਨ ਚੱਲ ਰਿਹਾ ਸੀ ਤੇ ਕਿਵੇਂ ਕਿਸੇ ਨੇ ਸੁਜੈਸਟ ਕੀਤਾ ਔਰ ਇਹ ਜਿਹੜੀ ਸਰਕਸ ਜਿਹੜੀ ਹੈ ਉਸ ਨੂੰ ਲਿਆਂਦਾ ਗਿਆ ਕਿ ਲੋਕਾਂ ਨੂੰ ਐਂਟਰਟੇਨਮੈਂਟ ਦੇ ਪਾਸੇ ਪਾ ਦਿਓ, ਲੋਕ ਅਸਲੀ ਸਮੱਸਿਆਵਾਂ ਨੂੰ ਭੁੱਲ ਜਾਣਗੇ। ਸੋ ਇਸ ਕਿਸਮ ਦਾ ਹੀ ਜੋ ਡਰਾਮੇਬਾਜ਼ੀਆਂ, ਨੌਟੰਕੀ ਉਹ ਕੋਵਿਡ ਦੇ ਚੱਲਦਿਆਂ ਵੀ ਅਸਲੀ ਪ੍ਰਬੰਧ ਕਰਨ ਦੀ ਥਾਂ ਕਦੇ ਥਾਲੀਆਂ ਖੜਕਾ ਰਹੇ ਨੇ, ਕਦੇ ਭੰਗੜੇ ਪਾ ਰਹੇ ਨੇ, ਕਦੇ ਕੋਈ ਹੋਰ ਪੂਜਾ ਕਰ ਰਹੇ ਨੇ। ਔਰ ਇਹਨਾਂ ਦਾ ਇਹੀ ਪ੍ਰਧਾਨ ਮੰਤਰੀ ਮੋਦੀ ਖਲੋ ਕੇ ਕਹਿ ਰਿਹਾ ਕਿ ਅਸੀਂ 18 ਦਿਨ ਦੇ ਵਿੱਚ ਮਹਾਭਾਰਤ ਦਾ ਜੰਗ ਜਿੱਤਿਆ ਸੀ, ਅਸੀਂ 21 ਦਿਨ ਦਾ ਲਾਕਡਾਊਨ ਕਰ ਰਹੇ ਹਾਂ ਔਰ ਇਹ ਜਿਹੜਾ ਜੇ 18 ਦਿਨ 'ਚ ਅਸੀਂ ਮਹਾਭਾਰਤ ਜਿੱਤ ਸਕਦੇ ਹਾਂ ਤੇ 21 ਦਿਨਾਂ ਦੇ ਲਾਕਡਾਊਨ ਦੇ ਵਿੱਚ ਅਸੀਂ ਇਸ ਨੂੰ ਫਤਹ ਕਰ ਲਾਂਗੇ। ਔਰ ਅਸੀਂ ਦੇਖਦੇ ਹਾਂ ਕਿ 40-45 ਲੱਖ ਲਾਸ਼ਾਂ ਉਸ ਭਾਰਤ ਮਾਤਾ ਦੀ ਗੋਦ ਦੇ ਵਿੱਚ, ਜਿਸ ਨੂੰ ਇਹੀ ਮਾਤਾ ਕਹਿੰਦੇ ਨੇ, ਸਾਡੇ ਲਈ ਤਾਂ ਕੋਈ ਇਹ ਮਿੱਟੀ ਜਿਹੜੀ ਹੈ ਇਹ ਨਹੀਂ ਹੈ, ਅਸੀਂ ਤਾਂ ਇੱਕ ਰੱਬ 'ਚ ਯਕੀਨ ਰੱਖਣ ਵਾਲੇ ਹਾਂ।
ਔਰ ਇਹਨਾਂ ਦੇ ਲਈ ਇਹ ਵੰਦੇ ਮਾਤਰਮ ਹੈ ਜਿਹੜਾ ਇਹ ਹਰ ਇੱਕ ਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਇਸ ਸਾਰੇ ਦੇ ਬਾਵਜੂਦ ਕਿਉਂਕਿ ਸ਼ਾਇਦ ਉਸ ਮਿੱਟੀ ਦੇ ਵਿੱਚ ਗੁਲਾਮੀ ਕਬੂਲਣਾ, ਝੂਠ ਦੇ ਉੱਤੇ ਮਬਨੀ ਹੋਣਾ ਲਿਖਿਆ ਹੋਇਆ ਇਹਨਾਂ ਦੇ ਸਾਰੇ, ਨਹੀਂ ਤਾਂ ਜੇ ਇਵੇਂ ਨਾ ਹੁੰਦਾ ਤੇ 1000 ਸਾਲ ਇਹ ਜੁੱਤੀਆਂ ਨਾ ਖਾਂਦੇ ਔਰ ਕੋਈ ਆਵਾਜ਼ ਹੀ ਨਾ ਉੱਠੇ ਆਪਣੀ ਗੁਲਾਮੀ ਦੇ ਚੱਲਦੇ ਆ। ਲੇਕਿਨ ਅਸੀਂ ਜਦੋਂ ਸਿਚੁਏਸ਼ਨ ਨੂੰ ਬਿਆਨ ਰਹੇ ਹਾਂ ਤੇ ਫਿਰ ਇਹ 26 ਜਨਵਰੀ ਦੀ ਪੈਰੇਡ ਨੂੰ ਲੈ ਕੇ ਪਿਛਲੇ ਕੱਲ ਫੁੱਲ ਸਕੇਲ ਰਿਹਰਸਲ ਹੋਈ, ਕਿਉਂਕਿ 26 ਜਨਵਰੀ ਜਦੋਂ ਕਿ ਇਹਨਾਂ ਨੇ ਆਪਣਾ ਮਿਲਟਰੀ ਮਾਈਟ ਉਧਾਰੇ ਲਿਆਂਦੇ, ਜਿਹੜੇ ਉਹਨਾਂ ਤੋਂ ਕੋਈ ਹੋਰ ਇਕਵਿਪਮੈਂਟ ਹੈ ਰਸ਼ੀਆ ਦੀ ਜਾਂ ਰਾਫੇਲ ਜਹਾਜ਼ ਜਾਂ ਕੋਈ ਹੋਰ ਆਪਣਾ ਜੋ ਇਹ ਦਿਖਾਉਂਦੇ ਨੇ, ਜੋ ਡਰਾਮੇਬਾਜ਼ੀ ਕਰਦੇ ਨੇ, ਪਰ ਉਸ ਦੀ ਇੱਕ ਫੁੱਲ ਸਕੇਲ ਪੈਰੇਡ ਪਹਿਲਾਂ ਹੁੰਦੀ ਹੈ, ਉਹਨੂੰ ਰਿਹਰਸਲ ਪੈਰੇਡ ਕਿਹਾ ਜਾਂਦਾ ਹੈ, ਕਿਉਂਕਿ 26 ਜਨਵਰੀ ਨੂੰ ਫਿਰ ਫੁੱਲ ਸਕੇਲ ਪੈਰੇਡ ਹੋਏਗੀ, ਸਲੂਟ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਲੈਂਦਾ ਔਰ ਉਸ ਤੋਂ ਬਾਅਦ ਫਿਰ 2 ਦਿਨ ਬਾਅਦ ਜਿਹੜੀ ਹੈ ਸ਼ਾਇਦ ਰਿਟਰੀਟ ਸੈਰੇਮਨੀ ਹੁੰਦੀ ਹੈ। ਉਸ ਦੇ ਨਾਲ ਵੀ ਜੁੜਿਆ ਹੋਇਆ ਪੂਰਾ ਇੱਕ ਅੰਗਰੇਜ਼ਾਂ ਦੇ ਕੁੱਤੇ ਉਸ ਕਿਸਮ ਦੀ ਜਿਹੜੀ ਹੈ ਉਹਨਾਂ ਦਾ ਕਿ ਜੀ ਇਹ ਧੁਨਾਂ ਫਲਾਣੀਆਂ ਧੁਨਾਂ ਡਿਬੇਟ ਹੈ ਕਿ ਜੀ ਗਾਂਧੀ ਨੂੰ ਜਿਹੜੀ ਧੁਨ ਬੜੀ ਪਿਆਰੀ ਸੀ ਉਹ ਵਿੱਚੋਂ ਕੱਢ ਦਿੱਤੀ ਹੈ ਔਰ ਫਲਾਂ ਧੁਨ ਲੈ ਆਂਦੀ। ਪਰ ਜਿਵੇਂ ਅਸੀਂ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਅਮਰ ਜਵਾਨ ਜਯੋਤੀ ਜਿਹੜੀ ਕਿ 1972 ਦੇ ਵਿੱਚ ਸਥਾਪਿਤ ਕੀਤੀ ਗਈ, 50 ਸਾਲ ਬਾਅਦ ਉਹਨੂੰ ਬੁਝਾ ਕੇ ਡਰਾਮਾ ਕੀਤਾ ਗਿਆ ਕਿ ਜੀ ਅਸੀਂ ਹੁਣ ਸਾਰੇ ਸੋਲਜਰਸ ਦਾ ਵਾਰ ਮੈਮੋਰੀਅਲ ਬਣਾਇਆ ਤੇ ਉਹਨੂੰ ਜੋਤੀ ਨੂੰ ਦੀਪ ਸੇ ਦੀਪ ਜਲੇ, ਪਰ ਉਹ ਤੇ 2 ਜਲਦੇ ਦੀਪਾਂ ਦੇ ਨਾਲ ਉਹ ਕਿਵੇਂ ਜੋਤ ਨਾਲ ਜੋਤ ਮਿਲ ਗਈ ਪਤਾ ਨਹੀਂ, ਪਰ ਉੱਥੋਂ ਬੁਝਾ ਦਿੱਤਾ। ਔਰ ਜਿਉਂ ਹੀ ਇਹ ਕੰਟਰੋਵਰਸੀ ਪੂਰੇ ਤੌਰ ਤੇ ਖੜੀ ਹੋਈ, ਇਹਨਾਂ ਨੇ ਇੱਕ ਹੋਰ ਪੱਤਾ ਖੇਡਿਆ ਜਿੱਥੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜਾ ਬੁੱਤ ਹੈ ਉਹ ਇੰਡੀਆ ਗੇਟ ਦੇ ਵਿੱਚ ਲਾਵਾਂਗੇ ਔਰ ਜਾਰਜ ਪੰਚਮ ਜਿਹੜਾ ਜਿਸ ਦੀ ਮੂਰਤੀ ਜਿਹੜੀ ਹੈ 1968 ਤੱਕ ਜਿੱਥੇ ਸਥਾਪਿਤ ਸੀ, 1968 ਦੇ ਵਿੱਚ ਉਹਨੂੰ ਰਿਮੂਵ ਕਰ ਦਿੱਤਾ ਗਿਆ ਸੀ, ਉਸ ਥਾਂ ਦੇ ਉੱਤੇ ਮੋਦੀ ਨੇ ਅੱਜ ਸੁਭਾਸ਼ ਚੰਦਰ ਬੋਸ ਦਾ ਹੋਲੋਗ੍ਰਾਮ ਉਹ ਫਿੱਟ ਕੀਤਾ, ਲਾਇਆ ਔਰ ਆਉਣ ਵਾਲੇ ਸ਼ਾਇਦ 6 ਮਹੀਨੇ ਦਾ ਟਾਈਮ ਹੈ ਕਿ ਜੀ ਪੂਰੀ ਅਸੀਂ ਉਹਦੇ 'ਚ ਮੂਰਤੀ ਸਥਾਪਿਤ ਕਰਾਂਗੇ। ਸੋ ਇਹ ਇੱਕ ਹੋਰ ਇੱਕ ਪਾਸੇ ਜਿਵੇਂ ਅਸੀਂ ਕਿਹਾ ਵੀ ਆਪਣੀਆਂ ਫੇਲਿਅਰਸ ਤੋਂ ਜਾਂ ਨਾਕਾਮਯਾਬੀਆਂ ਦੇ ਉੱਤੇ ਪਰਦਾਪੋਸ਼ੀ ਕਰਨਾ, ਪਰ ਨਾਲ ਦੀ ਨਾਲ ਕਿਸੇ ਨਾ ਕਿਸੇ ਹੋਰ ਜਿਹਨੂੰ ਅਸੀਂ ਕਹਿੰਦੇ ਨੇ ਕੋਈ ਨਵਾਂ ਛੁੰਛੁਣਾ ਫੜਾ ਦਿੰਦੇ ਨੇ, ਫਿਰ ਲੋਕਾਂ ਦੇ ਵਿੱਚ ਇੱਕ ਡਿਬੇਟ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ, ਉਹਨਾਂ ਦੇ ਜਾਲੀ ਹਿਸਟੋਰੀਅਨ ਔਰ ਦੂਸਰੇ ਲਿਆ ਕੇ ਬਿਠਾਏ ਜਾਂਦੇ ਨੇ ਕਿ ਜੀ ਸੁਭਾਸ਼ ਚੰਦਰ ਬੋਸ ਨਾਲ ਕਾਂਗਰਸ ਨੇ ਕੀ ਕੀਤਾ, ਗਾਂਧੀ ਨੇ ਕੀ ਕੀਤਾ ਸੀ, ਨਹਿਰੂ ਨੇ ਕੀ ਕੀਤਾ ਔਰ ਦੇਖੋ ਅਸੀਂ ਜਿਹੜਾ ਕਿਵੇਂ ਉਹਨੂੰ ਆਨਰ ਕਰ ਰਹੇ ਹਾਂ। ਔਰ ਹੁਣ ਤਾਂ ਸਾਵਰਕਰ ਦੇ ਨਾਲ ਉਹਦੇ ਰਿਸ਼ਤੇ ਵੀ ਕੱਢ ਲਏ, ਜਿਹੜਾ ਸਾਵਰਕਰ ਆਈਕੋਨਿਕ ਫਿਗਰ ਹੈ ਹਿੰਦੂਤਵਾਦੀ, ਔਰ ਹੁਣ ਇਵੇਂ ਲੱਗ ਰਿਹਾ ਕਿ ਜਿਵੇਂ ਸੁਭਾਸ਼ ਚੰਦਰ ਬੋਸ ਨੂੰ ਵੀ ਜਿਵੇਂ ਇਹਨਾਂ ਨੇ ਪਟੇਲ ਨੂੰ, ਹਾਲਾਂਕਿ ਵਿਦਨ ਕਾਂਗਰਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸ ਦਾ ਸਟਾਂਸ ਐਂਟਾਈ ਮੁਸਲਿਮ ਸੀ, ਲੇਕਿਨ ਉਹ ਗਾਂਧੀ ਦਾ ਪੂਰੀ ਤਰ੍ਹਾਂ ਫਾਲੋਅਰ ਸੀ ਔਰ ਇਨ ਦਾ ਐਂਡ ਜੋ ਵੀ ਗਾਂਧੀ ਦੇ ਆਰਡਰ ਸੀ ਉਹਨੂੰ ਉਹ ਓਬੇ ਕਰਦਾ ਸੀ। ਨਹਿਰੂ ਦੇ ਨਾਲ ਵੀ ਭਾਵੇਂ ਉਹਦੇ ਡਿਫਰੈਂਸਿਸ ਸੀ ਬਟ ਇਵੈਂਚੁਅਲੀ ਜਿਹੜਾ ਉਹ ਫਾਲੋ ਕਰਦਾ ਸੀ ਉਸ ਨੂੰ। ਲੇਕਿਨ ਉਸ ਪਟੇਲ ਨੂੰ ਜਿਹਨੇ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਜਿਹੜਾ ਨਥੂਰਾਮ ਗੋਡਸੇ ਨੇ ਕੀਤਾ, ਕਿਉਂਕਿ ਹੁਣ ਤੋਂ ਠੀਕ ਜਦੋਂ ਅਸੀਂ 8 ਦਿਨ ਬਾਅਦ ਗੱਲ ਕਰਦੇ ਹਾਂ, ਅੱਜ 24 ਤਰੀਕ ਅਸੀਂ ਗੱਲ ਕਰ ਰਹੇ, 6 ਦਿਨ ਬਾਅਦ 30 ਜਨਵਰੀ 1948 ਨੂੰ ਗਾਂਧੀ ਦੀ ਹੱਤਿਆ, ਮਰਡਰ, ਅਸੈਸੀਨੇਸ਼ਨ ਨਥੂਰਾਮ ਗੋਡਸੇ ਨੇ ਬਿਰਲਾ ਮੰਦਿਰ ਦਿੱਲੀ ਦੇ ਵਿੱਚ ਕੀਤਾ ਸੀ। ਔਰ ਇਹ ਕਿਵੇਂ ਇੱਕ ਪਾਸੇ ਉਸੇ ਹੀ ਨਥੂਰਾਮ ਗੋਡਸੇ ਨੂੰ ਪੂਰਾ ਬਿਲਟ ਕਰ ਰਹੇ ਨੇ, ਉਸ ਦਾ ਮੰਦਿਰ ਵੀ ਸਥਾਪਿਤ ਕੀਤਾ ਗਿਆ ਔਰ ਕੱਲਾ ਇਹੀ ਨਹੀਂ, ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਸੁਪਰੀਮ ਕੋਰਟ ਨੇ ਅਲਾਉ ਕਰ ਦਿੱਤਾ ਹੈ ਨਥੂਰਾਮ ਗੋਡਸੇ ਦੀ ਉਹ ਸਟੇਟਮੈਂਟ ਜਿਹੜੀ ਜਿਸ ਤੇ ਪਾਬੰਦੀ ਸੀ ਜਦੋਂ ਉਸ ਦੇ ਉੱਤੇ ਟ੍ਰਾਇਲ ਚੱਲਿਆ, ਔਰ ਉਹਦੇ ਤੇ ਬੇਸਡ ਇਹਨਾਂ ਨੇ ਹੁਣ ਉਹਦੀ ਕਿਤਾਬ ਵੀ ਪਬਲਿਸ਼ ਕੀਤੀ ਹੈ, ਵਾਈ ਆਈ ਅਸੈਸੀਨੇਟਡ ਮਹਾਤਮਾ ਗਾਂਧੀ। ਉਸ ਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਉਹਨੂੰ ਐਮਾਜ਼ੋਨ ਦੇ ਉੱਤੇ ਜਿਹੜਾ ਉਹ ਉਸ ਦੀ ਰੇਟਿੰਗ ਕਿਸ ਲੈਵਲ ਤੱਕ ਲੈ ਗਏ ਨੇ ਔਰ ਅਮੰਗਸ ਦਾ ਬੈਸਟ ਸੈਲਰਸ ਉਹਨੂੰ ਕਿਵੇਂ ਬਣਾਇਆ। ਸੋ ਇੱਕ ਪਾਸੇ ਗਾਂਧੀ ਨੂੰ ਜਿਹੜਾ ਉਹ ਬਿਲਕੁਲ ਮਾਈਨਸ ਕਰਨ ਦੀ ਲਾਈਨ, ਲੇਕਿਨ ਤੁਸੀਂ ਦੇਖੋਗੇ ਕਿ 30 ਜਨਵਰੀ ਨੂੰ ਪਹੁੰਚਦੇ ਆ ਗਾਂਧੀ ਦੀ ਸਮਾਧ ਤੇ ਵੀ ਇਹ ਡਰਾਮੇਬਾਜ਼ ਪਹੁੰਚਿਆ ਹੋਏਗਾ।
ਸੋ ਹਿੰਦੂਤਵਾਦੀ ਵਿਚਾਰਧਾਰਾ ਵਾਲੇ ਆਰਐਸਐਸ ਵਾਲੇ ਇਵੇਂ ਲੈਫਟ ਐਂਡ ਰਾਈਟ ਆਪਣੀਆਂ ਗੇਮਸ ਪਲੇ ਕਰ ਰਹੇ ਨੇ ਕਿ ਜੇ ਤੁਸੀਂ ਬ੍ਰਾਹਮਣ ਮਾਈਂਡ ਨੂੰ ਸਮਝਦੇ ਨਾ ਹੋਵੋ ਜਾਂ ਬ੍ਰਾਹਮਣਵਾਦ ਨੂੰ ਉਸ ਦੀ ਜੜ ਤੱਕ ਪਹੁੰਚ ਕੇ ਨਾ ਦੇਖਦੇ ਹੋ ਤੇ ਫਿਰ ਇੱਕ ਭੰਬਲ ਭੂਸੇ ਤੋਂ ਬਿਨਾਂ, ਔਰ ਭੰਬਲ ਭੂਸਾ ਦੂਸਰਾ ਸਭ ਤੋਂ ਸਟਰੋਂਗ ਵੈਪਨ ਹੈ ਜਿਹੜਾ ਇਹਨਾਂ ਦਾ ਹਿੰਦੂਤਵੀਆਂ ਦਾ, ਬ੍ਰਾਹਮਣਵਾਦ ਦਾ। ਸੋ ਜ਼ਾਹਿਰ ਹੈ ਉਸ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ। ਪਰ ਜੇ 26 ਜਨਵਰੀ ਦੇ ਹਵਾਲੇ ਨਾਲ ਅਸੀਂ ਦੇਖੀਏ ਕਿ ਕਿਵੇਂ ਇਹਨਾਂ ਨੇ ਯਕੀਨੀ ਬਣਾਇਆ ਕਿ ਕੋਈ ਵੀ ਹੋਰ ਥੀਮ, ਹੁਣ ਜਿਸ ਇੱਕ ਪਾਸੇ ਤਾਂ ਸੁਭਾਸ਼ ਚੰਦਰ ਬੋਸ ਦੀ ਮੂਰਤੀ ਸਥਾਪਿਤ ਕਰਨ ਜਾਂ ਸਿੰਬੋਲਿਕ ਹੋਲੋਗ੍ਰਾਮ ਦੀ ਗੱਲ ਹੋ ਰਹੀ ਹੈ, ਪਰ ਦੂਸਰੇ ਪਾਸੇ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਔਰ ਆਪਣੇ ਢੰਗ ਦੇ ਨਾਲ, ਕਿਉਂਕਿ ਇਸ ਪੈਰੇਡ ਦੇ ਵਿੱਚ ਸੈਲੈਕਟ ਝਾਂਕੀਆਂ ਹੁੰਦੀਆਂ ਨੇ ਔਰ ਸਟੇਟ ਦੀ ਨੁਮਾਇੰਦਗੀ ਹੁੰਦੀ ਹੈ ਕਿ ਸਟੇਟ ਨੇ ਕੀ ਭੇਜਣਾ, ਲੇਕਿਨ ਵੈਸਟ ਬੰਗਾਲ ਦੀ ਝਾਂਕੀ ਜਿਹਦੇ ਤੇ ਉਹਨੇ ਪ੍ਰੋਟੈਸਟ ਵੀ ਕੀਤਾ ਮਮਤਾ ਬੈਨਰਜੀ ਨੇ, ਉਹ ਇਸ ਪੈਰੇਡ ਦੇ ਵਿੱਚ ਸ਼ਾਮਲ ਹੀ ਨਹੀਂ ਕੀਤੀ ਜਾ ਰਹੀ। ਹੁਣ ਉਹ ਸੁਭਾਸ਼ ਚੰਦਰ ਬੋਸ ਜਿਹਨੂੰ ਇਹ ਇੱਕ ਆਈਕੋਨਿਕ ਫਿਗਰ ਬਣਾ ਕੇ ਹਿੰਦੂਤਵਾਦੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਹੋਰ ਵੀ ਪ੍ਰਚਾਰਨਾ ਹੈ। ਪਹਿਲਾਂ ਤਾਂ ਸਬਡਿਊਡ ਜਿਹਾ ਸੀ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਰ ਉਸ ਸਿੰਬਲ ਦਾ, ਐਨ ਬੰਗਾਲ ਚੋਣਾਂ ਤੋਂ ਪਹਿਲਾਂ ਜੇ ਤੁਸੀਂ ਮੋਦੀ ਦੀ ਸ਼ਕਲ ਦੇਖੋ ਕੋਵਿਡ ਦੇ ਚੱਲਦੇ ਆ, ਉਹਨੇ ਵਾਲ ਵਧਾਏ ਹੋਏ ਸੀ, ਦਾੜੀ ਵਧਾਈ ਹੋਈ ਸੀ, ਉਹ ਆਪਣੇ ਆਪ ਨੂੰ ਟੈਗੋਰ ਦੀ ਸ਼ਕਲ ਦਾ ਦਿਖਾ ਕੇ ਬੰਗਾਲੀਆਂ ਤੋਂ ਵੋਟਾਂ ਲੈਣੀਆਂ ਸੀ। ਸੁਭਾਸ਼ ਚੰਦਰ ਬੋਸ ਦੇ ਨਾਂ ਦੇ ਥੱਲੇ ਵੀ ਸਿਆਸਤ ਦੀ ਖੇਡ ਖੇਡੀ ਗਈ, ਪਰ ਕਿਉਂਕਿ ਉੱਥੇ ਮਮਤਾ ਬੈਨਰਜੀ ਇਹਦੇ ਤੋਂ ਜ਼ਿਆਦਾ ਸਮਾਰਟ ਹੈ, ਉਹਨਾਂ ਨੇ ਆਲਰੇਡੀ ਬੰਗਾਲ ਦੇ ਵਿੱਚ ਕਲਕੱਤਾ ਰਾਜਧਾਨੀ ਤੋਂ ਲੈ ਕੇ ਥਾਂ ਥਾਈਂ ਸੁਭਾਸ਼ ਚੰਦਰ ਬੋਸ ਔਰ ਅਰਵਿੰਦੋ ਘੋਸ਼ ਔਰ ਰਾਮਾ ਕ੍ਰਿਸ਼ਨਾ ਪਰਮਹੰਸ ਔਰ ਸਵਾਮੀ ਵਿਵੇਕਾਨੰਦ ਔਰ ਜਿੰਨੇ ਵੀ ਉਹਨਾਂ ਦੇ ਇਸ ਕਿਸਮ ਦੇ ਫਰੀडम ਫਾਈਟਰ ਦੇ ਵਿੱਚ ਜਾਂ ਉਹਨਾਂ ਦੇ ਇੰਟੈਲੈਕਚੁਅਲਸ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਬੁੱਤ ਲਾਏ ਹੋਏ ਨੇ, ਉਹਨਾਂ ਦੇ ਨਾਂ ਦੇ ਉੱਤੇ ਲਾਇਬ੍ਰੇਰੀਆਂ, ਮਿਊਜ਼ੀਅਮ, ਇਹ ਉਹ। ਸੋ ਉੱਥੇ ਜਾ ਕੇ ਇਹ ਨਾ ਟੈਗੋਰ ਵਾਲੀ ਆਪਣੀ ਸ਼ਕਲ ਵੇਚ ਸਕਿਆ, ਨਾ ਸੁਭਾਸ਼ ਚੰਦਰ ਬੋਸ ਵੇਚ ਸਕਿਆ। ਹੁਣ ਦਿੱਲੀ 'ਚ ਬੋਸ ਨੂੰ ਵੇਚ ਰਹੇ ਨੇ, ਪਰ ਬੰਗਾਲ ਦੀ ਜਿਹੜੀ ਝਾਂਕੀ ਹੈ ਉਹ ਉਹਦੇ 'ਚ ਸ਼ਾਮਲ ਨਹੀਂ ਕੀਤੀ ਗਈ ਔਰ ਇਸ ਦੇ ਉੱਤੇ ਉਹਨੇ ਮਮਤਾ ਬੈਨਰਜੀ ਨੇ ਪ੍ਰੋਟੈਸਟ ਕੀਤਾ। ਇਵੇਂ ਹੀ ਅਸੀਂ ਡਿਸਕਸ ਕੀਤਾ ਸੀ ਕਿ ਤਮਿਲਨਾਡੂ ਵੀ, ਜਿੱਥੋਂ ਇਹ ਚਾਹੁੰਦੇ ਸੀ ਆਪਣੀ ਮਰਜ਼ੀ ਦਾ ਕੋਈ ਆਈਕੋਨਿਕ ਉਹਨਾਂ ਦਾ ਉੱਥੋਂ ਕੱਢ ਕੇ, ਪਰ ਉਹਨਾਂ ਦਾ ਤਾਂ ਹੁਣ ਸਟਾਲਿਨ ਉੱਥੇ ਚੀਫ ਮਿਨਿਸਟਰ ਹੈ ਔਰ ਉਹਨਾਂ ਦੀ ਆਈਕੋਨਿਕ ਫਿਗਰ ਤਾਂ ਉਹੀ ਅੰਨਾ ਦੁਰਾਈ ਹੈ ਜਿਹਨੇ ਮੰਦਰਾਂ 'ਚੋਂ ਸਾਰੇ ਬੁੱਤ ਬਾਹਰ ਸੁਟਾਏ, ਬਾਹਮਣ ਨੂੰ ਬਾਹਰ ਕੱਢਿਆ ਔਰ ਬ੍ਰਾਹਮਣਵਾਦ ਦਾ ਐਂਡ ਜਿਹੜੀ ਡੀਐਮਕੇ ਦਰਾਵੜ ਮੁਨੇਤਰ ਕਜਗਮ ਜਿਹੜੀ ਓਰੀਜਨਲੀ ਫਾਊਂਡ ਕੀਤੀ ਅੰਨਾ ਦੁਰਾਈ ਨੇ। ਵੱਖਰੀ ਗੱਲ ਹੈ ਕਿ ਡਾਊਨ ਦਾ ਰੋਡ ਡੀਐਮਕੇ, ਅੰਨਾ ਡੀਐਮਕੇ ਔਰ ਫਿਰ ਜੈ ਲਲਿਤਾ ਜਿਹੜੀ ਹੁਣ ਮਰ ਗਈ ਉਹਦੀ ਪਾਰਟੀ, ਲੇਕਿਨ ਉਸ ਤਮਿਲਨਾਡੂ ਦੀ ਧਰਤੀ ਤੇ ਅਜੇ ਤੱਕ ਇਹਦੇ ਬਾਵਜੂਦ ਕਿ ਇਹ ਆਪਣਾ ਨਫ਼ਰਤ ਦਾ ਪ੍ਰਚਾਰ, ਉੱਥੇ ਵੀ ਐਂਟਾਈ ਮੁਸਲਿਮ ਕਾਰਡ ਇਹਨਾਂ ਨੇ ਖੇਲਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਦੀ ਗੱਲ ਚੱਲੀ ਨਹੀਂ। ਕੇਰਲਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਹੁਣ ਇੱਕ ਪਾਸੇ ਕਿਉਂਕਿ ਜਦੋਂ ਇਹਨਾਂ ਨੇ ਬੁੱਧ ਧਰਮ ਦਾ ਖਾਤਮਾ ਕਰਨ ਦੇ ਲਈ ਜੋ ਸ਼ੰਕਰਾ ਜਿਹਨੂੰ ਇਹਨਾਂ ਨੇ ਆਚਾਰੀਆ ਦਾ ਟਾਈਟਲ ਦਿੱਤਾ, ਆਚਾਰੀਆ ਦਾ ਮਤਲਬ ਗ੍ਰੇਟ ਟੀਚਰ, ਉਹ ਇੱਕ ਨੰਬੂਦਰੀ ਬ੍ਰਾਹਮਣ ਸੀ, ਕੇਰਲਾ ਦੇ ਵਿੱਚ ਪੈਦਾ ਹੋਇਆ ਔਰ ਇਹਨਾਂ ਦੀ ਜਿੱਥੇ ਇਹ ਹੁਣ ਬ੍ਰਾਹਮਣਵਾਦ ਦੇ ਸਾਰੇ ਜਿਹੜੇ ਇਹਨਾਂ ਦੇ ਰੀਅਲ ਮਰਡਰਰ ਕਰੈਕਟਰ ਵੀ ਨੇ, ਉਹਨਾਂ ਨੂੰ ਨੋਬਿਲਿਟੀ ਦੇ ਨਾਲ ਪ੍ਰੈਜ਼ੈਂਟ ਕਰ ਰਹੇ ਨੇ, ਨਾਲ ਦੀ ਨਾਲ ਉਹ ਜਿਹੜੇ ਨਾਨ ਐਗਜ਼ਿਸਟੈਂਟ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਕਰੈਕਟਰ ਬਣਾ ਰਹੇ ਨੇ। ਸੋ ਇਹਨਾਂ ਨੇ ਕੇਰਲਾ ਸਰਕਾਰ ਨੂੰ, ਜਿੱਥੇ ਬੀਜੇਪੀ ਨੂੰ ਇੱਕ ਸੀਟ ਵੀ ਇਸ ਵਾਰ ਨਹੀਂ ਮਿਲੀ, ਉਹਨਾਂ ਨੇ ਚਾਹਿਆ ਸੀ ਕਿ ਸ਼ੰਕਰਾ ਨੂੰ ਦੀ ਮੂਰਤੀ ਵਾਲਾ ਫਲੋਟ ਭੇਜੋ, ਪਰ ਉਹਨਾਂ ਨੇ ਜਿਹੜਾ ਆਪਣਾ ਸਮਾਜ ਸੁਧਾਰਕ ਲੋਕਲ ਜਿਹਨੇ ਜ਼ਾਤ-ਪਾਤ ਦੇ ਖਿਲਾਫ ਜਿਹੜਾ ਖੜਾ ਹੋਇਆ ਉਹਦੀ ਮੂਰਤੀ ਬਣਾਈ ਔਰ ਉਹਨਾਂ ਨੇ ਕੇਰਲਾ ਨੂੰ ਵੀ ਰਿਜੈਕਟ ਕੀਤਾ। ਔਰ ਮੇਰੀ ਇਹ ਦਿਲਚਸਪੀ ਸੀ ਕਿ ਪੰਜਾਬ ਦੀ ਝਾਂਕੀ ਦੇ ਵਿੱਚ ਕੀ ਹੋਏਗਾ, ਕਿ ਪੰਜਾਬ ਨੂੰ ਇਹ ਉਸੇ ਤਰ੍ਹਾਂ ਔਰ ਉਹੀ ਜੋ ਕੰਮ ਇਹ ਕਰਦੇ ਨੇ ਔਰ ਪੰਜਾਬ ਦੀ ਹਕੂਮਤਾਂ ਉੱਥੇ ਕੋਈ ਵੀ ਆ ਜਾਏ ਉਹੀ ਰਾਜਗੁਰੂ ਸੁਖਦੇਵ ਭਗਤ ਸਿੰਘ ਦੇ ਨਾਂ ਨੂੰ, ਕਿਉਂਕਿ ਇੱਕ ਪਾਸੇ ਇਹ ਜਿੱਥੇ ਕਿ ਸੁਭਾਸ਼ ਚੰਦਰ ਬੋਸ ਨੂੰ ਹਿੰਦੂਤਵਾ ਬਣਾ ਕੇ ਪ੍ਰੈਜ਼ੈਂਟ ਕਰਦੇ ਨੇ, ਸ਼ਹੀਦ ਭਗਤ ਸਿੰਘ ਉਸ ਨੂੰ ਵੀ ਇਹ ਆਰੀਆ ਸਮਾਜੀ ਸਾਬਤ ਕਰਦੇ ਨੇ, ਜਿਵੇਂ ਜਿਹੜਾ ਉਹ ਬੰਦਾ ਸਿੰਘ ਬਹਾਦਰ ਨੂੰ ਇਹ ਮਾਧੋ ਦਾਸ ਵੈਰਾਗੀ ਨਾਲ ਜੋੜ ਕੇ ਔਰ ਆਪਣੇ ਨਾਲ ਜੋੜਦੇ ਨੇ। ਸੋ ਇਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਭਾਈ ਇਹ ਭਗਤ ਸਿੰਘ ਸਿਰਫ ਉਹ ਗਾਂਧੀ ਨੂੰ ਨੈਗੇਟ ਕਰਨ ਦੇ ਲਈ ਵੀ ਭਗਤ ਸਿੰਘ ਦਾ ਨਾਂ ਇਸਤੇਮਾਲ ਕਰਦੇ ਨੇ। ਇਹਨਾਂ ਦਾ ਜਿੰਨਾ ਆਰਐਸਐਸ ਦਾ ਪ੍ਰੋਪੇਗੈਂਡਾ ਤੰਤਰ ਹੈ ਕਿ ਜਿਹਦੇ 'ਚ ਇਹ ਹੁੰਦਾ ਹੈ
ਕਿ ਜੀ ਦੇਖੋ ਜੇ ਗਾਂਧੀ ਕਹਿੰਦਾ ਤੇ ਭਗਤ ਸਿੰਘ ਦੀ ਫਾਂਸੀ ਰੁਕ ਸਕਦੀ ਸੀ। ਔਰ ਫਿਰ ਭਗਤ ਸਿੰਘ ਦੇ ਉੱਤੇ ਜੇ ਤੁਸੀਂ 3-4 ਜਿੰਨੀਆਂ ਵੀ ਫਿਲਮਾਂ ਬਣੀਆਂ ਨੇ ਉਹਦੇ 'ਚ ਉਹਦਾ ਲਾਹੌਰ ਚੋਂ ਨਿਕਲਣ ਲੱਗਿਆਂ ਕੇਸ ਕਤਲ ਕਰਾਉਣਾ, ਉਸ ਨੂੰ ਇਹ ਕਿਵੇਂ ਪ੍ਰੈਜ਼ੈਂਟ ਕਰਦੇ ਨੇ ਕਿ ਜਦੋਂ ਭਗਤ ਸਿੰਘ ਜਿਹੜਾ ਹੈ ਉਹ ਨਿਕਲ ਕੇ ਆਪਣੇ ਕੇਸ ਕਤਲ ਕਰਾ ਕੇ ਇੱਕ ਘੋਨ ਮੋਹਨ ਫਾਰਮ ਦੇ ਵਿੱਚ ਆਪਣੇ ਇੱਕ ਦੋਸਤ ਨੂੰ ਮਿਲਦਾ ਜਾ ਕੇ ਦਿੱਲੀ ਪਹੁੰਚਦਾ ਤੇ ਉਸ ਨੂੰ ਪੁੱਛਦਾ ਹੈ ਕਿ ਵੀ ਉਹਦਾ ਡਾਇਲੌਗ ਸੀ ਫਿਲਮ ਦਾ ਕਿ ਭਗਤ ਸਿੰਘ तुम्हारे केश कहाँ गए ਤੇ ਅੱਗੋਂ ਕਹਿੰਦਾ ਭਾਰਤ ਮਾਤਾ ਕੋ ਸਮਰਪਣ ਕਰ ਦਈਏ। ਹੁਣ ਇਹ ਇੱਕ ਉਹ ਖਤਰਨਾਕ ਆਈਡੀਓਲੋਜੀ ਜਿਹੜੀ ਹਮੇਸ਼ਾ ਜਦੋਂ ਇਹ ਸਿੱਖਾਂ ਨੂੰ ਦੇ ਨਾਲ ਇਹ ਡਿਬੇਟ ਕਰਦੇ ਨੇ ਤੇ ਇਹ ਸਵਾਲ ਕਿ ਜੀ ਤੁਸੀਂ ਦੱਸੋ ਕਿ ਤੁਹਾਨੂੰ ਦੇਸ਼ ਪਹਿਲਾਂ ਹੈ ਕਿ ਧਰਮ ਪਹਿਲਾਂ ਔਰ ਭਗਤ ਸਿੰਘ ਦੇ ਮੂੰਹੋਂ ਇਹ ਡਾਇਲੌਗ ਕਹਾਣਾ ਕਿ ਭਾਈ ਜੇ ਸਿੱਖ ਨਹੀਂ ਵੀ ਰਿਹਾ ਜਾਂਦਾ ਤੇ ਕੋਈ ਗੱਲ ਨਹੀਂ, ਭਾਰਤ ਮਾਤਾ ਜਿਹੜੀ ਹੈ ਉਹ ਸਿੱਖੀ ਤੋਂ ਵੀ ਉੱਪਰ ਹੈ। ਸੋ ਇਹ ਇਹਨਾਂ ਦੇ ਲਈ ਆਪਣਾ ਇਹ ਸੌਦਾ ਵੇਚਣ ਦੇ ਲਈ ਭਗਤ ਸਿੰਘ ਦਾ ਨਾਂ ਔਰ ਇਹੀ ਡਰਾਮਾ ਜਦੋਂ ਹੁਣ ਮੋਦੀ ਨੇ ਵੀ ਸਾਰਾ ਡਰਾਮਾ ਕੀਤਾ ਜਿਹੜਾ 5 ਜਨਵਰੀ ਨੂੰ ਇਹਨੇ ਫਿਰੋਜ਼ਪੁਰ ਰੈਲੀ ਐਡਰੈਸ ਕਰਨੀ ਸੀ, ਐਨ ਮੌਕੇ ਤੇ ਬਠਿੰਡੇ ਤੋਂ ਹੋਇਆ ਕਿ ਜੀ ਉਹ ਜਾਣਾ ਸੜਕ ਦੇ ਉੱਤੇ 116 ਕਿਲੋਮੀਟਰ ਸਫ਼ਰ ਕਰਨਾ ਤੇ ਉਹਨੇ ਜਾਣਾ ਜਿਹੜਾ ਸੀ ਹੁਸੈਨੀ ਵਾਲਾ ਸੀ ਕਿ ਜੀ ਭਗਤ ਸਿੰਘ ਦੀ ਜਿਹੜਾ ਸਮਾਧੀ ਦੇ ਉੱਤੇ ਰਾਜਗੁਰੂ ਸੁਖਦੇਵ ਭਗਤ ਸਿੰਘ ਉਹਨੇ ਫੁੱਲ ਰੱਖਣੇ ਨੇ। ਸੋ ਇਹ ਭਗਤ ਸਿੰਘ ਉਹਨਾਂ ਨੂੰ ਸੂਟ ਕਰਦਾ ਔਰ ਉਸੇ ਤਰੀਕੇ ਦੇ ਨਾਲ ਰਾਜਗੁਰੂ ਸੁਖਦੇਵ ਦੇ ਨਾਲ ਇਹਨਾਂ ਦਾ ਉਹ ਹਿੰਦੂਤਵਾ ਦਾ ਮੰਤਰ ਔਰ ਭਗਤ ਸਿੰਘ ਦੀ ਫੈਮਿਲੀ ਬੈਕਗ੍ਰਾਉਂਡ ਵੀ ਆਰੀਆ ਸਮਾਜ ਦੇ ਨਾਲ ਜਾ ਕੇ ਜੁੜਦੀ ਹੈ। ਉਹਦਾ ਪਿਓ ਕਿਸ਼ਨ ਸਿੰਘ ਔਰ ਦੂਜਾ ਉਹਨਾਂ ਦਾ ਸਿੱਖ ਲੈਗੇਸੀ ਨੂੰ ਪਾਸੇ ਕਰਕੇ ਔਰ ਇਹਨਾਂ ਨੇ ਕਿਉਂਕਿ ਪੰਜਾਬ ਵਾਲੇ ਤਾਂ ਉਸ ਦੀ ਉਹ ਸਿਰ ਦੇ ਉੱਤੇ ਪੱਗ ਰੱਖ ਦਿੰਦੇ ਨੇ ਸਰਕਾਰ ਦੇ, ਲੇਕਿਨ ਜੇ ਤੁਸੀਂ ਇਹਨਾਂ ਦਾ ਆਈਕੋਨਿਕ ਬਣਾਓ ਦੇਖੋਗੇ ਜਿੱਥੇ ਭਗਤ ਸਿੰਘ ਨੂੰ ਵੀ ਇਹਨਾਂ ਨੇ ਬਣਾਇਆ ਹੋਇਆ ਤੇ ਉਸ ਦੇ ਸਿਰ ਦੇ ਉੱਤੇ ਹੈਟ ਔਰ ਦੂਜਾ ਅਦਰਵਾਈਜ਼ ਹਰ ਅੰਗਰੇਜ਼ੀ ਚੀਜ਼ ਨੂੰ ਨਫ਼ਰਤ ਕਰਨ ਵਾਲੇ ਉੱਥੇ ਉਹਨਾਂ ਨੂੰ ਕਿਉਂਕਿ ਸੂਟ ਕਰਦਾ ਵੀ ਭਗਤ ਸਿੰਘ ਦੇ ਸਿਰ ਦੇ ਉੱਤੇ ਪੱਗ ਨਾ ਹੋਏ ਜਾਂ ਸਿੱਖੀ ਸਰੂਪ ਵਾਲਾ। ਔਰ ਹਾਲਾਂਕਿ ਭਗਤ ਸਿੰਘ ਦੀਆਂ 4 ਤਸਵੀਰਾਂ ਅਵੇਲੇਬਲ ਨੇ ਓਰੀਜਨਲ, ਉਹਨਾਂ ਚੋਂ 3 ਉਹਦੀਆਂ ਸਿੱਖੀ ਸਰੂਪ ਵਾਲੀਆਂ ਨੇ, ਲੇਕਿਨ ਇਹਨਾਂ ਨੇ ਉਸ ਨੂੰ ਉਸੇ ਰੰਗ ਦੇ ਵਿੱਚ ਪੇਸ਼ ਕੀਤਾ ਔਰ ਮੇਰਾ ਖਿਆਲ ਹੈ ਪੰਜਾਬ ਦੀ ਝਾਕੀ ਦਿਖਾਈ ਵੀ ਹੈ ਸਕਰੀਨ ਦੇ ਉੱਤੇ ਕਿ ਨਹੀਂ ਜੀ ਹਾਂ। ਔਰ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਉਸੇ ਤਰੀਕੇ ਨਾਲ ਬਾਕੀ ਉਹੀ ਪੰਜਾਬ 'ਚ ਜਿੱਥੇ ਕਿ ਕਿਸਾਨਾਂ ਦੇ ਵੀ ਸੁਸਾਈਡ ਹੁੰਦੇ ਨੇ ਔਰ ਲਗਾਤਾਰਤਾ ਨਾਲ ਡਰੱਗਸ ਦਾ ਵੀ ਇਹਨਾਂ ਨੇ ਪੂਰਾ ਜ਼ੋਰ ਔਰ ਹੁਣ ਤਾਂ ਉੱਥੇ ਕੀ ਬਣਾਇਆ ਹੋਇਆ ਮਾਹੌਲ ਉੱਥੇ ਨਾਲ ਦੀ ਨਾਲ ਇਹ ਵੀ ਦੱਸ ਦੇਣਾ ਕਿ ਜੀ ਭੰਗੜੇ ਪਾ ਰਹੇ ਨੇ ਜਿਵੇਂ ਆਪਣਿਆਂ ਦੀਆਂ ਲਾਸ਼ਾਂ ਦੇ ਉੱਤੇ ਕੋਈ ਭੰਗੜਾ ਪਾ ਰਿਹਾ ਹੋਏ ਔਰ ਇਸ ਕਿਸਮ ਦਾ ਇਮੇਜ ਕਿਉਂਕਿ ਇਹ ਉਹਨਾਂ ਨੂੰ ਨਚਾਰ ਚਾਹੀਦੇ ਨੇ ਤੇ ਸ਼ੋਅ ਕਰਨ ਦੇ ਲਈ ਉਹਨਾਂ ਨੇ ਇਹ ਪਾਰਟ ਰੱਖਿਆ ਹੋਇਆ ਔਰ ਜਿਵੇਂ ਅਸੀਂ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਜਿਹੜੀ ਡਿਬੇਟ ਇਸ ਵੇਲੇ ਮੈਂ ਦੇਖ ਰਿਹਾ ਕਿ ਕਿਵੇਂ ਹੌਲੀ ਇੱਕ ਪਾਸੇ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਸਿੱਖਾਂ ਦੇ ਨਾਇਕ ਤੇ ਹੀਰੋ ਖਿਸਕਾਏ ਗਏ। ਬਿਲਕੁਲ ਵੀਰ ਹਕੀਕਤ ਰਾਏ ਜਿਹਨੂੰ ਬਣਾ ਕੇ ਵੀਰ ਔਰ ਉਹਦਾ ਮਹਾ ਦੇਵੀ ਦੇ ਨਾਲ ਜੋੜ ਦਿੱਤਾ ਕਿ ਜੀ ਉਹਦੀ ਹਕੀਕਤ ਦੀ ਸ਼ਹਾਦਤ ਇਸ ਲਈ ਹੋਈ ਕਿਉਂਕਿ ਇੱਕ ਮੁਸਲਿਮ ਸਹਿਪਾਠੀ ਨੇ ਜਿਹੜੀ ਹੈ ਉਹ ਮਾਤਾ ਨੂੰ ਦੁਰਗਾ ਮਾਤਾ ਨੂੰ ਬੁਰਾ ਭਲਾ ਕਿਹਾ ਔਰ ਉਹਨੇ ਪ੍ਰੋਟੈਸਟ ਕੀਤਾ, ਉਹਨੂੰ ਮਾਰਤਾ, ਉਹਨੂੰ ਉਹ ਸਿੱਖ ਬੱਚਾ ਹਕੀਕਤ ਇਹਨਾਂ ਦਾ ਵੀਰ ਹਕੀਕਤ ਰਾਏ ਬਣ ਗਿਆ। ਬੰਦਾ ਸਿੰਘ ਬਹਾਦਰ ਦੀ ਅਸੀਂ ਗੱਲ ਕੀਤੀ, ਉਹਨੂੰ ਮਾਧੋ ਦਾਸ ਵੈਰਾਗੀ ਬਣਾ ਕੇ ਤੇ ਬੰਦਾ ਵੈਰਾਗੀ ਬਣਾਇਆ ਜਾਂਦਾ ਔਰ ਹੁਣ ਅਸੀਂ ਲੇਟਲੀ ਦੇਖਿਆ ਕਿ ਕਿਵੇਂ ਜਿਹੜਾ ਵੀਰ ਬਾਲ ਦਿਵਸ ਦੇ ਥੱਲੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਉਹਨਾਂ ਨੇ ਆਪਣੇ ਰੰਗ ਦੇਣ ਦੇ ਲਈ ਆਲਰੇਡੀ ਉਹਦੀ ਗਰਾਊਂਡ ਤਿਆਰ ਕਰ ਲਈ ਹੈ ਔਰ ਗੁਜਰਾਤ ਅਹਿਮਦਾਬਾਦ ਦੇ ਵਿੱਚ ਰੇਪਿਸਟ ਆਸਾਰਾਮ ਦੇ ਸਕੂਲ ਦੇ ਵਿੱਚ ਉਹਨਾਂ ਨੇ ਹਿੰਦੂ ਬੱਚਿਆਂ ਦੇ ਸਿਰਾਂ ਤੇ ਟੋਪੀਆਂ ਰਖਾ ਕੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਰੂਪ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਜਿਹੜਾ ਉਹ ਡਰਾਮਾ ਵੀ ਸਕੂਲ ਦੇ ਵਿੱਚ ਆਰਗੇਨਾਈਜ਼ ਕੀਤਾ। ਪਰ ਹੁਣ ਅਸੀਂ ਇਹ ਦੇਖ ਰਹੇ ਹਾਂ ਹਾਲਾਂ ਬਹੁਤ ਵਾਰ ਜਦੋਂ INA ਦਾ ਜ਼ਿਕਰ ਹੁੰਦਾ ਜੇ ਇੰਡੀਅਨ ਨੈਸ਼ਨਲ ਆਰਮੀ ਆਜ਼ਾਦ ਹਿੰਦ ਫੌਜ ਜਿਹਦੇ ਲਈ ਇਹ ਲਫ਼ਜ਼ ਕਿਹਾ ਜਾਂਦਾ ਨੇ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਵੇਂ BJP ਦੀ ਸਪੈਲ ਦੇ ਥੱਲੇ ਜਾਂ ਉਹਨਾਂ ਦੀ ਉਸ ਖਰੀਦ ਲਿਸਟ ਦੇ ਵਿੱਚ ਆਪਣੇ ਪੱਗਾਂ ਵਾਲੇ ਲੋਕ ਕਿਵੇਂ ਡਿਗੇ ਜਾਂ ਡਿਗ ਰਹੇ ਨੇ ਕੈਪਟਨ ਅਮਰਿੰਦਰ ਤੋਂ ਲੈ ਕੇ ਔਰ ਢੀਂਡਸਾ ਔਰ ਐਂਡ ਕੰਪਨੀ ਔਰ ਕਿੰਨੇ ਹੋਰ ਲੋਕ ਤੇ ਉੱਥੇ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਪ੍ਰੀ 47 ਪੀਰੀਅਡ 'ਚ ਵੀ ਅਕਸਰ ਅਸੀਂ ਜ਼ਿਕਰ ਕਰਦੇ
ਕਿ ਕਿਵੇਂ ਸਾਡੇ ਲੋਕਾਂ ਨੂੰ, ਸਿੱਖ ਕੌਮ ਨੂੰ ਰਾ ਮੈਟੀਰੀਅਲ ਦੇ ਤੌਰ ਤੇ ਕੱਚਾ ਈਂਧਨ ਜਿਹਨੂੰ ਕਹਿੰਦੇ ਨੇ ਉਹ ਇਸਤੇਮਾਲ ਕੀਤਾ ਗਿਆ। ਔਰ ਜੇ 42,000 ਇਨੀਸ਼ੀਅਲ ਟਰੂਪਸ ਜਿਨ੍ਹਾਂ ਦੇ ਉੱਤੇ ਆਜ਼ਾਦ ਹਿੰਦ ਫੌਜ ਮਬਨੀ ਸੀ, ਜਿਹੜੇ ਜਰਮਨ ਔਰ ਜਾਪਾਨੀ ਫੌਜਾਂ ਦੀ ਕੈਦ ਵਿੱਚ ਸਨ, ਕਿਉਂਕਿ ਉਹ ਇੰਡੀਪੈਂਡੈਂਟ ਕੋਈ ਸੋਲਜਰ ਨਹੀਂ ਸੀ ਜਿਨ੍ਹਾਂ ਨੇ ਰਿਬੈਲ ਕੀਤਾ, ਉਹ ਆਲਰੇਡੀ ਪ੍ਰਿਜ਼ਨਰ ਆਫ ਵਾਰ ਸੀ। ਬਹੁਤ ਸਾਰੇ ਜਾਪਾਨੀਆਂ ਨੇ ਸਿੰਗਾਪੁਰ 'ਚ ਪਿੱਛੋਂ ਦੀ ਆ ਕੇ ਉਹਨਾਂ ਨੇ ਉਹਨੂੰ ਕਾਬੂ ਕੀਤਾ ਸੀ, ਉਹਨੂੰ ਸਿੰਗਾਪੁਰ ਨੂੰ। ਔਰ 50,000 ਤੋਂ ਜ਼ਿਆਦਾ ਉੱਥੇ ਜਿਹੜੇ ਨੇ ਫੌਜੀ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਿੱਖ ਸਨ, ਉਹ ਜਾਪਾਨੀਆਂ ਦੇ ਜੰਗੀ ਕੈਦੀ ਸਨ। ਔਰ ਉਹਨਾਂ 'ਚੋਂ ਜਿਹੜੀ ਪਹਿਲੀ ਫੋਰਸ ਵੀ ਆਜ਼ਾਦ ਹਿੰਦ ਫੌਜ ਬਣਾਈ ਉਹ ਜਨਰਲ ਮੋਹਨ ਸਿੰਘ ਨੇ ਬਣਾਈ ਸੀ। ਔਰ ਬਾਅਦ 'ਚ ਜਦੋਂ ਨੇਤਾ ਜੀ ਜਿਸ ਨੂੰ ਲਫ਼ਜ਼ ਵੀ ਜਿਹੜਾ ਉਸ ਧਰਤੀ ਦੇ ਉੱਤੇ ਈਸਟਰਨ ਜਿਹੜਾ ਏਸ਼ੀਆ ਦੇ ਟ੍ਰਿਪ ਵੇਲੇ ਹੀ ਦਿੱਤਾ ਗਿਆ ਲੀਡਰ ਦੇ ਤੌਰ ਤੇ, ਔਰ ਉਹ ਉਸ ਦਾ ਕਮਾਂਡਰ ਇਨ ਚੀਫ ਬਣਿਆ ਸੁਭਾਸ਼ ਚੰਦਰ ਬੋਸ। ਸੋ ਮੁੱਢਲੇ ਤੌਰ ਤੇ 42,000 ਦੇ ਕਰੀਬ ਆਜ਼ਾਦ ਹਿੰਦ ਫੌਜ ਦੇ ਫੌਜੀਆਂ ਦੇ ਵਿੱਚ 32,000 ਦੇ ਕਰੀਬ ਸਿੱਖ ਸੋਲਜਰ ਸਨ ਔਰ 6,000 ਦੇ ਕਰੀਬ ਜਿਹੜੇ ਨੇ ਉਹ ਮੁਸਲਮਾਨ ਸਨ। ਔਰ ਉਹੀ ਜਿਹੜੇ ਉਹਨਾਂ ਦੇ 3 ਲੀਡਰ ਬਾਅਦ ਦੇ ਵਿੱਚ ਜਿਨ੍ਹਾਂ ਦੇ ਉੱਤੇ ਮੁਕੱਦਮਾ ਵੀ ਚੱਲਿਆ ਦਿੱਲੀ ਲਾਲ ਕਿਲੇ ਦੇ ਵਿੱਚ, ਜਿਨ੍ਹਾਂ ਦੇ ਵਿੱਚ ਸ਼ਾਹ ਨਵਾਜ਼ ਮੁਸਲਮਾਨ ਸੀ, ਸਹਿਗਲ ਹਿੰਦੂ ਸੀ ਔਰ ਢਿੱਲੋਂ ਸਿੱਖ ਸੀ। ਔਰ ਇਸ ਨੂੰ ਜੋ ਨਹਿਰੂ ਨੇ ਲੜਿਆ ਸੀ, ਉਹਨੇ 25 ਸਾਲ ਬਾਅਦ ਆਪਣਾ ਕਾਲਾ ਕੋਟ ਵਾਪਸ ਪਾਇਆ। ਔਰ ਦੂਜਾ ਲਾਲ ਕਿਲੇ ਜਦੋਂ ਕਿ ਜਾਪਾਨ ਨੇ ਸਰੈਂਡਰ ਕਰ ਦਿੱਤਾ ਔਰ ਇਹ ਜਿਹੜੇ ਸਾਰੇ ਫੌਜੀ ਨੇ ਇਹਨਾਂ ਦੇ ਫਿਰ ਵਾਪਸ ਬ੍ਰਿਟਿਸ਼ਰਸ ਦੇ ਕੈਦੀ ਬਣੇ। ਪਰ ਸਾਡਾ ਟੌਪਿਕ ਅੱਜ ਆਜ਼ਾਦ ਹਿੰਦ ਫੌਜ ਦੀ ਕੀ ਕੰਟਰੀਬਿਊਸ਼ਨ ਹੈ ਜਾਂ ਨਹੀਂ ਹੈ ਉਹਨੂੰ ਡਿਸਕਸ ਕਰਨਾ ਨਹੀਂ ਹੈ। ਅਸੀਂ ਇਸ ਗੱਲ ਦੇ ਉੱਤੇ ਫੋਕਸ ਕਰ ਰਹੇ ਹਾਂ ਕਿ ਸੁਭਾਸ਼ ਚੰਦਰ ਬੋਸ ਆਲ ਆਫ ਏ ਸਡਨ, ਹਾਲਾਂ ਉਹਦਾ ਸਲੋ ਪੇਸ ਤਾਂ ਚੱਲ ਰਿਹਾ ਸੀ ਕਿ ਵੀ ਉਹਨੂੰ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਜਿਹੜੇ ਸਲੋਗਨ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਜਿਹਨੇ ਜਰਮਨ ਤੇ ਜਾਪਾਨ ਨਾਲ, ਸੁਭਾਸ਼ ਚੰਦਰ ਬੋਸ ਜਿਹੜਾ ਜਦੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਦਾ 1940 ਦੇ ਨੇੜੇ ਤੇੜੇ, ਔਰ ਗਾਂਧੀ ਇਹ ਕਹਿੰਦਾ ਹੈ ਕਿ ਵੀ ਦਿਸ ਇਜ਼ ਮਾਈ ਪਰਸਨਲ ਡਿਫੀਟ, ਕਿਉਂਕਿ ਜਿਹੜਾ ਗਾਂਧੀ ਦਾ ਕੈਂਡੀਡੇਟ ਸੀਤਾ ਰਮਈਆ ਸੀ ਉਹ ਹਾਰਦਾ ਉਸ ਕਾਂਗਰਸ ਵਰਕਿੰਗ ਕਮੇਟੀ ਦੀਆਂ ਜਾਂ ਜੋ ਵੀ ਉਹਨਾਂ ਦਾ ਸੈਸ਼ਨ ਸੀ ਓਪਨ ਉਹਦੇ 'ਚ। ਔਰ ਸੁਭਾਸ਼ ਚੰਦਰ ਬੋਸ ਦੇ ਲਈ ਉਹ ਹਾਲਾਤ, ਸੁਭਾਸ਼ ਚੰਦਰ ਬੋਸ ਬ੍ਰਿਲੀਅੰਟ ਸੀ, ਕੋਈ ਸ਼ੱਕ ਨਹੀਂ ਹੈ, ਗਰਮ ਵਿਚਾਰਧਾਰਾ ਸੀ। ਉਹ ਇਹ ਸਮਝਦਾ ਸੀ ਵੀ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਕੋਈ ਵੀ ਤਰੀਕਾ, ਭਾਵੇਂ ਉਹ ਪੀਸਫੁਲ ਹੈ ਜਾਂ ਉਹ ਆਰਮਡ ਹੈ, ਸਾਨੂੰ ਅਪਣਾਉਣਾ ਚਾਹੀਦਾ ਹੈ ਔਰ ਸਾਨੂੰ ਇੰਟਰਨੈਸ਼ਨਲ ਸਿਚੁਏਸ਼ਨ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਉਹਨੂੰ ਕੱਢਣ ਦੇ ਲਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਨੇ ਉਹਨੂੰ ਪਹਿਲਾਂ ਜੇਲ੍ਹ 'ਚ ਰੱਖਿਆ, ਉੱਥੇ ਉਹਨੇ ਵਰਤ ਰੱਖਤਾ, ਫਿਰ ਉਹਨੂੰ ਹਾਊਸ ਅਰੈਸਟ 'ਚ ਰੱਖਿਆ ਔਰ ਇੱਕ ਬੜੇ ਚਲਾਕ ਅੰਦਾਜ਼ ਦੇ ਵਿੱਚ ਇੱਕ ਮੁਸਲਮਾਨ ਦੇ ਭੇਖ ਦੇ ਵਿੱਚ ਸੁਭਾਸ਼ ਚੰਦਰ ਬੋਸ ਜਿਹੜਾ ਕਲਕੱਤਾ ਆਪਣੇ ਘਰ ਤੋਂ ਐਸਕੇਪ ਕਰਦਾ ਹੈ, ਹਾਵੜਾ ਐਕਸਪ੍ਰੈਸ ਕਲਕੱਤੇ ਤੋਂ ਨਿਕਲਦਾ ਹੈ, ਪਿਸ਼ਾਵਰ ਪਹੁੰਚਦਾ ਹੈ ਔਰ ਫਿਰ ਜਲਾਲਾਬਾਦ ਰਾਹੀਂ ਅਫਗਾਨਿਸਤਾਨ ਦੇ ਵਿੱਚ ਪਹੁੰਚ ਜਾਂਦਾ ਹੈ ਔਰ ਉੱਥੋਂ ਜਿਹੜਾ ਅਫਗਾਨਿਸਤਾਨ 'ਚੋਂ ਫਿਰ ਲੈਂਡ ਰਾਊਟ ਰਾਹੀਂ ਔਰ ਉਹਦੇ 'ਚ ਇਟਲੀ ਔਰ ਜਰਮਨ ਦੀਆਂ ਐਮਬੈਸੀਆਂ ਦੇ ਨਾਲ ਕਮਿਊਨੀਕੇਟ ਕਰਕੇ ਮਾਸਕੋ, ਔਰ ਉਸ ਪੀਰੀਅਡ ਦੇ ਵਿੱਚ ਅਜੇ ਜਿਹੜਾ ਸੋਵੀਅਤ ਯੂਨੀਅਨ ਹੈ ਉਹ ਅੰਗਰੇਜ਼ਾਂ ਦੇ ਨਾਲ ਨਹੀਂ ਸੀ ਆਇਆ ਹੋਇਆ, ਪਹਿਲਾ ਪੀਰੀਅਡ ਇਹਨਾਂ ਦਾ ਇਕੱਠਾ ਚੱਲ ਰਿਹਾ ਸੀ, ਉੱਥੋਂ ਉਹ ਜਰਮਨ 'ਚ ਪਹੁੰਚ ਜਾਂਦਾ ਹੈ। 2 ਮੀਟਿੰਗਸ ਉਹਦੀਆਂ ਹਿਟਲਰ ਦੇ ਨਾਲ ਹੁੰਦੀਆਂ ਨੇ, ਫਿਰ ਉਹ ਜਾਪਾਨ ਦੇ ਨਾਲ। ਔਰ ਇਸ ਗੱਲ ਦਾ ਧਿਆਨ ਰਹੇ ਕਿ ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਕਿਉਂਕਿ ਸੁਭਾਸ਼ ਚੰਦਰ ਬੋਸ ਨੂੰ ਵੀ ਇਹ ਆਦਤ ਹੈ ਇਹਨਾਂ ਦੀ ਬ੍ਰਾਹਮਣਵਾਦੀਆਂ ਦੀ ਕਿ ਜਿਹਨੂੰ ਇਹਨਾਂ ਨੇ ਵਰਤਣਾ ਉਸ ਨੂੰ ਫਿਰ ਲਾਰਜਰ ਦੈਨ ਲਾਈਫ ਤਾਂ ਪ੍ਰੈਜ਼ੈਂਟ ਕਰਦੇ ਹੀ ਨੇ, ਉਹਦੀਆਂ ਜਿਹੜੀਆਂ ਫੀਲਿੰਗਸ ਨੇ ਉਹਦੇ ਤੇ ਟੋਟਲੀ ਕਵਰ ਅਪ ਹੁੰਦਾ ਹੈ। ਹੁਣ ਸੁਭਾਸ਼ ਚੰਦਰ ਬੋਸ ਨੂੰ ਪ੍ਰੈਜ਼ੈਂਟ ਕਰਨ ਲੱਗਿਆ ਤੇ ਸਿਰਫ ਆਜ਼ਾਦ ਹਿੰਦ ਫੌਜ ਕਿ ਜੀ ਲਿਬਰੇਸ਼ਨ ਦੀ ਲੜਾਈ ਲੜੀ, ਪਰ ਹੁਣ ਜੇ ਇਹ ਦੇਖਣਾ ਹੋਏ ਕਿ ਭਾਈ ਕੀ ਸੁਭਾਸ਼ ਚੰਦਰ ਬੋਸ ਜਿਹੜਾ ਜਾਪਾਨੀਆਂ ਦੇ ਨਾਲ, ਜਿਹਨਾਂ ਜਰਮਨ ਹਿਟਲਰ ਦੇ ਨਾਲ, ਜਿਸ ਹਿਟਲਰ ਦੇ ਨਾਲ ਸਾਂਝ ਪਾ ਕੇ ਉਹ ਪਹੁੰਚਿਆ, ਕਿ ਉਹਦੀਆਂ ਅੱਖਾਂ ਥੱਲੇ ਯਹੂਦੀਆਂ ਦੀ ਨਸਲਕੁਸ਼ੀ ਨਹੀਂ ਸੀ ਹੋ ਰਹੀ, ਉਦੋਂ ਜਿਪਸੀਆਂ ਦੀ ਨਹੀਂ ਸੀ ਹੋ ਰਹੀ। ਉਹੀ ਜਾਪਾਨੀ ਫੌਜ ਜਿਹੜੀ ਅੰਡੇਮਾਨ ਨਿਕੋਬਾਰ ਜਿਹਨੂੰ ਕਾਲਾ ਪਾਣੀ ਕਹਿੰਦੇ ਨੇ ਉਸ ਦੇ ਉੱਤੇ ਕਬਜ਼ਾ ਕਰਕੇ ਜਾਂ ਬਰਮਾ ਤੱਕ ਪਹੁੰਚ ਕੇ, ਔਰ ਅੰਡੇਮਾਨ ਨਿਕੋਬਾਰ 'ਚ ਕਿੰਨਾ ਜ਼ੁਲਮ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉੱਥੇ ਪ੍ਰਿਜ਼ਨਰ ਸੀ ਕੀਤਾ ਗਿਆ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਪੰਜਾਬੀ ਲਿਟਰੇਚਰ ਦੀ ਬਹੁਤ ਵੱਡੀ ਫਿਗਰ ਸੀ, ਉਹਨਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ ਜਾਪਾਨੀ ਫੌਜ ਵੱਲੋਂ। ਕੀ ਕੋਈ ਸੁਭਾਸ਼ ਚੰਦਰ ਬੋਸ ਦਾ ਰੇਡੀਓ ਮੈਸੇਜ, ਕਿਉਂਕਿ ਉਹ ਰੇਡੀਓ ਤੋਂ ਵੀ ਐਡਰੈਸ ਕਰਦਾ ਸੀ ਔਰ ਇਹ ਨਾਅਰੇ
ਦਿੱਲੀ ਚਲੋ, ਜੈ ਹਿੰਦ, ਵੰਦੇ ਮਾਤਰਮ, ਇਹ ਜ਼ਿਆਦਾ ਪਪੂਲਰ ਉਹਨੇ ਸੁਭਾਸ਼ ਚੰਦਰ ਬੋਸ ਨੇ ਕੀਤੇ। ਉਹਦੀ ਆਜ਼ਾਦ ਹਿੰਦ ਫੌਜ ਦਾ ਵੀ ਦਿੱਲੀ ਚਲੋ ਇੱਕ ਸਲੋਗਨ ਸੀ, ਜਿਹੜਾ 1857 ਦੇ ਗਦਰ ਤੋਂ ਲਿਆ ਗਿਆ ਸੀ, ਜਦੋਂ ਕਿ ਜਿਹੜਾ ਉੱਥੋਂ ਮੇਰਠ ਤੋਂ ਉਹਨਾਂ ਨੇ ਜਾਂ ਕਾਨਪੁਰ ਤੋਂ ਜਦੋਂ ਨਿਕਲੇ ਨੇ ਔਰ ਉਹਨਾਂ ਨੇ ਕਾਲ ਦਿੱਤੀ ਸੀ ਵਿਦਰੋਹੀਆਂ। ਲੇਕਿਨ ਵੰਦੇ ਮਾਤਰਮ ਜਿਹਨੂੰ ਬੀਜੇਪੀ ਸੈੱਲ ਕਰਦੀ ਹੈ ਔਰ ਜਦੋਂ ਮੁਸਲਮਾਨਾਂ ਜਾਂ ਦੂਜਿਆਂ ਨੂੰ ਘੇਰਿਆ ਜਾਂਦਾ ਹੈ, ਨਾਅਰੇ ਲਵਾਏ ਜਾਂਦੇ ਨੇ, ਇਹ ਉਹਦਾ ਹੀ ਦਿੱਤਾ ਹੋਇਆ। ਔਰ ਇਸੇ ਤਰ੍ਹਾਂ ਜਿਹੜਾ ਓਵਰਆਲ ਕਨਸੈਪਟ ਜਦੋਂ ਤੁਸੀਂ ਵੰਦੇ ਮਾਤਰਮ ਕਹਿੰਦੇ ਹੋ ਤੇ ਫਿਰ ਉਹੀ ਫਿੱਟ ਹੁੰਦਾ ਹੈ ਜਿਹੜਾ ਕਿ ਜਿਓਗ੍ਰਾਫੀਕਲ ਐਂਟੀਟੀ ਨੂੰ ਸਪਿਰਿਚੁਅਲ ਐਂਟੀਟੀ ਦੇ ਵਿੱਚ ਸਾਵਰਕਰ ਨੇ ਕਨਵਰਟ ਕੀਤਾ ਔਰ ਉਸੇ ਨੂੰ ਹੀ ਇਹ ਅੱਜ ਸੌਦਾ ਵੇਚ ਰਹੇ ਨੇ ਹੁਣ। ਲੇਕਿਨ ਸੁਭਾਸ਼ ਚੰਦਰ ਬੋਸ ਦੀ ਫਲਿਪ ਸਾਈਡ ਕਿ ਵੀ ਉਹ ਸਪੋਰਟ ਕਰ ਰਿਹਾ ਨਾਜ਼ੀਜ਼ਮ ਦੀ, ਉਹ ਇਟਲੀ ਵੀ ਜਾਂਦਾ ਹੈ, ਉਹ ਸਪੋਰਟ ਕਰ ਰਿਹਾ ਮੁਸੋਲਿਨੀ ਦੇ ਫਾਸ਼ਿਜ਼ਮ ਦੀ, ਉਹ ਜਾਪਾਨੀ ਜਿਨ੍ਹਾਂ ਨੇ ਕਿੰਨੇ ਜ਼ੁਲਮ ਕੀਤੇ ਜਿੱਥੇ ਜਿੱਥੇ ਜੋ ਕੋਰੀਆ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਨੈਨਕਿੰਗ ਰੇਪ ਆਫ ਨੈਨ, ਉਹਨਾਂ ਸਾਰਿਆਂ ਦੇ ਉਹ ਨਾਲ ਖੜਾ। ਕਿਸੇ ਨੇ ਤੁਹਾਨੂੰ ਕਿਤੇ ਡਿਸਕਸ਼ਨ ਨਹੀਂ ਮਿਲੇਗੀ ਕਿ ਉਹਦਾ ਹੋਏਗਾ ਜੀ ਉਹਨੇ ਫਰੀडम ਦੇ ਲਈ ਵਟਐਵਰ ਵਾਸ ਨੀਡਡ ਵਾਸ ਡਨ। ਲੇਕਿਨ ਕਿ ਭਾਈ ਇੱਕ ਪਾਸੇ ਉਹ ਫੋਰਸਿਸ ਨੇ ਨਾਜ਼ੀਜ਼ਮ ਔਰ ਫਾਸ਼ਿਜ਼ਮ ਦੀਆਂ ਜਿਨ੍ਹਾਂ ਨੂੰ ਐਂਡ ਕਰਨ ਦੇ ਲਈ ਸਿੱਖ ਫੌਜੀ ਜਿਹੜੇ ਨੇ ਉਹ ਲਗਾਤਾਰ ਬ੍ਰਿਟਿਸ਼ ਆਰਮੀ ਦੇ ਵਿੱਚ ਆ ਰਹੇ ਨੇ। ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਹੋਈ ਹੈ। ਪਰ ਇਸ ਸਭ ਦੇ ਨਾਲ ਨਾਲ ਜਿਹੜਾ ਇੰਟਰਸਟਿੰਗਲੀ ਹੁਣ ਅਸੀਂ ਇਸ ਪੀਰੀਅਡ ਦੇ ਵਿੱਚ ਦੇਖ ਰਹੇ ਹਾਂ ਕਿ ਕਿਹਨਾਂ ਨੂੰ ਉਭਾਰਿਆ ਜਾ ਰਿਹਾ ਹੁਣ। ਔਰ ਇਹ ਕਦੇ ਡਿਸਕਸ ਨਹੀਂ ਹੋਏਗਾ ਕਿ ਸੁਭਾਸ਼ ਚੰਦਰ ਬੋਸ ਜਿਹੜਾ ਬਾਹਰ ਨਿਕਲਿਆ ਉਹਨੇ ਆ ਕੇ ਕਿਵੇਂ ਆਪਣੀ ਇੱਕ ਛੋਟੀ ਉਮਰ ਦੀ ਆਪਣੀ ਸੈਕਟਰੀ ਜਿਹੜੀ ਉਹਦੇ ਲਈ ਇੰਟਰਪ੍ਰੀਟ ਕਰਦੀ ਸੀ ਉਹਦੇ ਨਾਲ ਵਿਆਹ ਕੀਤਾ। ਉਹਦੀ ਵੀ ਅੱਗੋਂ ਔਲਾਦ ਹੈ, ਕਿੰਨਿਆਂ ਕੁ ਨੂੰ ਪਤਾ ਹੈ। ਹੁਣ ਕਿਉਂਕਿ ਆਰਐਸਐਸ ਨੂੰ ਸੂਟ ਕਰਦਾ ਹੁਣ ਉਹਦੀ ਉਸ ਅੱਗੋਂ ਜਿਹੜੀ ਹੈ ਅਨੀਤਾ ਬੋਸ ਪਫੈਫ, ਕਿਉਂਕਿ ਉਹ ਗੋਰੀ ਸੀਗੀ, ਉਹਦੇ ਨਾਲ ਜਿਹੜਾ ਉਹਨਾਂ ਨੇ ਜਿਹੜਾ ਉਹ ਰਿਲੇਟਿਵ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਔਰ ਉਹਦਾ ਇਹ ਸਟੇਟਮੈਂਟ ਹੈ ਕਿ देयर वाज ए सेक्शन ऑफ कांग्रेस that wronged Netaji. Gandhi favored Nehru because he could not have managed my father, he was a rebel. ਉਹ ਵੀ ਕਹਿ ਰਹੀ ਹੈ ਜੀ ਦੇਖੋ ਗਾਂਧੀ ਦੇ ਉੱਤੇ ਵੀ ਤਨਜ਼ ਕਿ ਉਹਨੇ ਨਹਿਰੂ ਨੂੰ ਫੇਵਰ ਕੀਤਾ, ਨਾਲ ਦੀ ਨਾਲ ਕਹਿ ਰਹੀ ਹੈ ਜੀ ਉਹ ਉਹਨੂੰ ਹੈਂਡਲ ਨਹੀਂ ਕਰ ਸਕਦਾ। ਔਰ ਉਹਨੇ ਕਿਹਾ ਕਿ ਜੀ ਇਹ ਬੋਸ ਆਲਸੋ ਸਪੋਕ ਅਬਾਊਟ ਨੇਤਾਜੀ's iconic statue to be installed by the Indian government at India Gate, calling it a wonderful gesture. Pafaf said she was pleasantly surprised to know about her father's statue. ਹੁਣ ਇੱਕ ਪਾਸੇ ਹੁਣ ਤੱਕ ਤੁਹਾਨੂੰ ਉਹਦੀ ਸੁਭਾਸ਼ ਬੋਸ ਦੀ ਉਸ ਰਿਲੇਟਿਵ ਜਾਂ ਦੂਜੇ ਤੀਜੇ ਦਾ ਕੋਈ ਚੇਤਾ ਨਹੀਂ ਸੀ, ਪਰ ਹੁਣ ਕਿਉਂਕਿ ਗਾਂਧੀ ਔਰ ਨਹਿਰੂ ਨੂੰ ਗਾਲਾਂ ਕਢਵਾਉਣੀਆਂ ਨੇ ਔਰ ਇਹਨਾਂ ਦਾ ਪਰਪਸ ਸਰਵ ਹੁੰਦਾ ਹੈ। ਔਰ ਨਾਲ ਦੀ ਨਾਲ ਇੱਕ ਜਿਹੜਾ ਆਰਐਸਐਸ ਦੀਆਂ ਬੁੱਕਸ ਲਿਖਣ ਵਾਲਾ ਇੱਕ ਰਾਈਟਰ ਹੈ ਜਿਸ ਦਾ ਨਾਮ ਅਰੁਣ ਆਨੰਦ ਹੈ ਔਰ ਇਸ ਅਰੁਣ ਆਨੰਦ ਨੇ ਜਿਹੜਾ ਬਹੁਤ ਸਾਰੀਆਂ ਆਰਐਸਐਸ ਨਾਲ ਰਿਲੇਟਡ ਕਿਤਾਬਾਂ ਲਿਖੀਆਂ ਔਰ ਉਹਦੇ 'ਚ ਇਹਨੇ ਪੂਰਾ ਉਹਦਾ ਆਰਟੀਕਲ ਜਿਹੜਾ ਪੂਰਾ ਪਬਲਿਸਾਈਜ਼ ਕੀਤਾ ਜਾ ਰਿਹਾ ਹੈ ਨੇਤਾਜੀ ਸਾਵਰਕਰ ਐਂਡ ਦਾ ਮੇਕਿੰਗ ਆਫ INA, ਇਹ ਗਲੋਰੀਅਸ ਚੈਪਟਰ ਆਫ ਇੰਡੀਆਜ਼ ਇੰਡੀਪੈਂਡੈਂਸ ਮੂਵਮੈਂਟ। ਔਰ ਇਹਦੇ 'ਚ ਉਹ ਕਹਿ ਰਿਹਾ ਹੈ ਕਿ ਇਹ ਜਿਹੜਾ ਭਾਰਤ 'ਚੋਂ ਬਾਹਰ ਨਿਕਲਣਾ, ਆਜ਼ਾਦ ਹਿੰਦ ਫੌਜ ਬਣਾਉਣੀ ਜਰਮਨ ਔਰ ਉਹਦੀ ਮਦਦ ਦੇ ਨਾਲ, ਇਹ ਆਈਡੀਆ ਸਾਵਰਕਰ ਦੇ ਨਾਲ, ਸਾਵਰਕਰ ਹਿੰਦੂਤਵਾ ਦਾ ਜਿਹੜਾ ਆਈਕੋਨਿਕ ਫਿਗਰ ਹੈ ਉਹਦੇ ਨਾਲ ਸੁਭਾਸ਼ ਚੰਦਰ ਬੋਸ ਦੀ 22 ਜੂਨ 1940 ਨੂੰ 3 ਘੰਟੇ ਮੀਟਿੰਗ ਚੱਲੀ ਔਰ ਉਹਨਾਂ ਨੇ ਬੋਸ ਨੂੰ ਕਿਹਾ ਕਿ ਜੇ ਤੂੰ ਇੱਥੋਂ ਨਿਕਲ ਜਾ ਔਰ ਇੱਥੋਂ ਨਿਕਲ ਕੇ ਤੂੰ ਜਿਹੜਾ ਜਰਮਨ ਪਹੁੰਚ, ਉੱਥੇ ਪਹੁੰਚ। ਔਰ ਉਹਨਾਂ ਨੇ ਕਿਹਾ ਜੀ ਕਿ ਸਾਵਰਕਰ ਦੀ ਸਲਾਹ ਦੇ ਉੱਤੇ 6 ਮਹੀਨੇ ਬਾਅਦ ਸੁਭਾਸ਼ ਚੰਦਰ ਬੋਸ ਆਪਣੇ ਕਲਕੱਤਾ ਦੇ ਘਰ ਤੋਂ ਜਿਹੜਾ ਉਹ ਭੇਸ ਬਦਲ ਕੇ ਨਿਕਲਦਾ ਔਰ ਕਹਿਣ ਦਾ ਮਤਲਬ ਇਹ ਹੈ ਕਿ ਸੁਭਾਸ਼ ਚੰਦਰ ਬੋਸ ਵੀ ਹਿੰਦੂਤਵੀ ਹੈ, ਸਾਵਰਕਰ ਤਾਂ ਹਿੰਦੂਤਵਾ ਦਾ ਆਈਕਨ ਹੈ ਹੀ ਹੈ। ਔਰ ਇਹ ਹੈ ਕਿ ਜਿਵੇਂ ਤੁਸੀਂ ਔਰ ਇਹ ਹਿੰਦੂਤਵੀ ਜਿਨ੍ਹਾਂ ਦਾ ਆਪਣਾ ਰੋਲ ਆਰਐਸਐਸ ਦਾ ਕੀ ਰਿਹਾ ਜਾਂ ਜਦੋਂ ਹੁਣੇ ਸੁਭਾਸ਼ ਚੰਦਰ ਬੋਸ ਨੂੰ ਜਰਮਨ ਔਰ ਜਾਪਾਨ ਦੇ ਨਾਲ ਭੇਜਣ ਦੀ ਸਾਵਰਕਰ ਦੀ ਗੱਲ ਕਰਦੇ ਨੇ ਤੇ ਕੋਈ ਦੋ ਰਾਵਾਂ ਨਹੀਂ ਨੇ ਕਿ ਖੁਦ ਆਰਐਸਐਸ ਦੀ ਸਾਰੀ ਆਈਡੀਓਲੋਜੀ ਨਾਜ਼ੀ ਆਈਡੀਓਲੋਜੀ ਚੋਂ ਨਿਕਲਦੀ ਹੈ। ਨਾਜ਼ੀ ਜਰਮਨੀ ਔਰ ਗੋਲਵਲਕਰ ਔਰ ਹੈਡਗਵੇਅਰ ਸਭ ਤੋਂ ਵੱਡੇ ਜਿਹੜੇ ਨੇ ਉਹ ਐਡਮਾਇਰਰ ਹਿਟਲਰ ਦੇ, ਮੁਸੋਲਿਨੀ ਦੇ। ਔਰ ਉਸੇ ਹੀ ਤਰਜ਼ ਦੇ ਉੱਤੇ ਜੇ ਹਿਟਲਰ ਦਾ ਨਾਰਾ ਸੀ ਵਨ ਰੇਸ, ਵਨ ਲੀਡਰ, ਵਨ ਨੇਸ਼ਨ, ਤੇ ਇਹਨਾਂ ਦਾ ਵੀ ਹਿੰਦੂ ਹਿੰਦੀ ਹਿੰਦੁਸਤਾਨ ਸੀ। ਤੇ ਜੇ ਨਾਜ਼ੀਆਂ ਨੇ ਦਾ ਇਹ ਸੀ ਜੋ ਉਹਨਾਂ ਨੇ ਯਹੂਦੀਆਂ ਨਾਲ, ਜਿਪਸੀਆਂ ਨਾਲ ਜਾਂ ਦੂਜਿਆਂ ਨਾਲ ਕੀਤਾ, ਤੇ ਇਹੀ ਗੱਲ ਗੋਲਵਲਕਰ ਨੇ ਕਹੀ
ਕਿ ਜੋ ਹੱਲ ਅਕਲੀਅਤਾਂ ਦਾ ਹਿਟਲਰ ਨੇ ਕੱਢਿਆ ਹੈ, ਭਾਰਤ ਦੀਆਂ ਅਕਲੀਅਤਾਂ ਖਾਸ ਕਰ ਮੁਸਲਮਾਨਾਂ ਔਰ ਈਸਾਈਆਂ ਨਾਲ ਵੀ ਇਹੀ ਹੱਲ ਕੱਢਿਆ ਜਾਏਗਾ। ਸੋ ਇਹ ਸਾਡਾ ਅੱਜ ਦਾ ਪਹਿਲਾ ਸੈਗਮੈਂਟ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਐਮਿਸ਼ਨ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਇਜ਼ਰਾਈਲ ਦੇ ਅੰਬੈਸਡਰ ਨੇ ਭਾਰਤ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ ਯਹੂਦੀਆਂ ਦੇ ਖਿਲਾਫ ਨਫ਼ਰਤ ਨਹੀਂ ਹੈ, ਯਾਨੀ ਕਿ ਭਾਰਤ ਵਿੱਚ ਐਂਟਾਈ ਸੈਮਿਟਿਜ਼ਮ ਨਹੀਂ ਹੈ। ਸੋ ਕਿ ਇਜ਼ਰਾਈਲ ਨੂੰ ਇਹ ਭੁੱਲ ਗਿਆ ਹੈ ਕਿ RS ਦੀ ਵਿਚਾਰਧਾਰਾ ਨਾਜ਼ੀ ਜਰਮਨੀ ਦੇ ਸਿਧਾਂਤ ਤੇ ਖੜੀ ਹੈ। ਸੋ ਹਿਟਲਰ RSS ਦਾ ਅਸਲ ਮੋਟੀਵੇਟਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਲੋਕ ਕਿਵੇਂ ਅੰਨੇ ਬਣ ਜਾਂਦੇ ਨੇ ਜਾਂ ਦੂਸਰਿਆਂ ਨੂੰ ਅੰਨੇ ਬਣਾ ਦਿੰਦੇ ਨੇ। ਜੀ, ਹਕੀਕਤ ਸਾਹਮਣੇ ਦੇਖ ਕੇ ਵੀ ਕੋਈ ਕਾਲੇ ਨੂੰ ਚਿੱਟਾ ਤੇ ਚਿੱਟੇ ਨੂੰ ਕਾਲਾ ਕਹੇ ਤੇ ਉਸ ਨੂੰ ਬੇਈਮਾਨ ਲਫ਼ਜ਼ ਤੋਂ ਬਿਨਾਂ ਹੋਰ ਕੀ ਕਿਹਾ ਜਾ ਸਕਦਾ ਹੈ। ਜੀ, ਔਰ ਇਹੀ ਹਾਲ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਕਈ ਵਾਰ ਸੀਮਤ ਲਾਭਾਂ ਦੇ ਲਈ, ਲਿਮਿਟਿਡ ਮੁਫਾਦ ਦੇ ਲਈ ਕਿਵੇਂ ਝੂਠ ਬੋਲਿਆ ਜਾਂਦਾ ਹੈ, ਕਿਵੇਂ ਹਿਸਟਰੀ ਨਾਲ ਦਗਾ ਕੀਤਾ ਜਾਂਦਾ ਹੈ, ਕਿਵੇਂ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇਹ ਜਦੋਂ ਮੈਂ ਅੱਜ ਇਜ਼ਰਾਈਲ ਦੇ ਐਂਬੈਸਡਰ ਮਿਸਟਰ ਨੈਗਰ ਗੈਲਨ ਦੀ ਇਹ ਸਟੇਟਮੈਂਟ ਦੇਖੀ ਤੇ ਮੇਰੇ ਮਨ ਚੋਂ ਇਹ ਆਇਆ ਕਿ ਭਾਈ ਸਿਰੇ ਦੇ ਬੇਈਮਾਨ ਤੁਸੀਂ ਦੋਵੇਂ ਮੁਲਕ। ਬਿਲਕੁਲ। ਹੁਣ ਸਟੇਟਮੈਂਟ ਕੀ ਹੈ? ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਰਸਿਮਹਾ ਰਾਓ ਨੇ ਠੀਕ ਅੱਜ ਤੋਂ 30 ਸਾਲ ਪਹਿਲਾਂ 1992 ਦੇ ਵਿੱਚ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਕਾਇਮ ਕੀਤੇ ਸੀ। ਉਸ ਤੋਂ ਪਹਿਲਾਂ ਬੇਸ਼ੱਕ ਇਹ ਹੁਣ ਫੈਕਟ ਸਾਹਮਣੇ ਨੇ ਕਿ ਇਹਨਾਂ ਦੀ ਅੰਡਰਹੈਂਡ ਡੀਲ ਮੋਸਾਦ ਔਰ ਇੰਟੈਲੀਜੈਂਸ ਬਿਊਰੋ ਦੀ ਪਹਿਲਾਂ ਵੀ ਰਹੀ। ਵੀਜ਼ਿਆਂ ਦੇ ਹਵਾਲੇ ਨਾਲ ਚਾਰਜ ਡੀ ਅਫੇਅਰ ਟਾਈਪ ਥੋੜਾ ਬਹੁਤ ਸੀ, ਲੇਕਿਨ ਫੁੱਲ ਫਲੈਜਡ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਸੀ। ਇਸ ਲਈ ਕੋਈ ਵੀ ਪ੍ਰਾਈਮ ਮਿਨਿਸਟਰ ਕਦੇ ਵੀ ਪਹਿਲਾਂ ਉਹ ਨਾ ਇਜ਼ਰਾਈਲ ਗਿਆ ਨਾ ਉੱਥੋਂ ਆਇਆ, ਕਿਉਂਕਿ ਉਹਨੂੰ ਮਾਨਤਾ ਨਹੀਂ ਸੀ ਦਿੱਤੀ ਹੋਈ ਇਜ਼ਰਾਈਲ ਨੂੰ। ਔਰ ਨਰਸਿਮਹਾ ਰਾਓ ਵੱਲੋਂ ਦਿੱਤੀ ਮਾਨਤਾ ਦੇ 30 ਸਾਲ ਪੂਰੇ ਹੋ ਗਏ ਨੇ
ਔਰ ਅੱਜ ਇਜ਼ਰਾਈਲ ਔਰ ਇੰਡੀਆ ਦੇ ਐਂਬੈਸਡਰਸ ਨੇ ਮਿਲ ਕੇ ਇਹ 30 ਸਾਲਾ ਜਿਹੜੀ ਡਿਪਲੋਮੈਟਿਕ ਰਿਲੇਸ਼ਨ ਕਾਇਮ ਨੇ ਇਹਦੀ ਐਨੀਵਰਸਰੀ ਦੇ ਉੱਤੇ ਇੱਕ ਖਾਸ ਲੋਗੋ ਜਾਰੀ ਕੀਤਾ ਹੈ। ਉਹਦੇ ਤੇ ਇੱਕ ਪਾਸੇ ਸਟਾਰ ਆਫ ਡੇਵਿਡ ਹੈ, ਦੂਸਰੇ ਪਾਸੇ ਅਸ਼ੋਕ ਚੱਕਰ ਹੈ। ਹੁਣ ਅਸੀਂ ਜ਼ਿਕਰ ਕਰਾਂਗੇ ਆਉਣ ਵਾਲੇ ਦਿਨਾਂ 'ਚ ਇੱਕ ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਕਿ ਕਿਵੇਂ ਹਿੰਦੂ ਤਵੀ ਅਸ਼ੋਕ ਚੱਕਰ ਨੂੰ ਵੀ ਹੇਟਡ ਕਰਦੇ ਨੇ, ਪਰ ਨਫ਼ਰਤ ਕਰਦੇ ਨੇ, ਪਰ ਕਿਉਂਕਿ ਉਹ ਇਹਨਾਂ ਦੀ ਹੁਣ ਸਰਕਾਰੀ ਐਂਬਲਮ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਕਿ ਉਸ ਅਸ਼ੋਕ ਨੂੰ ਇਹ ਸ਼ੰਕਰਾਚਾਰੀਆ ਜਾਂ ਚਾਣਕਿਆ ਜਾਂ ਕਿਸੇ ਹੋਰ ਬੋਧੀ ਵਾਲੇ ਦੇ ਨਾਲ ਜਿਹੜਾ ਉਹਦੇ ਇਮੇਜ ਨਾਲ ਰਿਪਲੇਸ ਕਰਨ, ਅਜੇ ਤਾਂ ਅਸ਼ੋਕ ਚੱਕਰ ਹੀ ਇਸਤੇਮਾਲ ਕਰਦੇ ਨੇ। ਉਹੀ ਐਂਬਲਮ ਦੇ ਥੱਲੇ ਜਿਹੜੀ ਹੈ ਉਹਨਾਂ ਨੇ ਸਾਂਝੀ ਯਾਦ ਔਰ 30 ਉਹਦੇ ਤੇ ਡਾਟ ਲੱਗੇ ਹੋਏ ਨੇ। ਹੁਣ ਉਹਦੇ 'ਚ ਜਿਹੜੀ ਗੱਲ ਨੇ ਮੇਰਾ ਧਿਆਨ ਖਿੱਚਿਆ ਔਰ ਹੈਡਲਾਈਨ ਉਹਨਾਂ ਦੇ ਸਾਰੇ ਮੀਡੀਆ ਦੀ ਬਣੀ ਹੋਈ ਹੈ, ਇਜ਼ਰਾਈਲ ਐਨਵੋਏ ਪ੍ਰੇਜ਼ਸ ਇੰਡੀਆ ਫॉर ਲੈਕ ਆਫ ਐਂਟੀ ਸੈਮਿਟਿਜ਼ਮ। ਕਿ ਦੇਖੋ ਇੰਡੀਆ ਇੱਥੇ ਹੁਣ ਐਂਟੀ ਸੈਮਿਟਿਜ਼ਮ ਇਹਦਾ ਇਵੇਂ ਹੀ ਹੈ ਇਹ ਟਰਮ, ਔਰ ਇਸੇ ਹੀ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ, ਕੱਲ੍ਹ ਹੀ ਅਸੀਂ ਪਰਸੋਂ ਜਦੋਂ ਨਿਊ ਜਰਸੀ ਜਾ ਰਹੇ ਸੀ ਔਰ ਉਹਦੇ 'ਚ ਰਾਹ 'ਚ ਡਾਕਟਰ ਰਣਜੀਤ ਸਿਮਰਾ ਨਾਲ ਗੁਫ਼ਤਗੂ ਹੋ ਰਹੀ ਸੀ, ਤੇ ਜਦੋਂ ਹਿੰਦੂ ਫੋਬੀਆ ਲਫ਼ਜ਼ ਦਾ ਜ਼ਿਕਰ ਉਹਨਾਂ ਨੇ ਉਸ ਤੋਂ ਪ੍ਰੀਵੀਅਸ ਡੇ ਪ੍ਰੋਗਰਾਮ ਸੁਣਿਆ ਹੋਇਆ ਸੀ। ਉਹ ਕਹਿੰਦੇ ਵੀ ਦੇਖੋ ਇਹ ਕਿਹੜਾ ਹਿੰਦੂ ਫੋਬੀਆ ਇਹਨਾਂ ਨੇ ਕੱਢ ਲਿਆ ਕਿ ਯੂਨਾਈਟਿਡ ਨੇਸ਼ਨਸ 'ਚ ਤ੍ਰਿਮੂਰਤੀ ਜਿਹੜਾ ਇਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਜਾਂ ਐਂਬੈਸਡਰ ਹੈ, ਉਹ ਇਹ ਕਹਿ ਰਿਹਾ ਕਿ ਜੀ ਇਹ ਦੇਖੋ ਇਹ ਵੈਸਟਰਨ ਕੰਟਰੀਜ਼ ਔਰ ਦੂਸਰਿਆਂ ਨੂੰ ਉਹਨਾਂ ਨੂੰ ਕਹਿ ਰਿਹਾ ਕਿ ਹਿੰਦੂ ਫੋਬੀਆ ਰੈਕਗਨਾਈਜ਼ ਕਰੋ ਕਿ ਵੀ ਇਹ ਕਿਵੇਂ, ਔਰ ਉਹ ਉਸੇ ਹਿੰਦੂ ਦੀ ਡੈਫੀਨੇਸ਼ਨ 'ਚੋਂ ਸਿੱਖ ਔਰ ਬੁੱਧਿਸਟ ਔਰ ਜੈਨਸ ਨੂੰ ਵੀ ਘੜੀਸ ਕੇ ਲਿਆ ਰਿਹਾ ਔਰ ਕਹਿ ਰਿਹਾ ਜੀ ਇਹ ਜਦੋਂ ਵੀ ਹੁਣ ਕੋਈ ਬਾਹਰਲਾ ਕਰਦਾ ਜੀ ਤੁਸੀਂ ਇਹ ਕੀ ਕਰ ਰਹੇ ਹੋ, ਤੁਸੀਂ ਮੁਸਲਮਾਨਾਂ ਦਾ ਜੈਨੋਸਾਈਡ ਕਰਨ ਜਾ ਰਹੇ ਹੋ, ਤੁਹਾਡੀ ਧਰਮ ਸੰਸਦ ਉਹਦੀ ਜਿਹੜੀ ਹੈ ਉਹ ਕਾਲ ਦਿੰਦੇ ਨੇ ਉਹ ਤੁਹਾਡੇ ਗੁੰਡੇ ਸਾਧੂ ਰਲ ਕੇ, ਜਾਂ ਬਾਕੀ ਸਟੇਟਾਂ ਦੇ ਵਿੱਚ ਕੀ ਹੋ ਰਿਹਾ। ਔਰ ਉਸ ਸਾਰੇ ਕ੍ਰਿਟਿਸਿਜ਼ਮ ਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਟਰਮ ਕਾਇਨ ਕਰ ਲਈ ਹਿੰਦੂ ਫੋਬੀਆ। ਹੁਣ ਜੇ ਅਦਰਵਾਈਜ਼ ਤੁਸੀਂ ਦੇਖੋ ਵੀ ਇਹ ਕਿਵੇਂ ਕਨਵੋਲੂਟਡ ਮਾਈਂਡਡ ਨੇ, ਅਦਰਵਾਈਜ਼ ਇਹ ਹਿੰਦੂ ਦੀ ਤੁਸੀਂ ਡੈਫੀਨੇਸ਼ਨ ਦੇਖੋ। 2 ਦਿਨ ਪਹਿਲਾਂ ਮੈਂ ਰਾਮ ਜੇਠ ਮਲਾਨੀ ਜਿਹੜਾ ਬੀਜੇਪੀ ਦਾ ਕਦੇ ਵਾਈਸ ਪ੍ਰੈਜ਼ੀਡੈਂਟ ਹੁੰਦਾ ਸੀ, ਉਹਦਾ ਹੁਣ ਤਾਂ ਮਰ ਗਿਆ ਉਸ ਦਾ ਮੈਂ ਇੱਕ ਦੇਖ ਰਿਹਾ ਸੀ, ਉਹ ਆਪ ਕੀ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ, ਜਿਹੜਾ ਉਹਨੇ ਇੱਕ ਹੋਰ ਆਰਐਸਐਸ ਦਾ ਹੀ ਉਹ ਫਰਾਡੀਆ ਹੈਗਾ ਉਹ ਕਰਦਾ, ਤੇ ਉਹਦੇ 'ਚ ਉਹ ਬੜੇ ਫਖਰ ਨਾਲ ਕਹਿੰਦਾ ਹੈ ਕਿ ਮੈਂ ਉਹ ਕੇਸ ਪਲੀਡ ਕੀਤਾ ਸੁਪਰੀਮ ਕੋਰਟ ਦੇ ਵਿੱਚ ਜਿਹਦੇ 'ਚ ਹਿੰਦੂ ਤਵਾ ਨੂੰ ਸੁਪਰੀਮ ਕੋਰਟ ਨੇ ਰੈਕਗਨਾਈਜ਼ ਕੀਤਾ ਔਰ ਉਹ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਸ ਮੁਲਕ ਦੀ ਆਈਡੀਓਲੋਜੀ ਹਿੰਦੂ ਤਵਾ ਹੈ ਔਰ ਹਰ ਕੋਈ ਇੱਥੇ ਰਹਿਣ ਵਾਲਾ ਹਿੰਦੂ ਹੈ। ਹੁਣ ਤੁਸੀਂ ਦੇਖੋ, ਔਰ ਹੁਣ ਜਦੋਂ ਵੀ ਇਹ ਕਿਹਾ ਜਾਂਦਾ ਉਹਨੂੰ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਹੀ ਕੋਟ ਕੀਤਾ ਜਾਂਦਾ ਹੈ ਕਿ ਹਿੰਦੂ ਕੋਈ ਧਰਮ ਦਾ ਨਾਂ ਨਹੀਂ ਹੈ, ਹਿੰਦੂ ਵੇ ਆਫ ਲਾਈਫ ਹੈ ਔਰ ਇੰਡਸ ਦਰਿਆ ਦੇ ਇਸ ਕੰਢੇ ਰਹਿਣ ਵਾਲਿਆਂ ਦੇ ਲਈ ਵੇ ਆਫ ਲਾਈਫ ਹੈ। ਹੁਣ ਜੇ ਵੇ ਆਫ ਲਾਈਫ ਹੈ ਤੇ ਯੂਐਨ ਦੇ ਵਿੱਚ ਇਹਨਾਂ ਦਾ ਨੁਮਾਇੰਦਾ ਕਹਿ ਰਿਹਾ ਹਿੰਦੂ ਫੋਬੀਆ, ਤੁਸੀਂ ਕਿਵੇਂ ਫਿਰ ਤੁਸੀਂ ਖੁਦ ਉਸ ਲੈਂਡ 'ਚ ਰਹਿਣ ਵਾਲੇ ਜਿਹੜੇ ਹਿੰਦੂ ਨੇ ਉਹ ਤਾਂ 200 ਮਿਲੀਅਨ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਲਾਈਨ ਲੈਂਦੇ ਨੇ, ਉਹ ਤਾਂ 30 ਮਿਲੀਅਨ ਸਿੱਖਾਂ ਨੂੰ ਜਿਹੜਾ ਹੈ ਉਹ ਟਾਰਗੇਟ ਕਰਦੇ ਨੇ, ਉਹ 35 ਮਿਲੀਅਨ ਈਸਾਈਆਂ ਨੂੰ ਕਰਦੇ ਨੇ, 100 ਮਿਲੀਅਨ ਟਰਾਈਬਲਸ ਨੂੰ ਕਰਦੇ ਨੇ, ਉਹਨਾਂ ਤੋਂ ਡਬਲ ਦਲਿਤਸ ਨੂੰ। ਜੇ ਹਿੰਦੂ ਲਫ਼ਜ਼ ਐਜ਼ ਪਰ ਕਨਸਟੀਟਿਊਸ਼ਨ ਔਰ ਸੁਪਰੀਮ ਕੋਰਟ ਦੇ ਡਿਸੀਜਨ ਦੇ ਥੱਲੇ ਵੇ ਆਫ ਲਾਈਫ ਹੈ, ਉੱਥੇ ਰਹਿਣ ਵਾਲਾ ਹਰ ਇੱਕ ਹਿੰਦੂ ਹੈ, ਤੇ ਫਿਰ ਕਿਹੜਾ ਧਰਮ ਹੈ ਹਿੰਦੂ ਨੂੰ ਡਿਫਾਈਨ ਕਰਨ ਲਈ ਕਿਹੜਾ ਧਰਮ ਹੈ ਜਿਹਦਾ ਤੁਸੀਂ ਫੋਬੀਆ ਕ੍ਰੀਏਟ ਕਰਨਾ। ਪਰ ਜਿਹੜੀ ਮੈਂ ਡਿਸਕਸ਼ਨ ਡਾਕਟਰ ਸਾਹਿਬ ਨਾਲ ਜਿਹਦਾ ਜ਼ਿਕਰ ਕੀਤਾ, ਮੈਂ ਕਿਹਾ ਜੀ ਜੇ ਦੁਨੀਆ ਦੇ ਵਿੱਚ ਕਨਵੋਲਿਊਟਡ ਮਾਈਂਡ ਦੇਖਣਾ ਹੈ ਬ੍ਰਾਹਮਣ ਦਾ, ਤੇ ਫਿਰ ਸਿਰਫ ਤੇ ਸਿਰਫ ਉਹਨੂੰ ਤੁਸੀਂ ਦੇਖੋ ਕਿ ਹਿੰਦੂ ਫੋਬੀਆ ਟਰਮ ਨੂੰ ਇਹ ਹੁਣ ਉਸ ਲੈਵਲ ਤੇ ਲੈ ਕੇ ਜਾਣਗੇ ਜਿਵੇਂ ਐਂਟੀ ਸੈਮਿਟਿਜ਼ਮ ਇਹਨਾਂ ਨੇ ਬਣਾ ਦਿੱਤਾ ਹੈ। ਹੁਣ ਖੁਦ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਹਮੇਸ਼ਾ ਜਿਹੜੇ ਪਰਸੀਕਿਊਟਡ ਲੋਕ ਨੇ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦੇ ਹਾਂ। ਯਹੂਦੀਆਂ ਦੇ ਨਾਲ ਜੋ ਹਿਟਲਰ ਨੇ ਕੀਤਾ ਯੂਰਪ 'ਚ ਹੋਇਆ, ਅਸੀਂ ਹਮੇਸ਼ਾ ਉਸ ਲਾਈਨ ਦੇ ਉੱਤੇ ਗੱਲ ਕਰਦੇ ਹਾਂ। ਪਰ ਤੁਸੀਂ ਦੇਖੋ ਵੀ ਇਹਨਾਂ 75 ਸਾਲਾਂ 'ਚ 1948 'ਚ ਇਜ਼ਰਾਈਲ ਬਣਨ ਤੋਂ ਬਾਅਦ ਇਜ਼ਰਾਈਲ ਖੁਦ ਫਲਸਤੀਨੀਆਂ ਨਾਲ ਕੀ ਕਰਦਾ, 20% ਦੇ ਕਰੀਬ ਜਿਹੜੇ ਅਰਬ ਇਜ਼ਰਾਈਲ 'ਚ ਰਹਿੰਦੇ ਨੇ ਜਿਹੜੇ ਫਲਸਤੀਨੀ ਨਹੀਂ ਨੇ, ਉਹਨਾਂ ਨੂੰ ਕਿਵੇਂ ਸੈਕੰਡ ਕਲਾਸ ਸਿਟੀਜ਼ਨ ਬਣਾਇਆ ਹੋਇਆ। ਤੇ ਦੁਨੀਆ ਦੇ ਵਿੱਚ ਜੇ ਕੋਈ ਫਲਸਤੀਨੀਆਂ ਨਾਲ ਉਹਨਾਂ ਦੇ ਜ਼ੁਲਮ ਦੀ ਗੱਲ ਵੀ ਕਰੇ ਤਾਂ ਰੌਲਾ ਪਾ ਦਿੰਦੇ ਨੇ ਜੀ ਐਂਟੀ ਸੈਮਿਟਿਜ਼ਮ। ਹੁਣ ਇਹਨਾਂ ਤੋਂ ਹੀ ਸਬਕ ਉਹ ਲਿਆ ਉਹਨਾਂ ਨੇ ਅੱਗੋਂ,
ਔਰ ਉਹ ਉਹਨਾਂ ਨੇ ਜਿਹੜਾ ਹਿੰਦੂਫੋਬੀਆ ਟਰਮ ਕੋਇਨ ਕਰ ਲਈ ਹੈ। ਆਉਣ ਵਾਲੇ ਪੀਰੀਅਡ ਤੁਸੀਂ ਇਹਦਾ ਫ੍ਰੀਕੁਐਂਟ ਯੂਜ਼ ਦੇਖੋਗੇ ਕਿ ਜਦੋਂ ਵੀ ਕੋਈ ਇੰਡੀਆ ਜੋ ਕੁਝ ਆਪਣੀਆਂ ਮਾਈਨੋਰਟੀਜ਼ ਨਾਲ ਕਰ ਰਿਹਾ ਉਸ ਬਾਰੇ ਆਵਾਜ਼ ਚੁੱਕੇਗਾ, ਵੈਸਟਰਨ ਮੀਡੀਆ ਚੁੱਕੇ ਜਾਂ ਯੂਐਸ ਸਰਫ ਜਾਂ ਯੂਐਸ ਕਾਂਗਰਸ ਜਾਂ ਬ੍ਰਿਟਿਸ਼ ਪਾਰ, ਇਹ ਕਹਿਣਗੇ ਜੀ ਹਿੰਦੂਫੋਬੀਆ। ਹੁਣ ਇਹ ਜਦੋਂ ਬੇਸ਼ਰਮ ਇਹਨਾਂ ਦਾ ਇਜ਼ਰਾਈਲੀ ਐਂਬੈਸਡਰ ਇਹ ਕਹਿ ਰਿਹਾ ਹੈ ਕਿ ਜੀ ਇੱਥੇ ਐਂਟੀ ਸੈਮਿਟਿਜ਼ਮ, ਇਹਨਾਂ ਨੇ ਨਹੀਂ ਪੜ੍ਹਿਆ ਹੈ ਗੋਲਵਲਕਰ ਦੇ ਜਿਹੜੇ ਆ ਬੰਚ ਆਫ ਥਾਟਸ, ਇਹਨਾਂ ਨੂੰ ਨਹੀਂ ਪਤਾ ਹੈ ਵੀ ਆਰਐਸਐਸ ਜਿਹੜਾ ਅੱਜ ਰੂਲ ਕਰ ਰਿਹਾ ਹੈ ਉਹਦੀ ਤਾਂ ਆਈਡੀਓਲੋਜੀ ਉਹ ਹੈ ਜੋ ਹਿਟਲਰ ਦੀ ਆਈਡੀਓਲੋਜੀ ਸੀ। ਕਿ ਇਹਨਾਂ ਨੂੰ ਭੁੱਲ ਗਿਆ ਉੱਥੇ ਇੰਡੀਆ ਜਾ ਕੇ, ਇਹਨਾਂ ਨੂੰ ਭੁੱਲ ਜਾਂਦਾ ਵੀ ਨਾਜ਼ੀਆਂ ਨੇ ਯਹੂਦੀਆਂ ਦੇ ਨਾਲ ਕੀ ਕੀਤਾ ਔਰ ਉਹਨਾਂ ਤੋਂ ਮੋਟੀਵੇਸ਼ਨ ਲੈ ਕੇ, ਇਨਸਪੀਰੇਸ਼ਨ ਲੈ ਕੇ ਆਰਐਸਐਸ ਫਾਊਂਡ ਕੀਤੀ ਜਾਂਦੀ ਹੈ ਜੀ। ਔਰ ਉਹੀ ਆਰਐਸਐਸ ਜੋ ਅੱਜ ਜੋ ਕੁਝ ਉਹਨਾਂ ਨੇ ਨਾਜ਼ੀਆਂ ਨੇ ਇਹਨਾਂ ਦੇ ਨਾਲ ਕੀਤਾ ਸੀ ਜਾਂ ਰੋਮਨ ਕੈਥੋਲਿਕਸ ਨਾਲ ਕੀਤਾ ਸੀ ਜਾਂ ਜਿਪਸੀਆਂ ਨਾਲ ਕੀਤਾ ਸੀ, ਉਹੀ ਅਕਲੀਅਤਾਂ ਦੇ ਨਾਲ ਕਰ ਰਹੀ ਹੈ। ਔਰ ਯਹੂਦੀ ਕਿੰਨੇ ਕਨੇ ਇੰਡੀਆ 'ਚ ਜਿਨ੍ਹਾਂ 'ਚੋਂ ਜਿਹੜਾ ਉਹਨਾਂ ਨੇ ਲੱਭਣਾ ਕਿ ਜੀ ਉਹਨਾਂ 'ਚ ਐਂਟੀ ਸੈਮਿਟਿਜ਼ਮ ਹੈ ਕਿ ਨਹੀਂ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਕਹਿ ਸਕਦੇ 20ਵੀਂ ਸਦੀ ਦਾ ਇਤਿਹਾਸ ਕੱਢ ਦਿਓ, ਉਹਨਾਂ ਨੂੰ ਕਹਿਣ ਜੀ ਅਸੀਂ ਚੋਜ਼ਨ ਪੀਪਲ ਆਫ ਦਾ ਗॉड ਹੈ ਯਹੂਦੀ, ਔਰ ਇਹ ਬ੍ਰਾਹਮਣ, ਇਹ ਬ੍ਰਹਮਾ ਦੇ ਮੂੰਹ 'ਚੋਂ ਨਿਕਲੇ ਨੇ। ਵਰਣ ਆਸ਼ਰਮ ਤਾਂ ਬਾਅਦ ਦੀ ਗੱਲ ਹੈ, ਇਹ ਤਾਂ ਬ੍ਰਾਹਮਣ। ਇਸ ਲਈ ਦੁਨੀਆ ਦੇ ਵਿੱਚ ਸਿਰਫ ਇਹੀ ਦੋ ਹੀ, ਫਿਰ ਹਿੰਦੂ ਲਫ਼ਜ਼ ਨਾ ਕਿਹਾ ਜਾਏ ਇੰਡੀਆ, ਫਿਰ ਬ੍ਰਾਹਮਣ ਕਿਹਾ ਜਾਏ ਕਿ ਭਾਈ ਬ੍ਰਾਹਮਣ ਔਰ ਯਹੂਦੀ, ਕਿਉਂਕਿ ਉਹ ਚੋਜ਼ਨ ਪੀਪਲ ਆਫ ਦਾ ਗॉड, ਉਹ ਬ੍ਰਾਹਮਣ ਜਿਹੜੇ ਨੇ ਉਹ ਬ੍ਰਹਮਾ ਦੇ ਮੂੰਹ 'ਚੋਂ ਨਿਕਲੇ ਹੋਏ, ਬਾਕੀ ਸਾਰੇ ਤਾਂ ਸ਼ੂਦਰ ਹੀ ਨੇ ਉਹਨਾਂ ਦੇ ਲਈ। ਉਹ ਤੁਸੀਂ ਸਾਂਝ ਆਪਣੀ ਖੜੀ ਕਰ ਸਕਦੇ ਹੋ। ਪਰ ਇੰਡੀਆ ਇਜ਼ਰਾਈਲ ਦੇ ਨਾਲ ਕਹਿ ਕੇ ਕਿ ਜੀ ਇੱਥੇ ਕੋਈ ਐਂਟੀ ਸੈਮਿਟਿਜ਼ਮ ਨਹੀਂ ਹੈ, ਇਹ ਤਾਂ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉਹਨਾਂ ਨੇ ਤਾਂ ਸਿੱਖਿਆ ਹੀ ਉਹਨਾਂ ਤੋਂ ਹੈ ਜਿਨ੍ਹਾਂ ਨੇ ਤੁਹਾਡਾ ਜੋ ਹਸ਼ਰ ਕੀਤਾ ਹਿਟਲਰ ਨੇ। ਪਰ ਕਿਸ ਹੱਦ ਤੱਕ ਮੌਕਾ ਪ੍ਰਸਤੀ, ਕਿਸ ਹੱਦ ਤੱਕ ਘਟੀਆ ਸਿਆਸਤ, ਕਿਸ ਹੱਦ ਤੱਕ ਲਿਮਿਟਿਡ ਲਾਭਾਂ ਦੀ ਗੱਲ ਹੈ ਕਿ ਅੱਜ ਉਹ ਇਜ਼ਰਾਈਲ ਜਿਹੜਾ ਚੀਕਾਂ ਮਾਰਦੇ ਨੇ ਕਿ ਜੀ ਸਾਡੇ ਨਾਲ ਪਰਸੀਕਿਊਸ਼ਨ ਹੋਈ ਔਰ ਦੁਨੀਆ 'ਚ ਨਾਰਾ ਲੱਗਾ ਨੈਵਰ ਅਗੇਨ, ਅੱਜ ਉਸ ਮੁਲਕ ਦੇ ਵਿੱਚ ਖਲੋ ਕੇ ਇੱਕ ਯਹੂਦੀ ਜਿਹੜਾ ਉਹ ਇਹ ਕਹਿ ਰਿਹਾ ਹੈ ਕਿ ਜੀ ਦੇਖੋ ਕਿੰਨਾ ਜ਼ਬਰਦਸਤ ਮੁਲਕ ਹੈ, ਕਿੰਨਾ ਸੈਕੂਲਰ ਮੁਲਕ ਹੈ, ਇੱਥੇ ਤਾਂ ਕੋਈ ਐਂਟੀ ਸੈਮਿਟਿਜ਼ਮ ਨਹੀਂ। ਜਦੋਂ ਕਿ ਜੈਨੋਸਾਈਡ ਵਾਚ ਔਰ ਦੂਸਰੀਆਂ ਦੁਨੀਆ ਦੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹਿਊਮਨ ਰਾਈਟਸ ਜਿਨ੍ਹਾਂ 'ਚ ਅਗੇਨ ਉਹ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼ ਹੋਏ ਜਾਂ ਦੂਸਰੀਆਂ ਇੱਥੇ ਹੋਣ, ਉਹ ਉਹਨਾਂ ਦੇ ਵਿੱਚ ਵੀ ਯਹੂਦੀ ਅੱਗੇ ਨੇ ਜਿਹੜੇ ਕਿ ਆਵਾਜ਼ ਚੁੱਕਦੇ ਨੇ ਹਿਊਮਨ ਰਾਈਟਸ ਦੇ ਲਈ। ਪਰ ਇਹ ਕਿਸ ਹੱਦ ਤੱਕ ਜਾ ਕੇ ਉਹਨਾਂ ਦੀ ਤਾਰੀਫ ਦੇ ਵਿੱਚ ਇਹ ਭੁੱਲ ਗਏ ਕਿ ਭਾਈ ਇਹ ਤਾਂ ਆਈਡੀਓਲੋਜੀ ਉਹ ਹੈ ਜਿਹਦੇ ਥੱਲੇ ਤੁਸੀਂ 6 ਮਿਲੀਅਨ ਦੀ ਫਿਗਰ ਦਿੰਦੇ ਹੋ ਕਿ ਸਾਡੇ ਬੰਦੇ ਮਾਰੇ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਯੂਕਰੇਨ ਦੇ ਹਵਾਲੇ ਨਾਲ ਕਿ ਯੂਕਰੇਨ ਦਾ ਇਸ਼ੂ ਇਸ ਵੇਲੇ ਇੱਕ ਭਖਦਾ ਇਸ਼ੂ ਹੈ। ਸੋ ਰੂਸ ਦੀ 1 ਲੱਖ ਜਿਹੜੀ ਫੌਜ ਹੈ ਯੂਕਰੇਨ ਦੀ ਸਰਹੱਦ ਤੇ ਖੜੀ ਹੈ ਤੇ ਕਿਸੇ ਵੇਲੇ ਵੀ ਯੂਕਰੇਨ ਵਿੱਚ ਦਾਖਲ ਹੋ ਸਕਦੀ ਹੈ। ਸੋ ਅਮਰੀਕਾ ਅਤੇ ਨਾਟੋ ਨੇ ਵੀ ਈਸਟਰਨ ਯੂਰਪ ਵਿੱਚ ਆਪਣੇ ਲੜਾਕੂ ਜਹਾਜ਼ ਅਤੇ ਹੋਰ ਜੰਗੀ ਜਿਹੜੀ ਸਮੱਗਰੀ ਹੈ ਭੇਜੀ ਹੈ। ਸੋ ਭਾਵੇਂ ਗੱਲਬਾਤ ਵੀ ਚੱਲ ਰਹੀ ਹੈ ਪਰ ਯੂਕਰੇਨ ਦੇ ਮੁੱਦੇ ਤੇ ਟਕਰਾਅ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਵੱਧਦੀਆਂ ਜਾ ਰਹੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਜੇ ਤੁਸੀਂ ਦੁਨੀਆ ਦੇ ਨਕਸ਼ੇ ਵੱਲ ਨਜ਼ਰ ਮਾਰੋ ਮੁਲਕਾਂ ਦਾ ਤੇ 3 ਹੌਟ ਸਪੌਟ ਨੇ ਜੇ ਅਸੀਂ ਪੋਲੀਟੀਕਲ ਟਰਮੀਨੋਲੋਜੀ ਇਸਤੇਮਾਲ ਕਰੀਏ ਜਿੱਥੇ ਕਿ ਕਨਫਲਿਕਟ ਵੱਧਦਾ ਨਜ਼ਰ ਆ ਰਿਹਾ ਜੀ ਔਰ ਉਹ ਕੀ ਟਰਨ ਲਏਗਾ। ਬੇਸ਼ੱਕ ਜਦੋਂ ਅਸੀਂ ਅੱਜ ਦੀ ਦੁਨੀਆ ਦੇ ਵਿੱਚ ਨਿਊਕਲੀਅਰ पावर्स की गल करते हैं, रशिया और यूके और फ्रांस और अमेरिका और इवन चाइना और इजराइल और ये सारे जड़े ने वो न्यूक्लियर पावर्स ने, लेकिन इस दे बावजूद कदों फ्लेयर अप हो जाती है कोई सिचुएशन, कई बार एक इस किस्म का चेन रिएक्शन बन जाता है कि ना चाहद्या होया भी मुल्क उस दे विच घड़ीसे जाते हैं और फिर वो एक जान का खाऊ बन जाता है कुल इंसानियत के लिए। जे असी फर्स्ट वर्ल्ड वॉर और सैकेंड वर्ल्ड वॉर इन्हां दी गल करिए तो कई बार बेशक हॉस्टिलिटीज़ एग्जिस्ट करदियां सी पर एक अद्धा पॉइंट ही प्रेसिपिटेटिंग पॉइंट बन गया जिहदे थल्ले जिवें फर्स्ट वर्ल्ड वॉर वेले असी देखते हैं यही जिन्हां नूं अज असी ये बॉसनीआ सर्बिया और ये सारी बैल्ट कहते हैं इस दे विच एक असैसीनेशन हुंदी है और उस दे नाल एक तो बाद एक उहदे च घड़ीसिया चला जाता है। यूरोप जिहड़ा उसदा दी लपेट च आ जाता है तो यूरोप ने दुनिया भर नूं कॉलोनाइज किया होया सी, बाकी सारियां ताकतां उहदे च घड़ीसियां जांदियां ने और फिर 4 साल जिन्हों असी वर्ल्ड वॉर 1 कहते हैं वो वापरदी है। सैकेंड वर्ल्ड वॉर दे विच हालां हिटलर दा राइज और उस दियां जो परसीक्यूशन माइनॉरिटीज़ की दौर दौरा चल रहा सी और चैंबरलेन नाल समझौता करके हिटलर ये समझदा सी कि भी उन्हें कंटेन कर लिया, पर जो ही जिहड़ा जर्मन पोलैंड दे विच और दूसरे च अपनी एडवांसमेंट करदा है और शुरू की जिहड़ी उहदी उन्हां दा टेक ओवर सी स्टालिन और हिटलर ने मिल के बाल्टिक स्टेटां उन्होंने हड़प लईआं सी स्टालिन ने, उदों भी यूरोप नूं लगदा सी कोई नहीं ये, पर जदों कि एक बार ईगो वध जाती है तो दूसरे पासे एक दा थोड़ा जिहा भी सरेंडर दूसरे नूं ये लगदा है कमजोरी तो उदों फिर वो वधदा जांदा है और नतीजा सैकेंड वर्ल्ड वॉर दे विच असीं देखिया फिर की होया, करोड़ां जानां दा खाऊ और अरबां खरबां दी बर्बादी और लगभग 6 साल चले इस वर्ल्ड वॉर ने किवें सारी दुनिया नूं जिहड़ा है प्रभावित कीता। ਹੁਣ ਅੱਜ ਜਦੋਂ ਅਸੀਂ 3 ਸਪੌਟਸ ਦੀ ਗੱਲ ਕਰ ਰਹੇ ਹਾਂ ਭਾਵੇਂ ਉਹਨਾਂ ਦਾ ਇੱਕ ਦੂਸਰੇ ਨਾਲ ਉਹਨਾਂ ਸੰਬੰਧ ਨਾ ਵੀ ਜੁੜਦਾ ਹੋਇਆ, ਹਾਲਾਂਕਿ ਜੁੜਦਾ ਹੈ ਕਿਸੇ ਨਾ ਕਿਸੇ ਹੱਦ ਤੱਕ ਜੀ। ਇਸ ਵੇਲੇ ਜਿਹੜਾ ਸਭ ਤੋਂ ਵੱਡਾ ਇਹਨਾਂ ਤਿੰਨਾਂ ਚੋਂ ਹੌਟ ਫਲੈਸ਼ ਪੁਆਇੰਟ ਹੈ ਜਿਹੜਾ ਕਿਸੇ ਵੇਲੇ ਵੀ ਯੂਰਪ ਨੂੰ ਔਰ ਫਿਰ ਅਮਰੀਕਾ ਨੂੰ ਔਰ ਫਿਰ ਰੈਸਟ ਆਫ ਦਾ ਵਰਲਡ ਨੂੰ ਜੰਗ ਦੇ ਵਿੱਚ ਧੱਕ ਸਕਦਾ ਹੈ। ਜੇ ਇਹ ਕਹਿਣਾ ਹੋਏ ਦਹਾਨਾ ਲਫ਼ਜ਼ ਇਸਤੇਮਾਲ ਹੁੰਦਾ ਮੂੰਹ ਦੇ ਲਈ कि जंग के दहाने च खड़े ने वो यूक्रेन है। और असी अक्सर जिहड़ा कई हफ्ते पहला जदों ये आया कि रशिया ने अपनी जिहड़ी है वो 1 लाख फौज लिया के यूक्रेन के बॉर्डर ते खड़ी कर दी है। उस तो पहला जिहड़ियां पाबंदियां इकनॉमिकल सैंक्शनस रशिया के उत्ते लगियां ने वो क्रीमिया नूं लैके सी जिहड़ा हिस्सा सी यूक्रेन का और किवें उस नूं हड़पिया रशिया ने और रेफरेंडम का ड्रामा करके अदरवाइज कर लिया। हुण यूक्रेन की एक अपनी हिस्टरी है और यूक्रेन नूं एक पासे नैटो अमरीका के कहण दे उत्ते जिहड़ा उहदा हिस्सा बनाना चाहुंदी है पर उस नूं रशिया अपना बैकयार्ड समझदा है और यूक्रेन का भी 2 हिस्सिਆਂ नूं जे असीं डिवाइड करके देखिए तो एक हिस्सा ऐसा है जिथे कि रशियन स्पीकिंग लोगों की मेजोरिटी है और रशिया ये समझदा है भी जे जिस तरीके नाल नैटो ईस्टर्न यूरोप दे विच एक्सपैंड कर रही है, पोलैंड ऑलरेडी मैंबर है और यूक्रेन की मैंबरशिप लिए अपलाई किया होया उन्होंने और यही
ਈਵਨ ਬੈਲਾਰੂਸ ਦੇ ਹਵਾਲੇ ਨਾਲ ਵੀ ਜਿੱਥੇ ਪਹਿਲਾਂ ਗੜਬੜ ਰਹੀ ਅੱਛਾ। ਇਹ ਰਸ਼ੀਆ ਨੇ ਆਪਣੀ ਕਜ਼ਾਕਿਸਤਾਨ ਦੇ ਵਿੱਚ ਵੀ ਫੌਜ ਭੇਜੀ। ਸੋ ਇਹ ਜਿਹੜਾ ਇਸ ਵੇਲੇ ਕਸ਼ਮਕਸ਼ ਚੱਲ ਰਹੀ ਹੈ, ਔਰ ਇਹ ਅਨਫੋਰਚੂਨੇਟਲੀ ਅਮਰੀਕਾ 'ਚ ਟਰੰਪ ਈਰਾ ਦੇ ਵਿੱਚ ਜਿਵੇਂ ਨੈਟੋ ਨੂੰ ਟਰੰਪ ਨੇ ਕਮਜ਼ੋਰ ਕੀਤਾ ਹੈ, ਇਹ ਲਾਈਨ ਲਈ ਕਿ ਜੀ ਅਸੀਂ ਕਿਉਂ ਖਰਚ ਕਰੀਏ, ਨੈਟੋ ਵਾਲੇ ਦੇਣ, ਔਰ ਉਹ ਇੱਕ ਐਬੰਡਨ ਕਰਨ ਵਾਂਗ ਸੀ। ਰਸ਼ੀਆ ਦਾ ਹੌਸਲਾ ਵੱਧਦਾ ਗਿਆ ਔਰ ਫਿਰ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਨੀਤੀਆਂ ਰਸ਼ੀਆ ਨੇ ਅਮਰੀਕਾ ਨੇ ਈਵਨ ਚਾਈਨਾ ਦੇ ਨਾਲ ਉਸ ਸਾਰੇ ਪਾਰਟ 'ਚ ਲਈਆਂ, ਉਸ ਨੇ ਰਸ਼ੀਆ ਨੂੰ ਹੋਰ ਅਨੋਏ ਕੀਤਾ। ਰਸ਼ੀਆ ਔਰ ਚਾਈਨਾ ਟੁਗੈਦਰ ਆ ਗਏ। ਰਸ਼ੀਆ ਨੇ ਕਿਹਾ ਜੀ ਚਾਈਨਾ ਵੱਡਾ ਭਰਾ ਹੈ ਔਰ ਜੁਆਇੰਟ ਇਕੱਲੇ ਹੀ ਨਹੀਂ ਆਏ। ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਕਿ ਥਰਡ ਟਾਈਮ ਈਵਨ ਈਰਾਨ ਦੇ ਉੱਤੇ ਜੋ ਸਮਝੌਤਾ ਨਿਊਕਲੀਅਰ ਨੂੰ ਲੈ ਕੇ ਉਹਨਾਂ ਦੀ ਐਟੋਮਿਕ ਏਜੰਸੀ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਦੀ ਕੀਤਾ ਸੀ, ਟਰੰਪ ਉਹਦੇ ਚੋਂ ਬਾਹਰ ਨਿਕਲ ਗਿਆ। ਨਤੀਜੇ ਦੇ ਤੌਰ ਤੇ ਜਿਹੜਾ ਈਰਾਨ ਹਮੇਸ਼ਾ ਈਵਨ ਭਾਵੇਂ ਉਹ ਸ਼ਾਹ ਆਫ ਈਰਾਨ ਦੇ ਪੀਰੀਅਡ ਦੀ ਅਸੀਂ ਜੇ ਗੱਲ ਕਰੀਏ, ਖਮੀਨੀ ਦੇ ਪੀਰੀਅਡ 'ਚ ਤਾਂ ਉਹਨੇ ਦੋਨਾਂ ਨੂੰ ਹੀ ਦੁਸ਼ਮਣ ਐਲਾਨਿਆ ਹੋਇਆ ਸੀ। ਖਮੀਨੀ ਨੇ ਅਮਰੀਕਾ ਨੂੰ ਕਹਿੰਦਾ ਸੀ ਬੜਾ ਵੱਡਾ ਸ਼ੈਤਾਨ ਔਰ ਰੂਸ ਨੂੰ ਕਹਿੰਦਾ ਸੀ ਛੋਟਾ ਸ਼ੈਤਾਨ। ਸੋ ਚਲੋ ਛੋਟੇ ਸ਼ੈਤਾਨ ਦੇ ਨਾਲ ਬਗਲਗੀਰ ਤਾਂ ਨਹੀਂ ਸੀ ਈਰਾਨ, ਪਰ ਅਮਰੀਕਾ ਨੇ ਟਰੰਪ ਈਰਾ ਦੇ ਵਿੱਚ ਇਵੇਂ ਈਰਾਨ ਨੂੰ ਡੀਲ ਕੀਤਾ ਕਿ ਇਵੈਂਚੁਅਲੀ ਜਦੋਂ ਰਸ਼ੀਆ ਨੇ ਆਪਣਾ ਸਫੀਅਰ ਆਫ ਇਨਫਲੂਐਂਸ ਵਧਾਇਆ, ਸੀਰੀਆ 'ਚ ਵੀ ਉਹਨੇ ਆਪਣੇ ਰੰਗ ਦਿਖਾਏ ਔਰ ਰਸ਼ੀਆ ਔਰ ਚਾਈਨਾ ਕਲੋਜ਼ ਆਏ ਔਰ ਈਰਾਨ ਵੀ ਉਸ ਖੈਮੇ ਦੇ ਵਿੱਚ ਆ ਗਿਆ। ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ 'ਚ ਇਨਵੈਸਟਮੈਂਟ ਦੀ ਲਾਈਨ ਆਈ। ਇਹੀ ਕਾਰਨ ਹੈ ਕਿ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਜਿੱਥੇ ਚਾਈਨਾ ਦੇ ਨਾਲ ਟਕਰਾਅ ਦੇ ਵਿੱਚ ਜਿਹੜਾ ਅਮਰੀਕਾ ਨੇ ਭਾਰਤ ਦਾ ਮੋਢਾ ਇਸਤੇਮਾਲ ਕਰਕੇ ਪਹਿਲਾਂ ਕੁਆਡ ਔਰ ਫਿਰ ਔਕਸ ਡਿਵੈਲਪ ਕੀਤਾ, ਆਸਟ੍ਰੇਲੀਆ, ਯੂਕੇ ਔਰ ਅਮਰੀਕਾ ਦਾ ਉਹਦੇ 'ਚ ਰੂਸ, ਚੀਨ ਔਰ ਈਰਾਨ ਨੇ ਜੁਆਇੰਟ ਇੱਕ ਮੁਹਾਜ਼ ਬਣਾ ਲਿਆ ਔਰ ਇੰਡੀਅਨ ਓਸ਼ਨ 'ਚ ਉਹਨਾਂ ਨੇ ਪੂਰੇ ਆਪਣੇ ਜਿਹੜੇ ਨੇ ਸਮੁੰਦਰੀ ਜੋ ਉਹਨਾਂ ਦੇ ਜਹਾਜ਼ ਲੜਾਕੂ ਉਹਨਾਂ ਦੇ ਨਾਲ ਜਿਹੜੀਆਂ ਨੇ ਨੇਵਲ ਐਕਸਰਸਾਈਜ਼ਸ ਇਸ ਹਫ਼ਤੇ 'ਚ ਕੀਤੀਆਂ। ਹੁਣ ਜਦੋਂ ਕਿ ਫੌਜ ਰੂਸ ਦੀ ਖੜੀ ਹੈ ਔਰ ਅਨਫੋਰਚੂਨੇਟਲੀ ਬਾਈਡਨ ਦੀ ਪ੍ਰੈਸ ਕਾਨਫਰੰਸ ਜਿਹੜੀ ਇਕੱਲੀ ਇੱਕ ਫੌਪਾ ਨਹੀਂ ਸੀ, ਇੱਕ ਵੀਕਨੈਸ ਦਿਖਾ ਦਿੱਤੀ ਜਿਹਨੇ ਰੂਸ ਨੂੰ ਵੀ ਦੁਸ਼ਮਣ ਤੁਹਾਡੀ ਵੀਕਨੈਸ। ਉਹਨੇ ਕਿਹਾ ਜੀ ਜੇ ਮਾਈਨਰ ਇਨਕਰਜਨ ਹੁੰਦੀ ਹੈ ਤੇ ਅਸੀਂ ਨਹੀਂ ਕਰਾਂਗੇ ਔਰ ਜੇ ਹੁੰਦਾ ਹੈ ਔਰ ਉਹਦਾ ਮਤਲਬ ਇਹ ਹੋ ਗਿਆ ਕਿ ਵੀ ਰੂਸ ਨੂੰ ਇਹ ਹਰੀ ਝੰਡੀ ਸੀ। ਹੁਣ ਜਦੋਂ ਤੱਕ ਇਸ ਨੂੰ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਹੋਈ ਔਰ ਅੱਜ ਸਾਰੀਆਂ ਖਬਰਾਂ ਤੁਸੀਂ ਦੇਖੋਗੇ ਦੁਨੀਆ ਭਰ 'ਚ ਇਸ ਦੇ ਉੱਤੇ ਡਿਸਕਸ ਹੋ ਰਿਹਾ ਔਰ ਅਸੀਂ ਇਹ ਦੇਖਦੇ ਹਾਂ ਕਿ ਯੂਕਰੇਨ, ਬੋਰਿਸ ਜੌਨਸਨ ਵਾਰਨਸ ਰਸ਼ੀਅਨ ਇਨਵੇਜਨ ਵੁੱਡ ਬੀ ਡਿਜ਼ਾਸਟਰਸ। ਹੁਣ ਜਿਹੜਾ ਖੁਦ ਫਸਿਆ ਹੋਇਆ ਇਨਕੁਆਰੀਆਂ ਦੇ ਵਿੱਚ ਬੋਰਿਸ ਜੌਨਸਨ ਔਰ ਇਹਦੀ ਪਾਰਟੀ ਇਹਦੇ ਤੋਂ ਅਸਤੀਫਾ ਮੰਗ ਰਹੀ ਹੈ, ਉਹਨੇ ਇਹ ਧਮਕੀ ਦਿੱਤੀ ਹੈ ਕਿ ਜੇ ਰਸ਼ੀਆ ਇਨਵੇਡ ਕਰਦਾ ਯੂਕਰੇਨ ਨੂੰ ਤੇ ਇਹ ਬਹੁਤ ਤਬਾਹੀ ਦਾ ਹੋਏਗਾ। ਔਰ ਫਿਰ ਅਸੀਂ ਇਹ ਦੇਖਦੇ ਹਾਂ ਕਿ ਰੂਸ ਯੂਕਰੇਨ ਕ੍ਰਾਈਸਿਸ ਦੇ ਵਿੱਚ ਨੈਟੋ ਨੇ ਈਸਟਰਨ ਯੂਰਪ ਦੇ ਵਿੱਚ ਆਪਣੇ ਜੰਗੀ ਜਹਾਜ਼ ਸਮੁੰਦਰੀ ਵੀ ਔਰ ਲੜਾਕੂ ਵਿਮਾਨ ਵੀ ਭੇਜੇ ਨੇ। ਫਿਰ ਅਸੀਂ ਦੇਖਦੇ ਹਾਂ ਯੂਕਰੇਨ US ਟਰੂਪਸ ਔਨ ਹਾਈ ਅਲਰਟ ਓਵਰ ਸਟੈਂਡ ਆਫ ਔਰ 8500 ਕੰਬੈਟ ਰੈਡੀ US ਟਰੂਪਸ ਆਰ ਔਨ ਹਾਈ ਅਲਰਟ ਟੂ ਡਿਪਲੋਏ ਐਟ ਸ਼ੋਰਟ ਨੋਟਿਸ ਐਮਿਡ ਰਾਈਜ਼ਿੰਗ ਟੈਂਸ਼ਨਸ ਓਵਰ ਯੂਕਰੇਨ, ਪੈਂਟਾਗਨ ਸੈਡ। ਅੱਜ ਪੈਂਟਾਗਨ ਨੇ ਕਿਹਾ ਕਿ ਜੀ ਇਹਨੇ 8500 ਅਸੀਂ ਪੂਰੇ ਟਰੂਪ ਰੈਡੀ ਰੱਖੇ ਨੇ ਔਰ ਪ੍ਰੈਜ਼ੀਡੈਂਟ ਬਾਈਡਨ ਨੇ ਜੋ ਉਹਨੇ ਕੀਤਾ ਉਹਦਾ ਜ਼ਿਕਰ ਹੈ। ਔਰ ਪੈਂਟਾਗਨ ਸੈਡ no decision had yet been made on whether to deploy troops। ਰੈਡੀ ਨੇ, ਕੰਬੈਟ ਰੈਡੀ ਡਿਪਲੋਏ ਕਰਨੇ ਨੇ ਕਿ ਨਹੀਂ ਕਰਨੇ ਇਹ ਬਾਅਦ 'ਚ ਦੇਖਾਂ। ਇਟ ਵੁੱਡ ਓਨਲੀ ਹੈਪਨ ਇਫ ਦ ਨੈਟੋ ਮਿਲਟਰੀ ਅਲਾਇੰਸ decide to activate a rapid reaction force or if other situations develop around the Russian troop build-up, said Pentagon Press Secretary John Kirby। There are no plans to deploy to Ukraine itself। ਕਿ ਅਜੇ ਇਹ ਕਿਉਂਕਿ ਦੇਖੋ ਡਿਫੀਟ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਡਿਸਾਈਡ ਹੀ ਨਹੀਂ ਕਰ ਪਾਉਂਦੇ ਕਿ ਕੀ ਹੋ ਰਿਹਾ। ਔਰ ਇਸ ਸਾਰੇ ਦੇ ਚੱਲਦੇ ਹੁਣ ਨੈਟੋ ਦਾ ਹਾਲ ਕੀ ਹੈ ਕਿ ਜਰਮਨ ਦਾ ਜਿਹੜਾ ਨੇਵੀ ਚੀਫ ਹੈ ਉਹ ਇੰਡੀਆ ਦੇ ਦੌਰੇ ਤੇ ਗਿਆ ਹੋਇਆ ਸੀ। ਹੁਣ ਜਰਮਨ ਇਸ ਵੇਲੇ ਵੱਡਾ ਪਲੇਅਰ ਹੈ ਨੈਟੋ 'ਚ। ਉੱਥੇ ਜਾ ਕੇ ਉਹਨੇ ਇੱਕ ਇੰਟਰਵਿਊ ਦਿੱਤਾ ਹੈ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਐਵੇਂ ਤੁਸੀਂ ਰਸ਼ੀਆ ਨੂੰ ਘੇਰ ਰਹੇ ਹੋ, ਰਸ਼ੀਅਨ ਪ੍ਰੈਜ਼ੀਡੈਂਟ ਵਲੈਡੀਮੀਰ ਪੁਟਿਨ deserves respect and that Crimea will never come back to Ukraine। ਕਿ ਯੂਕਰੇਨ ਭੁੱਲ ਜਾਏ ਵੀ ਕਦੇ ਕ੍ਰੀਮੀਆ ਆਏਗਾ, ਐਵੇਂ ਉਹਨੂੰ ਪੁਤਿਨ ਨੂੰ ਨਾ ਰਸ਼ੀਆ ਨੂੰ ਕਰੋ ਤਾਂ ਰਿਸਪੈਕਟ ਚਾਹੁੰਦਾ। ਹੁਣ ਇਹ ਆਪਣੇ ਆਪ 'ਚ ਇੰਨੀ ਵੱਡੀ ਹੈ, ਬਾਈਡਨ ਦੇ ਸਟੇਟਮੈਂਟ ਤੋਂ ਵੀ ਬਦਤਰ ਸੀ। ਨਤੀਜਾ ਜਰਮਨ ਨੇਵੀ ਚੀਫ ਕੁਇਟਸ ਓਵਰ ਯੂਕਰੇਨ ਰਿਮਾਰਕਸ ਐਟ ਦਿੱਲੀ ਇਵੈਂਟ।
ਉਹ ਵੀ ਰੋਏਗੀ, ਉਹਦੀ ਘਰ ਵਾਲੀ ਵੀ ਸਾਰੀ ਉਮਰ, ਕਿਹੜੀ ਦਿੱਲੀ 'ਚ ਜਾ ਕੇ ਇਹ ਸਾਡੇ ਨੂੰ ਕੀ ਖਵਾਤਾ ਉਹਨੇ, ਵੀ ਕੀ ਬੋਲ ਆਇਆ, ਆਪਣੇ ਅਹੁਦੇ ਤੋਂ ਜਾਣਾ ਪਿਆ। ਪਰ ਇਹ ਸ਼ੋਅ ਕਰਦਾ ਹੈ ਵੀ ਨੈਟੋ ਦੇ ਵਿੱਚ ਔਰ ਜਰਮਨ ਦਾ ਨੇਵੀ ਚੀਫ, ਕਿਉਂਕਿ ਲੜਾਈਆਂ ਬਹੁਤ ਸਾਰੀਆਂ ਤੋਂ ਪਾਣੀ ਨਾਲ ਜੁੜੀਆਂ ਹੋਈਆਂ, ਕਿ ਨੇਵੀ ਚੀਫ ਜਿਹੜਾ ਹੈ ਉਹ ਉਹਨੂੰ ਕਹਿੰਦਾ ਹੈਗਾ ਵੀ ਇਹ ਕ੍ਰੀਮੀਆ ਨਹੀਂ ਮਿਲਣਾ ਮੁਲਣਾ, ਉਹ ਭੁੱਲ ਜਾਓ ਔਰ ਪੁਤਿਨ ਨੂੰ ਰਿਸਪੈਕਟ ਦਿਓ। ਸੋ ਲੜਨਾ ਕਿਹਨੇ? ਅਮਰੀਕਾ ਦੇ। ਅਸੀਂ ਬਾਈਡਨ ਦੀ ਗੱਲ ਕੀਤੀ ਔਰ ਐਨ ਇੱਕ ਪਾਸੇ ਇਹ ਇਸ ਕਿਸਮ ਦਾ ਜਿਹੜਾ ਜਿਹਨੂੰ ਸਿਚੁਏਸ਼ਨ ਬਣੀ ਹੋਈ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ ਹੈ। ਹੁਣ ਦੂਸਰਾ ਸਪੌਟ ਅਸੀਂ ਤਾਈਵਾਨ ਚਲੇ ਜਾਂਦੇ। ਹੁਣ ਜੇ ਇਧਰ ਰਸ਼ੀਆ ਨੇ ਐਨਗੇਜ ਕੀਤਾ ਅਮਰੀਕਾ ਨੈਟੋ ਨੂੰ, ਚੀਨ ਨੂੰ ਵੀ ਲੱਗਦਾ ਵੀ ਇਹ ਜਿਹੜਾ ਤਾਈਵਾਨ ਹੈ ਇਹਨੂੰ ਇਹ ਜਿਹੜਾ ਭੁੜਕ ਕੇ ਰਸ਼ੀਆ ਦੇ ਖੈਮੇ 'ਚ ਜਾਂਦਾ ਹੈ। ਚਾਈਨਾ ਸੈਂਡਸ 39 ਵਾਰ ਪਲੇਨਸ ਟੂਵਰਡਸ ਤਾਈਵਾਨ, ਲਾਰਜੈਸਟ ਇਨ ਨਿਊ ਈਅਰ। The formation Sunday night included 24 J-16 fighter jets and 10 J-10 jets among other support aircraft and electronic warfare aircraft। ਵੀ ਚੀਨ ਨੇ ਤਾਈਵਾਨ ਦੇ ਉਹਦੇ ਜਿਹੜਾ ਅਸਮਾਨਾਂ ਦੇ ਉੱਤੇ 39 ਵਾਰ ਪਲੇਨ ਭੇਜ ਦਿੱਤੇ ਨੇ ਔਰ ਇਹ ਜਿਹੜਾ ਉਹਨਾਂ ਨੇ ਉਹਨੂੰ ਇਹ ਦੱਸਿਆ ਹੈ ਤਾਂ ਇੰਟੀਮੀਡੇਟਿੰਗ ਟੈਕਟਿਕ ਹੈ। ਲੇਕਿਨ ਇਹ ਵੀ ਪੋਸੀਬਲ ਹੈ ਕਿ ਜਿਉਂ ਹੀ ਇੱਧਰ ਕੋਈ ਮੁਹਾਜ਼ ਖੁੱਲੇ ਜਾਂ ਕੋਈ ਹੋਏ ਰਸ਼ੀਆ ਦੇ ਖਿਲਾਫ, ਚਾਈਨਾ ਜਿਹੜਾ ਉਹ ਤਾਈਵਾਨ ਦਾ ਕੰਮ ਕਰਦੇ। ਔਰ ਥਰਡਲੀ ਜਿਹਦਾ ਅਸੀਂ ਅੱਗੇ ਨੋਟਿਸ ਨਹੀਂ ਲਿਆ ਪਰ ਇਹ ਇੱਕ ਵੱਡੀ ਡਿਵੈਲਪਮੈਂਟ ਹੈ ਕਿ ਕਿਵੇਂ ਯਮਨ ਦੇ ਵਿੱਚ ਜਿਹੜੀ ਸਿਵਲ ਵਾਰ ਹੈ ਉਹ ਇਸ ਹੱਦ ਤੱਕ ਸਪਿਲ ਓਵਰ ਉਹਦਾ ਹੋਇਆ ਕਿ ਪਹਿਲਾਂ ਜਿਹੜਾ ਉਹਨਾਂ ਨੇ UAE ਦੇ ਵਿੱਚ ਆਬੂ ਧਾਬੀ ਇੱਕ ਉਹਨਾਂ ਨੇ ਮਿਸਾਈਲ ਦਾਗੀ ਡਰੋਨ ਜਿਹਦੇ 3 ਬੰਦੇ ਮਾਰੇ ਗਏ ਸੀ, ਇੱਕ ਪਾਕਿਸਤਾਨੀ ਔਰ 2 ਪੰਜਾਬੀ ਔਰ ਅਨਫੋਰਚੂਨੇਟਲੀ ਦੋਨੋਂ ਹੀ ਸਿੱਖ। ਉਹ ਪਹਿਲੀ ਵਾਰ ਸੀ ਕਿ ਮੇਨਲੈਂਡ UAE ਦੇ ਵਿੱਚ ਉਹਨਾਂ ਨੇ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਔਰ ਇਹ ਇੱਕ ਬੜੀ ਕੰਪਲੈਕਸ ਆ, ਅਸੀਂ ਕਿਸੇ ਦਿਨ ਡਿਟੇਲ ਗੱਲ ਕਰਾਂਗੇ ਕਿ ਯਮਨ ਦੀ ਹਿਸਟਰੀ ਔਰ ਉਸ ਦੇ ਵਿੱਚ ਜਿਹੜਾ ਕੀ ਚੱਲ ਰਿਹਾ ਹੈ, ਕਿਉਂਕਿ ਉੱਥੇ ਵੀ ਜਿਹੜਾ ਸ਼ੀਆ ਮਾਈਨੋਰਿਟੀ ਹੈ ਜਿਹੜੀ ਜਿਨ੍ਹਾਂ ਦੇ ਨਾਲ ਉੱਥੇ ਸਿਵਲ ਵਾਰ ਚੱਲ ਰਹੀ ਹੈ ਔਰ ਸਾਊਦੀ ਅਰੇਬੀਆ ਔਰ UAE ਇੱਕ ਪਾਸੇ ਨੇ ਔਰ UAE ਨੇ ਭਾਵੇਂ ਉੱਥੇ ਫੌਜ ਨਹੀਂ ਭੇਜੀ ਹੋਈ, ਸਾਊਦੀ ਅਰੇਬੀਆ ਤਾਂ ਡਾਇਰੈਕਟ ਬੰਬਾਰਡ ਕਰਦਾ ਔਰ ਮਾਰਦਾ ਉਹਨਾਂ ਨੂੰ, ਲੇਕਿਨ UAE ਦੀ ਜਿਹੜੀ ਟੈਕਟੀਕਲ ਸਪੋਰਟ ਵੀ ਉੱਥੇ ਸੀ। ਉੱਥੋਂ ਦੇ ਜਿਹੜੇ ਗੁਰਿਲਿਆਂ ਨੇ ਜਿਹੜੇ ਈਰਾਨ ਸਪੋਰਟਰ ਵੀ ਕਹੇ ਜਾਂਦੇ ਨੇ, ਹਾਲਾਂਕਿ UAE ਦੀ ਸ਼ਾਇਦ ਆਪਣੀ ਪਾਪੂਲੇਸ਼ਨ 'ਚ ਵੀ ਸ਼ੀਆ ਮੈਜੋਰਿਟੀ ਹੈ ਪਰ ਕੰਟਰੋਲ ਸੁੰਨੀ ਸ਼ੇਖਾਂ ਦਾ ਹੈ। ਔਰ ਹੁਣ ਉਹ ਜਦੋਂ ਉਹਨਾਂ ਨੇ ਡਰੋਨ ਲਾਂਚ ਕੀਤਾ ਵਿਦਨ ਮੇਨਲੈਂਡ ਔਰ UAE ਦੀ ਤਾਂ ਇਨਵੈਸਟਮੈਂਟ ਹੀ ਦੁਨੀਆ ਭਰ 'ਚੋਂ ਇਸ ਦੇ ਉੱਤੇ ਆ ਰਹੀ ਹੈ ਧੜਾ ਧੜ ਕਿ ਭਾਈ ਇਹ ਪੀਸਫੁਲ ਹੈ। ਔਰ ਹੁਣ ਕੱਲ ਵੀ 2 ਜਿਹੜੀਆਂ ਉਹਨਾਂ ਨੇ ਮਿਸਾਈਲਾਂ ਦਾਗੀਆਂ ਉਹਨਾਂ ਨੂੰ ਹਾਲਾਂਕਿ UAE ਨੇ ਦਾਅਵਾ ਕੀਤਾ ਕਿ ਉਹਨਾਂ ਨੇ ਰੋਕ ਲਿਆ, ਪਰ ਇਸ ਤੋਂ ਇਹ ਅਨਫੋਰਚੂਨੇਟ ਪਾਰਟ ਹੈ ਕਿ ਵੀ ਜੇ ਇਹ ਤਿੰਨੋਂ ਹੀ ਸਿਚੁਏਸ਼ਨਸ ਆਊਟ ਆਫ ਕੰਟਰੋਲ ਜਾਂਦੀਆਂ ਨੇ ਤੇ ਫਿਰ ਜੇ UAE ਜਾਂ ਯਮਨ, ਸਾਊਦੀ ਅਰੇਬੀਆ, ਮਿਡਲ ਈਸਟ ਵੀ ਡਰੈਗ ਹੁੰਦਾ ਹੈ, ਯੂਰਪ ਦੇ ਵਿੱਚ ਯੂਕਰੇਨ ਹੈ ਔਰ ਸਾਡੇ ਖਿੱਤੇ 'ਚ ਸਾਊਥ ਏਸ਼ੀਆ ਦੇ ਵਿੱਚ ਜੇ ਤਾਈਵਾਨ ਇਸ਼ੂ ਬਣਦਾ ਹੈ ਔਰ ਜਿਵੇਂ ਚੀਨ ਨੇ ਇੰਡੀਆ ਨੂੰ ਵੀ ਸਬਕ ਸਿਖਾਉਣਾ ਸ਼ੁਰੂ ਕੀਤਾ ਹੋਇਆ। ਅਰੁਣਾਚਲ ਦਾ ਇੱਕ ਨੌਜਵਾਨ ਜਿਹਨੂੰ ਉਹ ਲੈ ਗਏ ਸੀ ਚੁੱਕ ਕੇ, ਇਹਨਾਂ ਨੇ ਜਦੋਂ ਤਰਲੇ ਕੀਤੇ ਆ ਤਾਂ ਹੁਣ ਉਹ PLO ਵਾਲੇ ਵਾਪਸ ਕਰ ਰਹੇ ਨੇ ਉਹਨਾਂ ਨੂੰ, ਉਹਨਾਂ ਦੀ ਜਿਹੜੀ ਹੈ ਲਿਬਰੇਸ਼ਨ ਆਰਮੀ PLA। ਸੋ ਇਸ ਵੇਲੇ ਅਨਫੋਰਚੂਨੇਟਲੀ ਦੁਨੀਆ ਦੇ ਵਿੱਚ ਇਹ ਤਿੰਨੋਂ ਹੀ ਮੁਕਾਮਾਂ ਦੇ ਉੱਤੇ ਕਸ਼ੀਦਗੀ ਵਾਲਾ ਮਾਹੌਲ ਹੈ ਔਰ ਹੋਪਫੁਲੀ ਅਸੀਂ ਤਾਂ ਇਹ ਦੁਆ ਹੀ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ ਕਿ ਭਾਈ ਇਹ ਟਕਰਾ ਨਾ ਹੋਏ, ਨਹੀਂ ਤਾਂ ਤਬਾਹੀ ਭਾਵੇਂ ਕਿਸੇ ਪਾਸੇ ਹੋਏ ਅਲਟੀਮੇਟਲੀ ਸਾਰੀ ਦੁਨੀਆ ਉਸ ਤੋਂ ਪ੍ਰਭਾਵਿਤ ਹੋਵੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ,
ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਬੜਾ ਘਟੀਆ ਪੱਧਰ ਇਖਤਿਆਰ ਕਰ ਚੁੱਕਾ ਹੈ। ਸੋ ਸਿਆਸੀ ਧਿਰਾਂ ਵੱਲੋਂ ਇੱਕ ਦੂਸਰੇ ਤੇ ਨਿੱਜੀ ਜਿਹੜੀਆਂ ਦੂਸ਼ਣਬਾਜ਼ੀਆਂ ਦਾ ਜਿਹੜਾ ਬਾਜ਼ਾਰ ਹੈ ਉਹ ਪੂਰੀ ਤਰ੍ਹਾਂ ਗਰਮ ਹੈ। ਅਫਸੋਸ ਹੈ ਕਿ ਇਹਨਾਂ ਚੋਣਾਂ ਵਿੱਚ ਪੰਜਾਬ ਨੂੰ ਦਰਪੇਸ਼ ਅਸਲ ਮੁੱਦਿਆਂ ਤੇ ਕਿਸੇ ਦਾ ਵੀ ਧਿਆਨ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਕਸਰ ਇਹ ਲਾਈਨਾਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਅਸੀਂ ਜਦੋਂ ਦੁਹਰਾਉਂਦੇ ਹਾਂ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪਰ ਜਦੋਂ ਅਸੀਂ ਆਪਣੀ ਧਰਤੀ ਵੱਲ, ਭਾਰਤੀ ਕਬਜ਼ੇ ਵਾਲੇ ਪੰਜਾਬ ਵੱਲ ਨਜ਼ਰ ਮਾਰਦੇ ਹਾਂ ਤੇ ਦੁੱਖ ਤੋਂ ਬਿਨਾਂ, ਅਫਸੋਸ ਤੋਂ ਬਿਨਾਂ, ਹੌਕਿਆਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਜੀ। ਉਸੇ ਧਰਤੀ ਦੇ ਉੱਤੇ ਸਤਿਗੁਰਾਂ ਦੀ ਕਮਾਈ ਹੈ, ਸਾਡਾ ਸ਼ਾਨਦਾਰ ਇਤਿਹਾਸ ਹੈ 5.5 ਸਦੀਆਂ ਦਾ। ਉਸ ਧਰਤੀ ਦੇ ਉੱਤੇ, 5 ਦਰਿਆਵਾਂ ਦੀ ਧਰਤੀ ਦੇ ਉੱਤੇ ਉਹ ਫਖਰ, ਉਹ ਮਾਣ ਬਾਬਾ ਫਰੀਦ, ਔਰ 18ਵੀਂ ਸਦੀ 'ਚ ਜੇ ਅਸੀਂ ਪਹੁੰਚਦੇ ਹਾਂ ਫਿਰ ਬਾਬਾ ਬੁੱਲੇ ਸ਼ਾਹ ਔਰ ਸ਼ਾਹ ਹੁਸੈਨ ਔਰ ਇਹ ਸਾਰੇ ਜਿਹੜੇ ਦਰਵੇਸ਼, ਸੁਲਤਾਨ ਬਾਹੂ, ਇਹਨਾਂ ਨੇ ਉਸ ਧਰਤੀ ਦੇ ਉੱਤੇ ਕਿਵੇਂ ਇੱਕ ਪਿਆਰ ਦਾ ਸੁਨੇਹਾ ਦਿੱਤਾ। ਪਰ ਅੱਜ ਸਾਡਾ ਪੰਜਾਬ ਭਾਰਤੀ ਕਬਜ਼ੇ ਵਾਲਾ ਹਿੰਦੂ ਤਵੀ ਨਫ਼ਰਤ, ਹਿੰਦੂ ਤਵੀ ਸਾਜ਼ਿਸ਼ਾਂ ਦਾ ਗੜ ਬਣਿਆ ਹੋਇਆ। ਔਰ ਅਸੀਂ ਦੇਖਿਆ ਕਿ ਸਾਂਝੇ ਜਿਹੜਾ ਇਨਸਾਨੀਅਤ ਨੂੰ ਸੁਨੇਹਾ ਦੇਣ ਵਾਲਾ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਜਿਸ ਚੋਂ ਬਾਣੀ ਉਹ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ 2015 'ਚ ਹਿੰਦੂ ਤਵੀਆਂ ਨੇ ਇੱਕ ਪਲੈਨਡ ਤਰੀਕੇ ਨਾਲ ਸ਼ੁਰੂ ਕੀਤਾ ਔਰ ਉਹ ਲਗਾਤਾਰ ਜਾਰੀ ਹੈ। ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ। ਹੁਣ ਉਹਨਾਂ ਨੂੰ ਲੱਗਦਾ ਕਿਉਂਕਿ ਇਸ ਸਾਰੇ ਦੇ ਚੱਲਦਿਆਂ ਵੀ ਬੇਸ਼ੱਕ ਲੇਟ ਜਿਹੜੀਆਂ 2 ਘਟਨਾਵਾਂ ਪਿੱਛੇ ਵਾਪਰੀਆਂ, ਉਹ ਭਾਵੇਂ ਸਿੰਘੂ ਬਾਰਡਰ ਤੇ ਸੀ ਜਾਂ ਦਰਬਾਰ ਸਾਹਿਬ ਸੀ ਜਾਂ ਇੱਕ ਜਲੰਧਰ ਸੀ, ਉਹਦੇ 'ਚ ਤਾਂ ਦੋਸ਼ੀਆਂ ਨੂੰ ਖਾਲਸਾਈ ਰਵਾਇਤਾਂ ਦੇ ਮੁਤਾਬਕ ਸਜ਼ਾ ਦਿੱਤੀ ਗਈ ਮੌਕੇ ਤੇ, ਪਰ ਇਹਦੇ 'ਚ ਕੋਈ ਹਾਲਾਂਕਿ ਜ਼ਾਹਰ ਸੀ ਕਿ ਜਿਹੜੇ ਕਰਨ ਵਾਲੇ ਨੇ ਉਹ ਹਿੰਦੂ ਤਵੀਆਂ ਨੇ ਭੇਜੇ। ਉਹਨਾਂ ਦੀ ਜਿਹੜੀ ਹੈ ਬੇਸ਼ੱਕ ਨਾਂ ਪਤਾ ਨਹੀਂ ਪਛਾਣਿਆ ਗਿਆ, ਪਰ ਪਤਾ ਸੀ ਕੌਣ ਹੈ। ਲੇਕਿਨ ਇਹ ਨਹੀਂ ਹੈ ਕਿ ਕੋਈ ਹਿੰਦੂਆਂ ਦੇ ਖਿਲਾਫ ਨਫ਼ਰਤ ਦਿਖਾਈ ਗਈ, ਜਾਣਦਿਆਂ ਹੋਇਆਂ ਵੀ ਕਿ ਇਹਨਾਂ ਨੂੰ ਹਿੰਦੂ ਤਵੀ ਕਰ ਰਹੇ ਨੇ। ਪਰ ਹੁਣ ਸ਼ਾਇਦ ਇਹ ਜਿਹੜੀਆਂ RSS ਦੀਆਂ ਏਜੰਸੀਆਂ ਔਰ IB ਔਰ ਰਾਹ ਵਾਲਿਆਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਤੱਕ ਪਹੁੰਚਣ ਤੋਂ ਪਹਿਲਾਂ ਇਹ 2 ਫਿਰਕਿਆਂ ਨੂੰ ਲੜਾਉਣਾ ਵੀ ਬੜਾ ਜ਼ਰੂਰੀ ਹੈ। ਹਿੰਦੂ ਵੋਟ ਵੀ ਕੰਸੋਲੀਡੇਟ ਹੋਏਗੀ, ਸਿੱਖਾਂ ਨੂੰ ਵੀ ਬਦਨਾਮ ਕੀਤਾ ਜਾਏਗਾ। ਔਰ ਅੱਜ ਅਸੀਂ ਇਹ ਘਟਨਾ ਦੇਖਦੇ ਹਾਂ ਕਿ ਪਟਿਆਲਾ ਦੇ ਕਾਲੀ ਮੰਦਿਰ 'ਚ ਬੇਅਦਬੀ ਦੀ ਘਟਨਾ ਹੁੰਦੀ ਹੈ। ਹਾਲਾਂਕਿ ਜਿਹੜਾ ਉੱਥੇ ਮੂਰਤੀ ਤੱਕ ਪਹੁੰਚਦਾ ਉਹਨੂੰ ਦਬੋਚ ਲਿਆ ਜਾਂਦਾ, ਲੇਕਿਨ ਇਹਨੂੰ ਲੈ ਕੇ ਜਿਸ ਕਿਸਮ ਦਾ ਸਾਰਾ ਪਟਿਆਲੇ 'ਚ ਮਾਹੌਲ ਬਣਾ ਦਿੱਤਾ ਗਿਆ, ਅਸੀਂ ਪਟਿਆਲਾ ਬੰਦ ਕਰ ਦਿਆਂਗੇ, ਅਸੀਂ ਉਹ ਪੂਰੇ ਹਿੰਦੂ ਤਵੀ ਗੁੰਡੇ ਅਸੀਂ ਵੀ ਕੰਡੈਮ ਕਰਦੇ ਹਾਂ। ਅਸੀਂ ਇਸ ਗੱਲ ਦੇ ਬਿਲਕੁਲ ਕਿਸੇ ਦਾ ਵੀ ਜੋ ਫੇਥ ਹੈ ਉਸ ਦੇ ਨਾਲ ਕੌਣ ਛੇੜਛਾਣੀ, ਜਿਹੜਾ ਵੀ ਛੇੜਛਾੜ ਕਰਦਾ ਉਹ ਸਜ਼ਾ ਦਾ ਹੱਕਦਾਰ ਹੈ। ਔਰ ਬੰਦਾ ਫੜਿਆ ਵੀ ਗਿਆ, ਉਸ ਨੂੰ ਚੀਫ ਮਿਨਿਸਟਰ ਤੋਂ ਲੈ ਕੇ ਸਾਰਿਆਂ ਵੱਲੋਂ ਕੰਡੈਮਨੇਸ਼ਨ ਲਾਈਨਸ ਵੀ ਚੱਲ ਰਹੀਆਂ ਨੇ ਔਰ ਮਾਹੌਲ ਦੇ ਵਿੱਚ ਗਰਮਾਹਟ ਵੀ ਪੈਦਾ ਕੀਤੀ ਜਾ ਰਹੀ ਹੈ। ਸੋ ਅਸੀਂ ਵੀ ਇਸ ਨੂੰ ਉਸੇ ਖੇਡ ਦਾ ਹਿੱਸਾ ਸਮਝਦੇ ਹਾਂ ਜਿਹਦੇ ਥੱਲੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਨ੍ਹਾਂ ਵੱਲੋਂ ਕਰਵਾਈਆਂ ਜਾ ਰਹੀਆਂ। ਔਰ ਇੱਕ ਪਾਸੇ ਤਾਂ ਇਹ ਮਜ਼ਹਬੀ ਫੇਥ ਦੇ ਉੱਤੇ ਹਮਲਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸਿਆਸਤ ਦੇ ਵਿੱਚ ਜਿਸ ਕਿਸਮ ਦਾ ਇਹ ਚੋਣ ਪ੍ਰਚਾਰ ਚੱਲ ਰਿਹਾ ਉਹ ਬਦ ਅਖਲਾਕ, ਬਦ ਕਿਰਦਾਰ, ਬਦ ਕਲਾਮ ਔਰ ਅੱਜ ਕੱਲ੍ਹ ਆਪਣੀਆਂ ਕਰਤੂਤਾਂ ਕਰਕੇ ਬਦ ਸ਼ਕਲ ਕੈਪਟਨ ਅਮਰਿੰਦਰ ਉਹ ਨਿਕਲਿਆ ਕੋਵਿਡ ਤੋਂ ਹਫ਼ਤੇ ਬਾਅਦ। ਔਰ ਉਹਦਾ ਪਹਿਲਾ ਇੰਟਰਵਿਊ ਮੈਂ ਦੇਖ ਰਿਹਾ ਸੀ ਜਿਹੜਾ ਉਹਨੇ ਇੱਕ ਪੰਜਾਬੀ ਚੈਨਲ ਨੂੰ ਦਿੱਤਾ, ਬਾਅਦ 'ਚ ਉਹਨੇ ਅਗਲੇ ਦਿਨ ਪ੍ਰੈਸ ਕਾਨਫਰੰਸ ਵੀ ਕੀਤੀ। ਝੂਠ ਤੇ ਝੂਠ। ਔਰ ਉਹ ਤੁਸੀਂ ਇਹ ਦੇਖੋ ਕਿ ਹਿੰਦੂ ਤਵੀਆਂ ਨਾਲ ਕਿਸ ਹੱਦ ਤੱਕ ਇਹ ਅੱਜ ਨਹੀਂ ਬਗਲਗੀਰ,
ਜਦੋਂ ਉਹਨੂੰ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਬੀਜੇਪੀ ਵੱਲ ਜਾਣਾ, ਉਹਨਾਂ ਨਾਲ ਸਮਝੌਤਾ ਕਰਨਾ, ਉਹਨਾਂ ਦੀ ਕੀ ਆਈਡੀਓਲੋਜੀ ਹੈ, ਤੇ ਉਹ ਕਹਿੰਦਾ ਹੈ ਕਿ ਵੀ ਇਹ ਕੋਈ ਨਵਾਂ ਨਹੀਂ ਹੈ। ਮੇਰੇ ਫਾਦਰ, ਉਹਨਾਂ ਦੇ ਵੀ ਜਿਹੜਾ ਨਾਨਾ ਜੀ ਦੇਸ਼ਮੁਖ, ਜਿਹੜਾ RSS ਦਾ ਜਿਹੜਾ ਉਹ ਰਿਹਾ ਹੈਡ ਵੀ, ਉਹ ਕਹਿੰਦੇ ਉਹ ਬੜੇ ਦੋਸਤ ਸੀ ਮੇਰੇ ਪਿਤਾ ਜੀ ਦੇ, ਔਰ ਜਦੋਂ ਮੇਰੇ ਫਾਦਰ ਦੀ ਡੈਥ ਹੋਈ ਉਹ ਆਏ ਪਟਿਆਲੇ, ਉਹਨਾਂ ਨੇ ਅਫਸੋਸ ਵੀ ਕੀਤਾ। ਔਰ ਹੁਣ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਇਹ ਕੋਈ ਇੱਕ ਜਨਰੇਸ਼ਨ ਦੇ ਕਦੋਂ ਦੇ ਮੋਲ ਫਿੱਟ ਕੀਤੇ ਹੋਏ ਨੇ, ਕਿਸ ਲੈਵਲ ਦਾ ਇਹ ਕੰਮ ਕਰ ਰਹੇ ਨੇ। ਔਰ ਉਹ ਪੂਰੀ ਜਿਹੜਾ, ਔਰ ਕੱਲਾ ਇਹ ਨਹੀਂ ਕਿ ਵੀ ਉਹ ਆਪਣੀ ਉਹਨੂੰ ਕਿਹਾ ਕਿ ਜੀ ਜਿਹੜੇ ਬੰਦਿਆਂ ਨੇ ਤੇਰੇ ਨਾਲ ਆਣਾ ਸੀ ਉਹ ਤਾਂ ਬੀਜੇਪੀ ਜਾ ਰਹੇ ਨੇ। ਕੋਈ ਨਹੀਂ ਕਹਿੰਦਾ ਬੀਜੇਪੀ ਨੇ, ਕਿਉਂਕਿ 2024 ਚ ਵੀ ਬੀਜੇਪੀ ਨੇ ਹੀ ਜਿੱਤਣਾ ਦਿੱਲੀ ਦੇ ਵਿੱਚ, ਔਰ ਉਹ ਅਗਲੇ 8 ਸਾਲ ਆਪਣੇ ਸੌਖੇ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਨੇ ਉਹ ਜਾ ਰਹੇ ਨੇ। ਸੋ ਮਤਲਬ ਇੱਕ ਪਾਸੇ ਉਹਨਾਂ ਨੇ ਕਿਵੇਂ ਇਹ ਬੰਦੇ ਲਿਆਂਦੇ, ਕਿਵੇਂ ਪ੍ਰਮੋਟ ਕੀਤੇ, ਕਿਸ ਹੱਦ ਤੱਕ ਜਾ ਕੇ, ਹਾਂ ਉਹਦੇ 'ਚ ਇੱਕ ਹਕੀਕਤ ਜਿਵੇਂ ਉਹ ਹੁੰਦਾ ਵੀ ਤੁਸੀਂ ਜਿਹੜਾ ਉਹ ਕਿਤੇ ਨਾ ਕਿਤੇ ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਵੀ ਮੂੰਹ ਆਈ ਬਾਤ ਨਾ ਰਹਿੰਦੀ ਹੈ, ਕਿਤੇ ਉਹਨੂੰ ਕਿਤੋਂ ਨਿਕਲ ਜਾਂਦਾ ਹੈ। ਤਾਂ ਉਹਨੂੰ ਉਹਨਾਂ ਨੇ ਪੁੱਛਿਆ ਕਿ ਜੀ ਇਹ ਜਿਹੜਾ ਮੋਦੀ ਨੇ ਕਿਹਾ ਕਿ 5 ਜਨਵਰੀ ਨੂੰ ਉਸ ਦਾ ਜਿਹੜਾ ਉਹਦੀ ਜਾਨ ਨੂੰ ਖਤਰਾ ਸੀ, ਔਰ ਦੂਜੇ ਨਹੀਂ, ਕਹਿੰਦਾ ਇਹ ਜਾਨ ਨੂੰ ਤਾਂ ਨਹੀਂ ਖਤਰਾ ਸੀ। ਲੇਕਿਨ ਉਹਨੇ ਉਹ ਪੁੱਛ ਲਿਆ ਵਿੱਚੋਂ ਕਿ ਜੀ ਵੈਸੇ ਕਿੰਨੇ ਕੁ ਲੋਕ ਉੱਥੇ ਪਹੁੰਚੇ ਹੋਏ ਸੀ ਰੈਲੀ 'ਚ। ਉਹ ਕਹਿੰਦਾ ਪਤਾ ਨਹੀਂ ਕਿੰਨੇ, 2-3 ਹਜ਼ਾਰ ਹੋਣਗੇ। ਹੁਣ ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ 70,000 ਕੁਰਸੀ ਤੇ ਜੇ 2-3 ਹਜ਼ਾਰ ਬੈਠਾ, ਬਜਾਏ ਇਹ ਕਹਿਣ ਦੇ ਕਿ ਉਹਨੂੰ ਜਦੋਂ ਖਬਰ ਮਿਲੀ ਕਿ ਖਾਲੀ ਕੁਰਸੀਆਂ ਨੂੰ ਐਡਰੈਸ ਕਰਨਾ ਤੇ ਤੂੰ ਕਰ, ਔਰ ਉਹ ਸਾਰੇ ਚੋਂ ਇਹਨਾਂ ਦਾ ਵੀ ਬੇੜਾ ਗਰਕ ਹੋ ਗਿਆ, ਅਮਰਿੰਦਰ ਐਂਡ ਢੀਂਡਸਾ ਐਂਡ ਦੂਜਾ ਕਿੰਨਿਆਂ ਨੇ ਹੋਰ ਇਕੱਠੇ ਕਰਨਾ ਸੀ। ਸੋ ਇੱਕ ਪਾਸੇ ਤੇ ਇਹ ਇਸ ਕਿਸਮ ਦੀ ਲਾਈਨ ਚੱਲ ਰਹੀ ਹੈ। ਹੁਣ ਜਿਹਨੂੰ ਆਮ ਆਦਮੀ ਪਾਰਟੀ ਨੇ ਜਿਹੜਾ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਦਾ ਚਿਹਰਾ ਐਲਾਨਿਆ, ਸਿੱਖ ਚਿਹਰਾ ਕਹਿ ਰਹੇ ਨੇ, ਪਹਿਲਾਂ ਤਾਂ ਉਹਦੀ ਸ਼ਕਲ ਦੇਖੋ ਵੀ ਉਹ ਕਿਹੜੇ ਪਾਸਿਓਂ, ਔਰ ਉਹਦਾ ਅਦਰਵਾਈਜ਼ ਮੈਂ ਹੁਣ ਫਿਰ ਪਰਸਨਲਾਈਜ਼ ਹੋ ਜਾਏਗਾ ਜੇ ਕਿਹਾ। ਪਰ ਗੱਲ ਇਹ ਹੈ ਵੀ ਇਸ਼ੂ ਰੇਜ਼ ਕਰ, ਹੁਣ ਇੱਕ ਪਾਸੇ ਪ੍ਰੋਫੈਸਰ ਭੁੱਲਰ ਦਾ ਇਸ਼ੂ ਜਿਹੜਾ ਇਹਨਾਂ ਨੂੰ ਚੰਬੜ ਗਿਆ, ਔਰ ਉਹਦੇ ਬਾਰੇ ਉਹ ਅੰਮ੍ਰਿਤਸਰ ਵੀ ਆਇਆ ਦਰਬਾਰ ਸਾਹਿਬ ਦਰਸ਼ਨ ਕਰਨ, ਉੱਥੋਂ ਦੌੜ ਗਿਆ ਜਦੋਂ ਉਹਨਾਂ ਨੂੰ ਪੁੱਛਿਆ ਵੀ ਦੱਸੋ। ਹੁਣ ਉਹੀ ਪ੍ਰਕਾਸ਼ ਸਿੰਘ ਬਾਦਲ ਜਿਹਦੀ ਸਰਕਾਰ ਅੰਮ੍ਰਿਤਸਰ ਦੀ ਜੇਲ੍ਹ 'ਚ ਭੁੱਲਰ ਨੂੰ ਲਿਆਉਣ ਲਈ ਤਿਆਰ ਨਹੀਂ ਸੀ, ਉਹਨਾਂ ਦਾ ਇੰਟੈਲੀਜੈਂਸ ਵਾਲੇ ਲਿਖ ਕੇ ਦੇ ਰਹੇ ਸੀ ਕਿ ਜੇ ਇਹ ਇੱਥੇ ਆਇਆ ਤੇ ਲਾਅ ਐਂਡ ਆਰਡਰ ਨੂੰ ਖਤਰਾ ਹੋਏਗਾ। ਔਰ ਉਹ ਜਿਹੜਾ ਕਹਿ ਰਿਹਾ ਬਾਦਲ ਗਵਰਨਮੈਂਟ ਜਿਹੜੀ ਹੈ, ਉਹ ਬਾਦਲ ਇਹ ਕਹਿ ਰਿਹਾ ਕਿ ਜੀ ਇਹ ਰਿਲੀਜ਼ ਦਵਿੰਦਰਪਾਲ ਸਿੰਘ ਭੁੱਲਰ, ਪ੍ਰਕਾਸ਼ ਸਿੰਘ ਬਾਦਲ ਟੂ ਅਰਵਿੰਦ ਕੇਜਰੀਵਾਲ, ਉਹਨੂੰ ਕਹਿ ਰਿਹਾ ਜੀ ਉਹਨੂੰ ਰਿਲੀਜ਼ ਕਰੋ। ਹੁਣ ਅੱਜ ਉਹ ਵੀ ਉਹਨਾਂ ਦਾ ਹਮਦਰਦ ਬਣ ਗਿਆ, ਇਹ ਦੌੜ ਰਹੇ ਨੇ। ਔਰ ਭਗਵੰਤ ਮਾਨ ਜਿਹੜਾ ਇਹ ਕਹਿ ਰਿਹਾ, ਉਹਨੂੰ ਇਹ ਪੁੱਛਿਆ ਕਿ ਜੀ ਇਹ ਸਰਕਾਰ ਫਿਰ ਅਰਵਿੰਦ ਕੇਜਰੀਵਾਲ ਹੀ ਚਲਾਏਗਾ ਕਿਉਂਕਿ ਉਹਨੇ ਹੀ ਨੋਮੀਨੇਟ ਕੀਤਾ, ਤਾਂ ਉਹਦੇ 'ਚੋਂ ਕਹਿ ਰਿਹਾ ਵੀ ਟੂ ਆਰ ਏ ਡਬਲ ਇੰਜਨ, ਅਸੀਂ ਡਬਲ ਇੰਜਨ ਹੈ। ਸੋ ਆਲਰੇਡੀ ਡਬਲ ਇੰਜਨ ਹੋ ਗਿਆ। ਸੋ ਮਤਲਬ ਇਹ ਹੈ ਵੀ ਕਿਸ ਹੱਦ ਤੱਕ ਗਿਰਾਵਟ ਹੈ ਕਿ ਉਹ ਪੰਜਾਬ, ਉਹ ਅਣਖੀ ਪੰਜਾਬ ਜਿਨ੍ਹਾਂ ਨੇ ਅਜੇ 2 ਮਹੀਨੇ ਪਹਿਲਾਂ ਉਸ ਮੋਦੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਜਿਹੜਾ ਉਹ ਕਿਸਾਨ ਕਾਨੂੰਨ ਵਾਪਸ ਕਰਵਾਏ ਨੇ, ਅੱਜ ਕਿਸ ਲੈਵਲ ਦੀ ਪੈਥੇਟਿਕ ਸਿਚੁਏਸ਼ਨ ਹੈ। ਹੁਣ ਈਵਨ ਕਿਸਾਨਾਂ ਨੇ ਜਿਹੜੀ ਕਿਸਾਨ ਮੋਰਚੇ ਤੋਂ ਨਿਕਲ ਕੇ ਵਿਕਾਸ ਮੋਰਚਾ ਕੇ ਕੀ ਬਣਾਇਆ ਪਾਰਟੀ, ਰਾਜੇਵਾਲ ਜਿਸ ਦਾ ਹੈੱਡ ਹੈ, ਉਹਦਾ ਇੱਕ ਇੰਟਰਵਿਊ ਮੈਂ ਦੇਖ ਰਿਹਾ ਸੀ, ਉਹਨੂੰ ਕਿਹਾ ਜੀ ਤੂੰ ਕੋਈ ਪੰਜਾਬ ਦਾ ਇਸ਼ੂ ਨਹੀਂ ਡਿਸਕਸ ਕਰ ਰਿਹਾ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ ਵਾਪਸ ਲਿਆਵਾਂਗੇ, ਅਸੀਂ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਇਸ਼ੂ ਜੋ ਵਰਤਾਰਾ, ਜੋ ਸਿੱਖਾਂ ਦੀ ਨਸਲ, ਸਾਰੇ ਹੀ ਉੱਥੇ ਹੀ ਘੁੰਮ ਰਹੇ ਨੇ ਕਿ ਜੀ ਅਸੀਂ ਉਹ ਬੰਦ ਕਰ ਦਿਆਂਗੇ ਜੀ। ਉਹ ਜਿਹੜਾ ਸੈਂਡ ਮਾਫੀਆ ਹੈ ਤੇ ਦੂਜਾ ਉਹਨੂੰ ਅਮਰਿੰਦਰ ਨੂੰ ਪੁੱਛਦਾ ਹੈ ਕਿ ਜੀ ਇਹ ਸੈਂਡ ਮਾਫੀਆ ਤੇ ਦੂਜਾ ਕਦੋਂ ਖਤਮ ਹੋਏਗਾ, ਕਹਿੰਦਾ ਜਦੋਂ ਸੈਂਡ ਖਤਮ ਹੋ ਗਏ। ਹੁਣ ਤੁਸੀਂ ਇਸ ਹੱਦ ਤੱਕ ਜਾ ਕੇ ਤੁਸੀਂ ਇਹਨਾਂ ਦਾ ਹਾਲ ਦੇਖੋ ਵੀ ਕੀ ਹੈਗਾ। ਸੋ ਉਹ ਆਪਣੇ ਕੰਮ ਲੱਗੇ ਹੋਏ ਨੇ, ਕਾਂਗਰਸ ਹਿੱਸੇ ਹੀ ਬਚਾ ਤੇ ਹੀ ਹੈ। ਫਿਰ ਹੁਣ ਅਮਰਿੰਦਰ ਨੇ ਕਿਹਾ ਜੀ ਮੈਨੂੰ ਇਮਰਾਨ ਖਾਨ ਨੇ ਮੈਸੇਜ ਆਇਆ ਸੀ ਉਹਦਾ ਕਿ ਇਹਨੂੰ ਸਿੱਧੂ ਨੂੰ ਦੁਬਾਰਾ ਲੈ ਲਓ ਕੈਬਨਿਟ, ਜੇ ਨਾ ਪਰਫਾਰਮ ਕੀਤਾ ਤੇ ਫਿਰ ਕੱਢ ਦੇਣ। ਉਹ ਇਸੇ ਕੰਮ ਤੇ ਉਹ ਲੱਗਾ ਹੋਇਆ ਕਿ ਜੀ ਖਤਰਾ ਔਰ ਪਾਕਿਸਤਾਨ ਦੀ ISI ਬਾਦਲ ਕੇ ਆਪਣੇ ਕੰਮ ਤੇ। ਸੋ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ ਕਿ ਇਸ ਸਾਰੇ ਚੋਂ ਜਿਵੇਂ ਉਹ ਅੱਜ ਕੱਲ ਸਟਾਈਲ ਹੈ ਸੋਸ਼ਲ ਮੀਡੀਆ ਤੇ ਪੰਜਾਬ ਨੂੰ ਪੰਜਾਬ ਸਿਆਂ ਕਹਿਣ ਦਾ, ਇਹ ਕਹਿੰਦਾ ਪੰਜਾਬ ਸਿਆਂ ਕੀ ਹਾਲ ਹੈ, ਕਹਿੰਦਾ ਮੇਰਾ ਕੋਈ ਵਾਲੀ ਵਾਰਿਸ ਨਹੀਂ। ਮਤਲਬ ਇਹ ਹੈ ਵੀ ਅੱਜ ਕਿਸੇ ਦੇ ਕੋਲ ਪੰਜਾਬ ਦਾ ਇਸ਼ੂ ਜਾਂ ਸਾਡੇ ਜਿਹੜਾ ਰੀਅਲ ਚੈਲੰਜ ਹੈ ਦਿੱਲੀ ਤੋਂ ਔਰ ਕਿਵੇਂ ਤੁਸੀਂ ਕਰਨਾ, ਉਹ ਇਸ ਕੰਮ ਤੇ ਹੀ ਲੱਗੇ ਹੋਏ ਨੇ ਕਿ ਜੇ ਅਸੀਂ
ਇਹਦੇ ਚੋਂ ਰੈਵਨਿਊ ਕੱਢ ਲਾਂਗੇ, ਉਹਦੇ ਚੋਂ ਕੱਢ ਲਾਂਗੇ, ਔਰ ਸ਼ਰਾਬ ਇੰਨੇ 1000 ਕਰੋੜ ਦੀ ਜਿਹੜੀ ਆ ਉਹ ਵਿਕਦੀ ਹੈ, ਇੰਨੀ ਠੇਕੇਦਾਰ। ਕਿਸੇ ਨੂੰ ਨਹੀਂ ਹੈ ਕਿ ਭਾਈ ਤੁਹਾਨੂੰ ਇੱਕ ਬਦਤਰ ਕਾਲੋਨੀ ਤੋਂ ਵੀ ਬਦਤਰ ਬਣਾਇਆ ਹੋਇਆ ਹੈ, ਤੁਹਾਡਾ ਪਾਣੀ ਲੁੱਟਿਆ ਜਾ ਰਿਹਾ ਹੈ। ਕੇਜਰੀਵਾਲ ਕਹਿ ਰਿਹਾ ਜੀ ਦਿੱਲੀ ਨੂੰ ਪਾਣੀ ਅਸੀਂ ਮੁਫਤ ਦੇ, ਹਿਮਾਚਲ ਨੂੰ ਉਹ ਪੈਸੇ ਪੇ ਕਰ ਰਹੇ ਨੇ, ਪੰਜਾਬ 'ਚ। ਔਰ ਕਿਸੇ ਨੇ ਕਿਹਾ, ਉਹਨੇ ਕਿਹਾ ਜੀ ਇਹਨੂੰ ਇਹ ਕੇਜਰੀਵਾਲ ਹਰਿਆਣੇ ਦਾ ਜੰਪਲ, ਇਹ ਹਰਿਆਣੇ 'ਚ ਕਿਉਂ ਨਹੀਂ ਇਲੈਕਸ਼ਨਾਂ ਲੜਦਾ? ਬਿਲਕੁਲ ਹਰਿਆਣੇ 'ਚ ਕਿਉਂ ਨਹੀਂ ਇਸ ਕਿਸਮ ਦਾ? ਯੂਪੀ, ਹੁਣ ਯੂਪੀ ਦੇ ਹਵਾਲੇ ਨਾਲ ਕਿੱਥੇ ਤਾਂ ਸ਼ੁਰੂ 'ਚ ਦੱਸਣ ਲਈ ਕਿ ਜੀ ਮੈਂ ਕਿੰਨਾ ਖਿਲਾਫ ਹਾਂ ਬੀਜੇਪੀ ਦੇ, ਬਨਾਰਸ 'ਚ ਜਾ ਕੇ 2014 'ਚ ਮੋਦੀ ਦੇ ਬਰਾਬਰ ਇਲੈਕਸ਼ਨ ਲੜਿਆ ਸੀ। ਹੁਣ ਤੁਹਾਨੂੰ ਯੂਪੀ 'ਚ ਆਮ ਆਦਮੀ ਪਾਰਟੀ ਨਜ਼ਰ ਨਹੀਂ ਆਉਂਦੀ, ਸਿਰਫ ਸਿੱਖ ਹੀ ਰਹਿ ਗਏ ਨੇ ਰਾ ਮਟੀਰੀਅਲ, ਔਰ ਅਸੀਂ ਮਰਸਨਰੀ ਬਣੇ ਹੋਏ ਆ ਵੀ ਆ ਕੇ ਸਾਨੂੰ ਇਹ ਦਿੱਲੀ ਦੇ ਲਾਲੇ ਰਨ ਕਰਨਗੇ। ਪਰ ਉਹ ਜਿਵੇਂ ਕਿਸੇ ਨੇ ਕਿਹਾ ਕਿ ਪੰਜਾਬ ਸੇ ਹੈ, ਅੱਜ ਤੇਰਾ ਕੋਈ ਵਾਲੀ ਵਾਰਿਸ ਨਹੀਂ। ਇਹ ਬਿਲਕੁਲ ਹਕੀਕਤ ਹੈ। ਪੰਜਾਬ ਦੇ ਇਸ਼ੂ, ਪੰਜਾਬ ਦੀ ਅਣਖ, ਪੰਜਾਬ ਦੀ ਗੈਰਤ ਇਹਨਾਂ ਚੋਣਾਂ ਚੋਂ ਪੂਰੀ ਤਰ੍ਹਾਂ, ਚੋਣ ਮੁੱਦਿਆਂ ਦੇ ਵਿੱਚ ਹੀ ਨਹੀਂ ਹੈ, ਪੂਰੀ ਤਰ੍ਹਾਂ ਮਾਈਨਸ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸਟੈਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਨੇ ਭਾਰਤ ਨੂੰ ਇੱਕ ਵਾਰ ਫਿਰ ਡਿਪਲੋਮੈਸੀ ਦਾ ਜਿਹੜਾ ਧੋਬੀ ਪਟੜਾ ਮਾਰਿਆ ਹੈ। ਸੋ ਭਾਰਤ ਵੱਲੋਂ 5 ਸੈਂਟਰਲ ਏਸ਼ੀਅਨ ਰਿਪਬਲਿਕਸ ਦੇ ਪ੍ਰੈਜ਼ੀਡੈਂਟ ਨਾਲ ਸਮਿਟ ਰੱਖੀ ਹੋਈ ਸੀ। ਸੋ ਇਸ ਲਈ ਪਿਛਲੇ 1 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਸਨ, ਪਰ ਚੀਨ ਨੇ ਇਸ ਸਮਿਟ ਤੋਂ ਠੀਕ 24 ਆਵਰਜ਼ ਪਹਿਲਾਂ ਇਹਨਾਂ 5 ਰਿਪਬਲਿਕਸ ਨਾਲ ਹੀ ਸਮਿਟ ਰੱਖ ਲਈ। ਸੋ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨਾਲ ਇਹ ਗੱਲਬਾਤ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਨਾਲ ਤਾਂ ਜੋ ਹੋ ਰਿਹਾ ਉਹ ਕਈ ਵਾਰੀ ਇਹੀ ਹੁੰਦਾ ਹੈ ਕਿ ਭਾਈ ਇਹ ਜਿੱਥੇ ਜਿੱਥੇ ਵੀ ਚਲਾਕੀ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਚੀਨ ਇਹਦੇ ਪੈਰਾਂ ਹੱਥੋਂ ਜਿਹੜਾ ਹੈ ਉਹ ਦਰੀ ਖਿੱਚ ਲੈਂਦਾ ਹੈ। ਔਰ ਇਹੀ ਹਾਲ ਅਸੀਂ ਈਵਨ 26 ਜਨਵਰੀ ਦੇ ਹਵਾਲੇ ਨਾਲ ਜਿਹੜੀ ਅਜੇ ਹੋਣੀ ਹੈ, ਪਰ ਪਹਿਲਾਂ ਇਹਨਾਂ ਨੇ ਬੜੀ ਤਾਮ-ਝਾਮ ਦੇ ਨਾਲ ਡਿਕਲੇਅਰ ਕੀਤਾ, ਇਹਨਾਂ ਦੀ ਫੋਰਨ ਮਿਨਿਸਟਰੀ ਨੇ, ਕਿ ਜੀ ਇਸ ਵਾਰ ਸਾਡੀ ਰਿਪਬਲਿਕ ਡੇ ਪੈਰੇਡ ਦੇ ਉੱਤੇ 5 ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਚੀਫ ਗੈਸਟ ਹੋਣਗੇ। ਪਰ ਹਫ਼ਤਾ ਪਹਿਲਾਂ ਤੱਕ ਪਹੁੰਚਦੇ ਆ ਉਹਨਾਂ ਨੇ ਕਿਹਾ ਜੀ ਨਹੀਂ, ਉਹਨਾਂ ਨੇ ਨਾ ਕਰ ਦਿੱਤੀ ਹੈ ਆਉਣ ਤੋਂ। ਔਰ ਇਸ ਲਈ ਇਸ ਵਾਰ ਵੀ ਪਿਛਲੇ ਸਾਲ ਵਾਂਗ ਕੋਈ ਚੀਫ ਗੈਸਟ ਨਹੀਂ ਹੋਏਗਾ। ਅਸੀਂ ਵੈਸੇ ਤੁਸੀਂ ਕਿਹਾ ਸੀ ਕਿ ਸਾਨੂੰ ਹੀ ਸੱਦ ਲੈਣ, ਔਰ ਹੁਣ ਇਹਨਾਂ ਨੇ ਫਿਰ ਇਹ ਦੇਖਿਆ ਵੀ ਇਹ ਤਾਂ ਡੈਮੇਜ ਹੋ ਗਿਆ। ਫਿਰ ਇਹਨਾਂ ਨੇ ਕਿਹਾ ਵੀ ਕੋਈ ਨਹੀਂ, ਬਹਾਨਾ ਇਹਨਾਂ ਨੇ ਮਾਰਿਆ ਵੀ ਕਿਉਂਕਿ ਕੋਵਿਡ ਆ ਰਿਹਾ ਤੇ ਇਸ ਲਈ ਉਹਨਾਂ ਨੇ ਸ਼ਾਇਦ ਕੈਂਸਲ ਕੀਤਾ ਹੋਏ, ਤੇ ਅਸੀਂ ਉਹਨਾਂ 5 ਹੀ ਸੈਂਟਰਲ ਏਸ਼ੀਅਨ ਰਿਪਬਲਿਕਸ ਦੇ ਪ੍ਰੈਜ਼ੀਡੈਂਟਸ ਦੇ ਨਾਲ ਇੱਕ ਵਰਚੁਅਲ ਸਮਿਟ ਕਰਾਂਗੇ ਜਿਹੜਾ ਉਹ 28 ਜਨਵਰੀ ਨੂੰ। ਹੁਣ ਇਹ ਵੀ ਹੋ ਗਿਆ ਕਿ ਵੀ ਚਲੋ ਕੋਈ ਨਹੀਂ, ਕੋਈ ਥੋੜਾ ਬਹੁਤ ਤਾਂ ਜਿਹੜਾ ਉਹ ਨੱਕ ਰਹਿ ਜਾਏਗਾ। ਪਰ ਐਨ ਚਾਈਨਾ ਨੇ ਉਹ ਧੋਬੀ ਪਟੜਾ ਮਾਰਿਆ ਕਿ, ਔਰ ਇਹਨਾਂ ਦੀ ਆਪਣੀ ਖਬਰ ਹੈ, ਇੰਡੀਆ ਚਾਈਨਾ ਪਲਾਨ ਰਾਈਵਲ ਸਮਿਟਸ ਵਿਦ ਸੈਂਟਰਲ ਏਸ਼ੀਆ ਦਿਸ ਵੀਕ, ਚਾਈਨਾ ਮੇਕਸ ਸਰਪ੍ਰਾਈਜ਼ ਅਨਾਉਂਸਮੈਂਟ, ਇੰਡੀਆ ਸੁਜੈਸਟ ਬਾਈ-ਐਨੂਅਲ ਸਮਿਟਸ। ਹੁਣ ਇਹ ਜਿਹੜਾ 1 ਮਹੀਨੇ ਤੋਂ ਇਹਨਾਂ ਦਾ ਸੀ ਕਿ ਉਹਨਾਂ ਨੇ ਆਣਾ, ਔਰ ਸਮਿਟ ਜਿਹੜੀ ਹੈ ਦਿੱਲੀ 'ਚ ਹੋਣੀ ਸੀ। ਮਹੀਨੇ ਤੋਂ ਤਿਆਰੀਆਂ ਇੰਡੀਆ ਨੇ ਕੀਤੀਆਂ ਹੋਈਆਂ ਸੀ, ਹੁਣ ਉਹ ਕੈਂਸਲ ਉਹਨਾਂ ਨੇ ਕਰਤੀ ਵਿਜ਼ਿਟ। ਉਹਨਾਂ ਨੇ ਕਿਹਾ ਜੀ ਵੀ ਆਲਰੇਡੀ ਅਸੀਂ ਹੈਗਾ। ਹੁਣ ਜਦੋਂ ਇੰਡੀਆ ਨੇ ਇਹ ਦੁਬਾਰਾ ਕਿਹਾ ਵੀ ਅਸੀਂ ਵਰਚੁਅਲ ਸਮਿਟ ਕਰ ਲੈਂਦੇ ਹਾਂ, ਚਾਈਨਾ ਨੇ ਅੱਜ ਅਨਾਉਂਸ ਕਰ ਦਿੱਤਾ ਹੈ ਕਿ ਭਾਈ ਕੱਲ 27, ਮਤਲਬ ਜੇ ਇਹਨਾਂ ਦਾ 28 ਹੈ ਤਾਂ ਉਹਨਾਂ ਨੇ 27 ਇੱਕ ਦਿਨ ਪਹਿਲੇ ਉਹਨਾਂ ਨੇ ਕਿਹਾ ਕਿ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਿਹੜੇ ਨੇ ਉਹ 5 ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਨੇ ਉਹਨਾਂ ਦੇ ਨਾਲ 30 ਸਾਲ ਪਹਿਲਾਂ ਜਿਹੜੇ ਆਪਣੇ ਡਿਪਲੋਮੈਟਿਕ ਰਿਲੇਸ਼ਨ ਚੀਨ ਦੇ ਨਾਲ ਬਣਾਏ ਸੀ, ਉਹਦੀ ਯਾਦ ਦੇ ਵਿੱਚ
ਜਿਹੜਾ ਉਹ ਸਮਿਟ ਕਰ ਰਹੇ ਨੇ। ਔਰ ਇਹ 24 ਘੰਟੇ ਦੇ ਨੋਟਿਸ ਦੇ ਉੱਤੇ ਚੀਨ ਨੇ ਪੰਜੋ ਹੀ ਰਿਪਬਲਿਕ ਔਰ ਇੰਡੀਆ ਤੋਂ ਪਹਿਲਾਂ, ਸੋ ਮਤਲਬ ਇਹ ਉਹਨਾਂ ਨੇ 2 ਡੇਜ਼ ਬਿਫੋਰ ਦਾ ਇਹ ਕਿਹਾ ਕਿ ਵੀ ਇਹ ਸਾਰੇ ਚੋਂ ਸਾਹਮਣੇ ਆ ਗਿਆ ਕਿ ਵੀ ਚੀਨ ਕਿਵੇਂ ਭਾਰਤ ਨੂੰ ਹਰ ਪਾਸਿਓਂ ਰਨ ਅਰਾਊਂਡ ਦੇ ਰਿਹਾ। ਔਰ ਨਾਲ ਦੀ ਨਾਲ ਚੀਨ ਨੇ ਇਹ ਵੀ ਕਿਹਾ ਕਿ ਵੀ ਦਿਸ ਵਿਲ ਬੀ ਚਾਈਨਾਜ਼ ਫਰਸਟ ਮੇਜਰ ਡਿਪਲੋਮੈਟਿਕ ਐਕਸ਼ਨ ਵਿਦ ਸੈਂਟਰਲ ਏਸ਼ੀਆ ਦਿਸ ਈਅਰ। ਔਰ ਪੰਜਾਂ ਹੈਡਸ ਨਾਲ ਸਮਿਟ ਇਜ਼ ਆਫ ਗ੍ਰੇਟ ਇੰਪੋਰਟੈਂਸ for all sides to take stock of the achievements and experience of China-Central Asia relations and seek coordination and make plans for future bilateral cooperation. कि future ਦੀਆਂ ਅਸੀਂ plans ਕਰਾਂਗੇ। ਔਰ ਇਹ ਉਹਨਾਂ ਨੇ ਕਿਹਾ ਕਿ it is extremely unusual to announce such a summit just 24 hours before it is due to begin. ਕਿ ਐਨ 24 ਘੰਟੇ ਪਹਿਲਾਂ 24 ਘੰਟੇ ਦੇ ਵਿੱਚ ਉਹਨਾਂ ਨੇ ਉਹਨਾਂ ਪੰਜਾਂ ਨੂੰ ਜਿਹੜਾ ਉਹ ਲਾਈਨ ਅਪ ਕਰ ਲਿਆ। ਸੋ ਇਹ ਸ਼ੋਅ ਕਰਦਾ ਕਿ ਭਾਈ ਚਾਈਨਾ ਦਾ ਕੀ ਮੁਕਾਬਲਾ ਕਰੋਗੇ, ਜਿਹਨੂੰ ਕਹਿੰਦੇ ਨੇ ਕਿ ਵੀ ਅਬ ਕਿਆ ਹੋਗਾ ਤੇਰਾ ਕਾਲੀਆ। ਹੁਣ ਅਸੀਂ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ ਗੁਰਬਾਣੀ ਆਧਾਰਿਤ, ਔਰ ਸ੍ਰੀ ਰਾਗ ਦੀ ਬਾਣੀ ਅਸੀਂ ਵਿਚਾਰ ਰਹੇ ਹਾਂ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਸ੍ਰੀ ਰਾਗ ਦਾ। ਭਰਮੇ ਪਾਏ ਨਾ ਵਿਜਵੈ ਜੇ ਭਵੈ ਦਿਸੰਤਰ ਦੇਸ, ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ। ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ, ਮਨ ਰੇ ਗੁਰਮੁਖ ਅਗਨ ਨਿਵਾਰ। ਗੁਰ ਕਾ ਕਿਹਾ ਮਨ ਵਸੈ ਹਉਮੈ ਤ੍ਰਿਸ਼ਨਾ ਮਾਰ। ਰਹਾਉ ਰਹਾਉ ਦੀ ਤੁਕ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਦਾ, ਔਰ ਰਹਾਉ ਦੀ ਤੁਕ ਹੈ ਮਨ ਰੇ ਗੁਰਮੁਖ ਅਗਨ ਨਿਵਾਰ। ਹੇ ਮੇਰੇ ਮਨ ਗੁਰਮੁਖ ਬਣ, ਆਪਣੇ ਅੰਦਰੋਂ ਡਿਜ਼ਾਇਰਸ ਦੀ ਤ੍ਰਿਸ਼ਨਾ ਦੀ ਅੱਗ ਨੂੰ ਠੰਡਾ ਕਰ, ਉਸ ਨੂੰ ਕੱਢ। ਕਿਵੇਂ? ਗੁਰ ਕਾ ਕਿਹਾ ਮਨ ਵਸੈ, ਕਿ ਜੇ ਤੂੰ ਗੁਰੂ ਦੇ ਰਸਤੇ ਤੇ ਤੁਰੇਗਾ ਉਸ ਗੁਰੂ ਦੇ ਬੋਲ ਤੇਰੇ ਅੰਦਰ ਵਸਣਗੇ। ਹਉਮੈ ਤ੍ਰਿਸ਼ਨਾ ਮਾਰ, ਕਿ ਅੰਦਰੋਂ ਹਉਮੈ ਈਗੋ ਅਨਾ ਇਹ ਖਤਮ ਹੋਏਗੀ ਔਰ ਡਿਜ਼ਾਇਰਸ ਖਤਮ ਹੋਣਗੀਆਂ। ਕਿਉਂਕਿ ਜਿੰਨੀਆਂ ਡਿਜ਼ਾਇਰਸ ਨੇ ਇਹਨਾਂ ਦੀ ਮਾਂ ਵੀ ਹਉਮੈ। ਬੇਸ਼ੱਕ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਵਿਕਾਰ ਕਹਿੰਦੇ ਹਾਂ, ਪਰ ਇਹਨਾਂ ਸਭ ਦੀ ਜੜ ਹਉਮੈ ਦੇ ਵਿੱਚ ਹੈ। ਇਸ ਲਈ ਗੁਰੂ ਸਾਹਿਬ ਨੇ ਫਰਮਾਇਆ ਕਿ ਹਉਮੈ ਦੀਰਘ ਰੋਗ ਹੈ, दारू पी इस माहे। कृपा करे जे अपनी ता गुर का शब्द कमाहे। कह नानक सुनो जनो इत संजम दुख जाहे। कि भी ये जड़ा हौमे दीर्घ दो तरह ਦੀਆਂ ਬਿਮਾਰੀਆਂ ਹੁੰਦੀਆਂ ਨੇ, ਇੱਕ ਐਕਿਊਟ ਇੱਕ ਕ੍ਰੋਨਿਕ। ਇੱਕ ਜਿਹੜੀ ਇਮੀਡੀਏਟ ਹੁੰਦੀਆਂ ਨੇ ਉਹਨਾਂ ਦਾ ਇਲਾਜ ਵੀ ਇਮੀਡੀਏਟ ਹੋ ਜਾਂਦਾ ਹੈ, ਰਾਜ਼ੀ ਵੀ ਹੋ ਜਾਂਦਾ ਬੰਦਾ ਜਾਂ ਤੁਰ ਜਾਂਦਾ। ਪਰ ਇੱਕ ਦੀਰਘ ਨੇ ਕ੍ਰੋਨਿਕ, ਜਿਵੇਂ ਜਦੋਂ ਦਮਾ ਲਫ਼ਜ਼ ਕਿਹਾ ਜਾਂਦਾ ਸੀ ਇਹਨੂੰ ਦਮੇ ਦੀ ਬਿਮਾਰੀ ਅਸਥਮਾ ਜਿਹਨੂੰ ਕਹਿੰਦੇ ਨੇ, ਤਾਂ ਕਹਿੰਦੇ ਸੀ ਕਿ ਦਮਾਂ ਨਾਲ ਰਹਿੰਦੀ ਹੈ, ਜਦੋਂ ਤੱਕ ਦਮ ਹੈ ਉਦੋਂ ਤੱਕ ਰਹਿਣਾ। ਸੋ ਇਹ ਕ੍ਰੋਨਿਕ ਰੋਗ ਦੇ ਵਿੱਚ ਕ੍ਰੋਨਿਕ ਬਿਮਾਰੀ ਆ ਜਾਂਦੀ ਸੀ। ਇਵੇਂ ਹੀ ਸਰੀਰਕ ਰੋਗਾਂ ਦੇ ਵਿੱਚ ਜਿਹੜੀ ਗੋਡਿਆਂ ਦੀ ਦਰਦ ਹੈ, ਗੋਡਿਆਂ ਉਹਨੂੰ ਵੀ ਕ੍ਰੋਨਿਕ ਬਿਮਾਰੀ ਕਹੇ। ਇਵੇਂ ਕੁਝ ਜਿਹੜੇ ਨੇ ਤੁਹਾਡੇ ਟੈਂਪਟੇਸ਼ਨ ਇਮੀਡੀਏਟ ਹੁੰਦੀ ਹੈ, ਖਤਮ ਹੋ ਜਾਂਦੀ ਹੈ। ਹਉਮੈ ਜਿਹੜੀ ਹੈ ਉਹ ਇੰਨੀ ਡੀਪਰ ਹੈ, ਕ੍ਰੋਨਿਕ ਡਿਜ਼ੀਜ਼ ਵਾਂਗ ਹੈ। ਗੁਰੂ ਸਾਹਿਬ ਨੇ ਕਿਹਾ ਹਉਮੈ ਦੀਰਘ ਰੋਗ ਹੈ, ਪਰ ਕਿਉਂਕਿ ਹਉਮੈ ਤੁਹਾਡਾ ਮਨ ਹਉਮੈ ਚ ਹੈ, ਪਰ दारू ਪੀ ਸਮਾਹੇ ਅੰਦਰ ਉਹਦੀ ਦਵਾਈ ਵੀ ਰੱਖੀ ਹੋਈ ਹੈ। ਕਿਉਂਕਿ ਰੱਬ ਵੀ ਉੱਥੇ ਹੀ ਦਿਲ ਦੇ ਆਸਣ ਤੇ ਉਹਨੇ ਬਹਿਣਾ, ਉੱਥੇ ਹਉਮੈ ਚੜੀ ਹੋਈ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਗੁਰੂ ਦਾ ਕਿਹਾ ਮਨ ਅੰਦਰ ਵਸ ਜਾਏ, ਅੰਦਰੋਂ ਹਉਮੈ ਔਰ ਡਿਜ਼ਾਇਰਸ ਮਰ ਜਾਂਦੀਆਂ ਨੇ, ਔਰ ਇਹ ਅਗਨ ਜਿਹੜੀ ਡਿਜ਼ਾਇਰਸ ਦੀ ਅੱਗ ਹੈ ਉਹ ਸੜ ਕੇ ਖਤਮ ਹੋ ਜਾਂਦੀ ਹੈ। ਉਹਦੇ ਚ ਰੱਬ ਦਾ ਨਾਂ ਤੁਹਾਡੇ ਅੰਦਰ ਵਸਦਾ ਹੈ। ਭਰਮੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ। ਹੁਣ ਜੇ ਕੋਈ ਇਹ ਸਮਝੇ ਜਿਵੇਂ ਲੋਕ ਗਿਆਨ ਦੀ ਤਲਾਸ਼ ਦੇ ਵਿੱਚ ਅੰਦਰ ਦੀ ਸ਼ਾਂਤੀ ਜਾਂ ਅਮਨ ਦੇ ਲਈ ਭੌਂਦੇ ਸੀ ਚਾਰ ਚਫੇਰੇ, ਕਦੇ ਇੱਕ ਡੇਰੇ, ਕਦੇ ਦੂਜੇ, ਕਦੇ ਸਿੱਧਾਂ, ਕਦੇ ਜੋਗੀਆਂ, ਕਦੇ ਤੀਰਥਾਂ ਦੇ ਉੱਤੇ ਨਹਾਣਾ, ਕਦੇ ਇੱਥੇ ਵਿਚਾਰ ਚਰਚਾ, ਕਦੇ ਉੱਥੇ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਸ ਭਰਮਣ ਦੇ ਨਾਲ ਤੁਸੀਂ ਭਾਵੇਂ ਚਾਰੋਂ ਦੇਸ਼ ਘੁੰਮਾਓ, ਪੂਰਬ ਪੱਛਮ ਉੱਤਰ ਦੱਖਣ, ਪਰ ਇਹ ਭਾਏ ਹੁੰਦੀ ਹੈ ਅੱਗ। ਇਹ ਜਿਹੜੀ ਡਿਜ਼ਾਇਰਸ ਦੀ ਅੱਗ ਹੈ ਵਿਜਵੈ, ਇਹਨੇ ਬੁਝਣਾ ਨਹੀਂ ਹੈ। ਭਾਵੇਂ ਤੁਸੀਂ ਜੇ ਭਵੈ ਦਸੰਤਰ ਦੇਸ਼ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ
ਤ੍ਰਿਗ ਵਿੱਚ ਤ੍ਰਿਗ ਹੁੰਦਾ ਫਟਕਾਰ ਅੱਛਾ ਕਿ ਵੀ ਜਿਹੜੀ ਅੰਦਰ ਤੁਹਾਡੇ ਮੈਲ ਲੱਗੀ ਹੋਈ ਹੈ ਔਗਣਾਂ ਦੀ, ਡਿਜ਼ਾਇਰਸ ਦੀ, ਤ੍ਰਿਸ਼ਨਾ ਦੀ, ਉਹ ਉਤਰੇਗੀ ਨਹੀਂ ਕਦੇ ਵੀ। ਇਹਨੂੰ ਫਟਕਾਰ ਹੈ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼, ਕਿ ਬਿਨਾਂ ਗੁਰੂ ਦੇ ਉਪਦੇਸ਼ ਦੇ ਉੱਤੇ ਅਮਲ ਨਾ ਕਰਨ ਦੇ ਬਾਕੀ ਜਿਹੜੇ ਤੁਸੀਂ ਇਹ ਸਮਝੋ ਕਿ ਕੋਈ ਹੋਰ ਰਸਤਾ ਹੈ ਉਹ ਨਹੀਂ ਹੈ। ਰਹਾਉ ਦੀ ਤੁਕ ਅਸੀਂ ਵਿਚਾਰ ਲਈ, ਮਨ ਮਾਣਕ ਨਿਰਮੋਲ ਹੈ, RAM ਨਾਮ ਪਤ ਪਾਏ, ਮਿਲ ਸਤ ਸੰਗਤ ਹਰ ਪਾਈ ਹੈ, ਗੁਰਮੁਖ ਹਰ ਲਿਵ ਲਾਏ, ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਅੱਛਾ ਹੁਣ ਸਲਲ ਕਹਿੰਦੇ ਨੇ ਪਾਣੀ ਨੂੰ, ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ, ਮਨ ਇੱਕ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਮਨ ਹਰਾਮੀ ਹੁਜਤਾਂ ਢੇਰ, ਕਿ ਮਨ ਹਰਾਮਪੁਣਾ ਕਰਦਾ ਹੈ ਔਰ ਉਹ ਹੁਜਤਾਂ ਕਰਦਾ ਹੈ, ਉਸ ਪਾਸੇ ਤੁਰਨਾ ਨਹੀਂ ਚਾਹੁੰਦਾ। ਪਰ ਗੁਰੂ ਸਾਹਿਬ ਇਹ ਵੀ ਯਾਦ ਦਹਾਨੀ ਕਰਵਾਉਂਦੇ ਨੇ ਮਨ ਮਾਣਕ ਨਿਰਮੋਲ ਹੈ, ਕਿ ਮਨ ਬੜਾ ਕੀਮਤੀ ਵੀ ਹੈ, ਮਾਣਕ ਹੈ, ਇਹ ਲਾਲ ਹੈ, ਇਹ ਜੂਲ ਹੈ, ਇਹ ਹੀਰਾ ਹੈ, ਇਸ ਦੀ ਕੋਈ ਕੀਮਤ ਨਹੀਂ। RAM ਨਾਮ ਪਤ ਪਾਏ, ਪਰ ਉਸ ਹਾਲਤ 'ਚ ਮਨ ਹਰਾਮੀ ਤੋਂ ਮਾਣਕ ਬਣ ਜਾਂਦਾ ਹੈ ਜਦੋਂ ਰੱਬ ਦੇ ਨਾਂ ਨਾਲ ਜੁੜਦਾ ਹੈ, ਇਬਾਦਤ ਦੇ ਰਸਤੇ ਨੂੰ ਚੁਣਦਾ ਹੈ, ਰੱਬ ਦੀ ਕੁਰਬਤ ਇਹ ਲੋਚਦਾ ਹੈ। ਅੱਛਾ ਪਰ ਇਹ ਸੰਭਵ ਕਿ ਮਿਲ ਸਤ ਸੰਗਤ ਹਰ ਪਾਈ ਹੈ, ਪਰ ਇਹ ਤਬਦੀਲੀ ਹਰਾਮੀ ਔਰ ਹੁਜਤੀ ਤੋਂ ਜਿਹੜਾ ਉਹ ਮਾਣਕ ਤੇ ਹੀਰੇ ਵੱਲ ਹੁੰਦੀ ਹੈ ਜੇ ਸਤ ਸੰਗਤ ਮਿਲੇ, ਚੰਗਾ ਜਿਹੜਾ ਰੱਬ ਦੇ ਪਿਆਰਿਆਂ ਦੇ ਨਾਲ ਤੁਸੀਂ ਆਪਣਾ ਰੱਬ ਦੀ ਸਿਫਤ ਸਲਾਹ ਕਰੋ, ਗੁਰਮੁਖ ਹਰ ਲਿਵ ਲਾਏ, ਔਰ ਤੁਸੀਂ ਗੁਰਮੁਖ ਬਣ ਕੇ ਉਸ ਵਾਹਿਗੁਰੂ ਦੇ ਵਿੱਚ ਆਪਣੀ ਲਿਵ ਲਾਉਂਦੇ ਹੋ, ਆਪ ਗਿਆ ਸੁਖ ਪਾਇਆ। ਅੰਦਰੋਂ ਤੁਹਾਡੀ ਜਦੋਂ ਹਉਮੈ ਚਲੀ ਗਈ, ਜਿਹੜੀ ਦੁੱਖ ਦਾ ਕਾਰਨ ਹੈ, ਸਾਰੇ ਦੁੱਖ ਹਉਮੈ ਚੋਂ ਪੈਦਾ ਹੁੰਦੇ ਨੇ, ਜੇ ਹਉਮੈ ਚਲੀ ਗਈ ਅੰਦਰ ਤੁਹਾਡੇ ਸੁਖ ਆ ਗਿਆ, ਮਿਲ ਸਲਲ ਸਰਲ ਸਮਾਏ, ਜਿਵੇਂ ਪਾਣੀ ਪਾਣੀ ਦੇ ਵਿੱਚ ਰਲ ਜਾਂਦਾ ਹੈ, ਇਵੇਂ ਤੁਹਾਡੀ ਜੋਤ ਜਿਸ ਨੂੰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆਰਾ, ਇਹ ਹੈ ਸਲਲ ਪਾਣੀ ਨੂੰ ਕਹਿੰਦੇ ਨੇ। ਪਾਣੀ ਦਾ ਨਾਂ ਜਲ ਵੀ ਹੈ, ਨੀਰ ਵੀ ਹੈ, ਅੰਬੂ ਵੀ ਹੈ, ਇਹ ਸਾਰੇ ਸੰਸਕ੍ਰਿਤ ਪ੍ਰਾਇਵਾ ਉਹਦੇ ਸਿਨੋਨਿਮਸ ਲਫ਼ਜ਼ ਨੇ ਜਿਨ੍ਹਾਂ ਲਈ ਪ੍ਰਿਆਇਵਾਚੀ ਲਫ਼ਜ਼ ਇਸਤੇਮਾਲ ਕੀਤਾ ਜਾਂਦਾ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੈ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭੌਜਲ ਪਚੈ ਪਚਾਏ, ਇਹੋ ਮਾਣਕ ਜਿਉ ਨਿਰਮੋਲ ਹੈ, ਇਉਂ ਕੌਡੀ ਬਦਲਿਆ ਜਾਏ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੈ ਜਾਏ, ਕਿ ਜਿਹੜੀ ਰੂਹ ਰੱਬ ਦੀ ਯਾਦ ਵਿੱਚ ਨਹੀਂ ਜੁੜਦੀ, ਰੱਬ ਦੀ ਇਬਾਦਤ ਵਿੱਚ ਨਹੀਂ ਜੁੜਦੀ, ਉਸ ਦਾ ਜਨਮ ਮਰਨ ਦਾ ਗੇੜ ਮੁੱਕਣਾ ਨਹੀਂ ਹੈ। ਉਸ ਨੇ ਜਿਹੜਾ ਉਹਦਾ ਆਵਾ ਗੌਣ ਬਣਿਆ ਰਹਿਣਾ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭੌਜਲ ਪਚੈ ਪਚਾਏ, ਕਿ ਵੀ ਜਿਹਨੇ ਸਤਿਗੁਰੂ ਦਾ ਸਹਾਰਾ ਨਹੀਂ ਲਿਆ, ਉਸ ਨੇ ਉਸ ਰੱਬ ਵੱਲ ਮੂੰਹ ਨਹੀਂ ਕੀਤਾ, ਉਹ ਇਸ ਸੰਸਾਰ ਸਾਗਰ ਦੇ ਵਿੱਚ ਹੀ ਮਰ ਖੱਪ ਜਾਏਗਾ, ਇਸ ਦੇ ਵਿੱਚ ਹੀ ਪਚਿਆ ਪਚਾਇਆ ਉਸ ਦੇ ਵਿੱਚ ਹੀ ਗਵਾਚ ਜਾਏਗਾ, ਇਸ ਭੌਜਲ ਦੇ ਵਿੱਚ। ਇਹ ਮਾਣਕ ਜਿਉ ਨਿਰਮੋਲ ਹੈ। ਤੇ ਇਹਦਾ ਕੀ ਨਤੀਜਾ ਹੋਏਗਾ ਜੇ ਉਸ ਭਵਜਲ ਦੇ ਵਿੱਚ ਖੱਜਲ ਖੁਆਰੀ ਪਲਚ ਪਲਚ ਸਗਲੀ ਮੋਈ, ਇਹੀ ਹੋਏਗਾ ਕਿ ਭਾਈ ਇਹ ਮਾਣਕ ਕੀਮਤੀ ਹੀਰੇ ਵਰਗਾ, ਮੋਤੀਆਂ ਵਰਗਾ ਜਿਹੜਾ ਜੀ ਸੀ, ਮਨ ਸੀ, ਨਿਰਮੋਲ ਸੀ, ਜਿਹਦੀ ਕੋਈ ਕੀਮਤ ਨਹੀਂ ਸੀ, ਉਹ ਕੌਡੀ ਬਦਲੇ ਜਾਏ। ਇਹ ਕੌਡੀਆਂ ਦੇ ਭਾਅ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਬਸਰ ਹੋ ਰਹੀ ਹੈ। ਔਰ ਜਿਸ ਨੂੰ ਬਹੁਤ ਸਾਰੇ ਹੋਰ ਵੀ ਅਸੀਂ ਕਬੀਰ ਸਾਹਿਬ, ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਵੀ ਔਰ ਦੂਸਰੇ 'ਚ ਵੀ ਦੇਖਦੇ ਕਿ ਹੀਰੇ ਜੈਸਾ, ਜਿਸ ਨੂੰ ਕਬੀਰ ਸਾਹਿਬ ਦਾ ਇੱਕ ਕਬੀਰ ਬੀਚਕ ਗ੍ਰੰਥ 'ਚ ਹੈ ਕਿ ਰਾਤ ਕਬੀਰ ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ, ਕਿ ਰਾਤ ਸੁੱਤਿਆਂ ਗੁਜ਼ਰ ਗਈ, ਦਿਨ ਖਾਂਦਿਆਂ ਗੁਜ਼ਰ ਗਿਆ, ਔਰ ਹੀਰੇ ਵਰਗਾ ਜਿਹੜਾ ਇਹ ਜੀਵਨ ਸੀ ਕੌਡੀਆਂ ਦੇ ਪਾ ਜਾ ਰਿਹਾ। ਅਖੀਰ 'ਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਜਿਨ੍ਹਾਂ ਸਤਿਗੁਰ ਰਸ ਮਿਲੇ, ਸੇ ਪੂਰੇ ਪੁਰਖ ਸੁਜਾਨ, ਗੁਰ ਮਿਲ ਭੌਜਲ ਲੰਘੀਐ, ਦਰਗਹਿ ਪਤ ਪਰਵਾਨ, ਨਾਨਕ ਤੇ ਮੁਖ ਉਜਲੇ, ਤੁਨ ਉਪਜੈ ਸ਼ਬਦ ਨਿਸ਼ਾਨ। ਜਿਨ੍ਹਾਂ ਸਤਿਗੁਰ ਰਸ ਮਿਲੇ, ਸੇ ਪੂਰੇ ਪੁਰਖ ਸੁਜਾਨ। ਹੁਣ ਜਦੋਂ ਤੁਸੀਂ ਰੱਬ ਦੀ ਯਾਦ 'ਚ ਜੁੜਦੇ ਹੋ, ਤੁਹਾਡਾ ਅੰਦਰ ਰਸ ਨਾਲ ਭਰ ਜਾਂਦਾ, ਆਨੰਦ ਨਾਲ ਭਰ ਜਾਂਦਾ। ਵੀ ਜਿਨ੍ਹਾਂ ਨੂੰ ਇਹ ਵਾਹਿਗੁਰੂ ਦੇ ਪਿਆਰ ਦਾ ਰਸ, ਨਾਮ ਰੂਪੀ ਰਸ ਜਿਨ੍ਹਾਂ ਦੇ ਜੀਵਨ ਦੇ ਵਿੱਚ ਆ ਗਿਆ,
ਉਹ ਪੂਰੇ ਉਹ ਰੱਬ ਦੇ ਫਿਰ ਬੰਦੇ ਬਣ ਗਏ। ਉਹੀ ਸਿਆਣੇ ਨੇ, ਉਹੀ ਡੈਕਸਟਰਸ ਨੇ, ਉਹੀ ਜਿਹੜੇ ਨੇ ਵਾਈਜ਼ ਨੇ, ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੂੰ ਇਹ ਸਮਝ ਆਈ ਕਿ ਬਾਕੀ ਜ਼ਿੰਦਗੀ ਗੁਜ਼ਾਰਨੀ ਤੇ ਕੌਡੀਆਂ ਦੇ ਭਾਅ ਵੇਚਣਾ ਹੈ। ਇਸ ਹੀਰੇ ਵਰਗੇ ਮਨ ਨੂੰ ਰੱਬ ਦੀ ਯਾਦ ਹੀ ਅਸਲੀ ਜੀਵਨ ਦਾ ਆਸ਼ਾ ਹੈ। ਗੁਰਮਿਲ ਭੌਜਲ ਲੰਘਿਆ, ਇਸ ਸੰਸਾਰ ਨੂੰ ਤੋਂ ਪਾਰ ਉਤਾਰੇ ਦੇ ਲਈ ਗੁਰੂ ਦਾ ਸਹਾਰਾ ਚਾਹੀਦਾ ਹੈ ਤੇ ਇਸ ਸਹਾਰੇ ਦੇ ਨਾਲ ਰੱਬ ਦੀ ਯਾਦ ਵਿੱਚ ਜੁੜਨਾ ਦਰਗਾਹ ਪਤ ਪ੍ਰਵਾਨ। ਅਸੀਂ ਫਿਰ ਪਤ ਦੇ ਨਾਲ, ਆਨਰ ਦੇ ਨਾਲ ਰੱਬ ਦੀ ਦਰਗਾਹ ਦੇ ਵਿੱਚ ਰੱਬ ਦੇ ਰੂਬਰੂ ਹੋਵਾਂਗੇ। ਨਾਨਕ ਤੇ ਮੁਖ ਉਜਲੇ, ਜਿਨ੍ਹਾਂ ਨੂੰ ਜਿਹੜੇ ਉਸ ਰੱਬ ਨਾਲ ਜੁੜ ਗਏ, ਪਤ ਪ੍ਰਵਾਨ ਚੜੇ, ਜਿਹੜਿਆਂ ਦੇ ਅੰਦਰ ਉਹ ਵਾਹਿਗੁਰੂ ਦੇ ਪਿਆਰ ਦਾ ਰਸ ਆ ਗਿਆ, ਉਹ ਰੱਬ ਦੀ ਦਰਗਾਹ ਦੇ ਵਿੱਚ ਉਜਲ ਮੁਖ ਜਾਣਗੇ। ਉਪਜੈ ਸ਼ਬਦ ਨਿਸ਼ਾਨ, ਉਹਨਾਂ ਦੇ ਅੰਦਰ ਉਸ ਵਾਹਿਗੁਰੂ ਦਾ ਸ਼ਬਦ, ਉਸ ਦਾ ਦੀ ਯਾਦ ਦਾ ਜਿਹੜਾ ਖੰਡਾ ਉਹ ਨਿਰੰਤਰ ਖੜਕਦਾ ਔਰ ਉਹਨਾਂ ਦੇ ਉੱਤੇ ਜਿਹੜਾ ਮਾਨੋ ਉਸ ਵਾਹਿਗੁਰੂ ਦੇ ਪਿਆਰੇ ਸ਼ਬਦ ਦੀ ਮੋਹਰ ਲੱਗ ਗਈ ਹੈ। ਉਹ ਪਤ ਉਹਨਾਂ ਦੀ ਜਿਹੜੀ ਹੈ, ਪਤ ਸੇਤੀ ਘਰ ਜਾਓ, ਉਹ ਇੱਕ ਆਨਰ ਦੇ ਨਾਲ ਆਪਣੀ ਜ਼ਿੰਦਗੀ ਜਦੋਂ ਉਹਨਾਂ ਦੀ ਮੁੱਕੇਗੀ ਤੇ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਣਗੇ। ਉਹਨਾਂ ਪ੍ਰਥਾਈ ਗੁਰੂ ਸਾਹਿਬ ਨੇ ਫਰਮਾਇਆ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ। ਇੱਕ ਉਹ ਹੈ ਜਿਨ੍ਹਾਂ ਨੇ ਜ਼ਿੰਦਗੀ ਘਾਲੀ, ਨਾਮ ਦੀ ਕਮਾਈ ਕੀਤੀ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ, ਹੁਣ ਇੱਕ ਦੁਨਿਆਵੀ ਮਸ਼ੱਕਤ ਕਰ ਰਹੇ ਨੇ ਸਵੇਰ ਤੋਂ ਸ਼ਾਮ ਤੱਕ ਧਨ ਇਕੱਠਾ ਕਰਨ ਲਈ, ਇੱਕ ਰੱਬ ਦੇ ਨਾਮ ਦਾ ਧਨ ਇਕੱਠਾ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਭਾਈ ਇਹ ਧਨ ਜਿਹੜਾ ਉਹਨੂੰ ਜਿਹੜਾ ਨਾ ਤਸਕਰ ਚੁਰਾ ਸਕਦਾ ਹੈ, ਨਾ ਇਸ ਨੂੰ ਕੋਈ ਲੁੱਟ ਸਕਦਾ ਹੈ। ਇਹ ਕਿਤੇ ਨਹੀਂ, ਰਾਮ ਨਾਮ ਧਨ ਕਰ ਸੰਚੋਨੀ, ਸੋ ਧਨ ਕਤਹੂ ਨਾ ਜਾਏ, ਕਿ ਭਾਈ ਇਹੀ ਰਾਮ ਨਾਮ ਦਾ ਧਨ ਹੈ ਔਰ ਇਹੀ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਸਾਡੇ ਮੁਖ ਨੂੰ ਉਜਲ ਕਰੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਜ਼ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।